अस्सलाम वालेकुम। मेरा नाम है शबीना अहमद ते मेरी पैदाइश हुई सी कियां दे विच। कियां दी जगह है मंबासा दे कोल मड़ियाकनी, पर मैं पैदा हुई सी मंबासे दे विच ते मेरी बचपनी मड़ियाकनी च मैं पैदा हुई। ते जदों मैं पैदा होई ते मैं 6 महीनਿਆਂ ਦੀ ਸੀ ਤੇ ਮੇਰੀ ਮਮ ਦਾ ਵਾਕਆਊਟ ਨਹੀਂ ਹੋਇਆ ਤੇ ਫਿਰ ਮੈਨੂੰ ਮੇਰੀ ਨਾਨੀ ਨਾਨਾ ਨੇ ਪਾਲਿਆ ਤੇ ਫਿਰ ਮੈਂ ਮੇਰੀ ਸਾਰੀ ਜ਼ਿੰਦਗੀ ਆਪਣੇ ਨਾਨਾ ਨਾਨੀ ਨਾਲ ਮੈਂ ਗੁਜ਼ਾਰੀ ਤੇ ਅਲਹਮਦੁਲਿਲਾ ਉੱਥੇ ਹੀ ਮੈਂ ਪੈਦਾ ਹੋਈ, ਉਹਨਾਂ ਕੋਲ ਹੀ ਮੈਂ ਰਹੀ ਤੇ ਮੈਂ ਆਪਣੇ ਨਾਨਾ ਨਾਨੀ ਦੀ ਲਾਡਲੀ ਸੀ ਤੇ ਮੇਰੇ ਨਾਨੇ ਦੀ ਬਿਜ਼ਨਸ ਸੀ ਫਾਰਮ ਦੇ ਵਿੱਚ, ਉਹਨਾਂ ਦੀਆਂ ਬੱਸਾਂ ਚੱਲਦੀਆਂ ਸਨ ਤੇ ਬੈਲ ਬੱਕਰੇ ਵੇਚਦੇ ਹੁੰਦੇ ਸਨ ਤੇ ਉਹ ਕਾਫੀ ਜ਼ਿਆਦਾ ਹੁੰਦੇ ਸਨ। ਸ਼ਾਂਬਾ ਮੀਨਸ ਫਾਰਮ ਤੇ ਉਹਨਾਂ ਨਾਲ ਮੈਂ ਹਮੇਸ਼ਾ ਜਾਂਦੀ ਹੁੰਦੀ ਸਾਂ ਤੇ ਫਿਰ ਬਸ ਕਰਦੇ ਕਰਦੇ ਤੇ ਮੇਰਾ ਨਾਨਾ ਫੌਤ ਹੋ ਗਏ। ਕਿੰਨੀ ਉਮਰ ਸੀ? ਮੇਰੀ ਉਮਰ ਸੀ 8 ਸਾਲਾਂ ਦੀ ਤੇ ਮੈਂ 8 ਸਾਲਾਂ ਦੀ ਸੀ ਤੇ ਮੇਰਾ ਨਾਨਾ ਫੌਤ ਹੋ ਗਏ। ਬਸ ਫਿਰ ਮੇਰੀ ਨਾਨੀ ਸੀ, ਮਾਮੇ ਸਨ, ਉਹਨਾਂ ਨੇ ਮੈਨੂੰ ਪਾਲਿਆ ਤੇ ਮਾਸ਼ਾਅੱਲਾ ਮਾਮਿਆਂ ਨੇ ਕੋਈ ਮੈਨੂੰ ਨਹੀਂ ਛੱਡਿਆ। ਉਹਨਾਂ ਨੇ ਆਪਣੀ ਛੋਟੀਆਂ ਭੈਣਾਂ ਹਾਰ ਮੈਨੂੰ ਰੱਖਿਆ ਸੀ। ਅੱਜ ਤੱਕ ਉਹ ਮੈਨੂੰ ਭੈਣ ਨਹੀਂ ਸਮਝਦੇ ਨੇ, ਕਦੇ ਉਹਨਾਂ ਨੇ ਨਹੀਂ ਸਮਝਿਆ ਕਿ ਸਾਡੀ ਭੈਣ ਦੀ ਧੀ ਹੈ ਤੇ ਜਿੰਨਾ ਪਿਆਰ ਮੈਂ ਉਹਨਾਂ ਨਾਲ ਕਰਦੀ ਹਾਂ, ਮੈਂ ਆਪਣੀ ਅੰਮੀ ਨੂੰ ਵੀ ਭੈਣ ਹਾਰ ਹੀ ਸਮਝਿਆ ਹੈ, ਮਾਂ ਹਾਰ ਨਹੀਂ। ਮੇਰੀ ਨਾਨੀ ਸੀ ਸਾਰਾ ਕੁਝ ਮੇਰਾ। ਤੇ ਉਹੀ ਗ੍ਰਾਂ ਦੇ ਵਿੱਚ, ਟਾਊਨ ਦੇ ਵਿੱਚ ਮੇਰੀ ਦਾਦਾ ਦਾਦੀ ਵੀ ਸਨ, ਮੇਰੇ ਚਾਚਾ ਚਾਚਾ ਸਨ ਤੇ ਦਾਦਾ ਦਾਦੀ ਹਰ ਨਾਲ ਫੌਤ ਹੋ ਗਏ, ਪਰ ਮੇਰੀਆਂ ਚਾਚੀਆਂ ਫੁੱਫੀਆਂ ਸਾਰੇ ਲੰਡਨ ਦੇ ਵਿੱਚ ਹੈਗੇ ਨੇ ਜੀ। ਤੇ ਬਸ ਉੱਥੇ ਮੈਂ ਰਹੀ, ਮੰਬਾਸਾ ਮਰਿਆਕਾਨੀ ਕੋਲ ਸੀ। ਫਿਰ ਮਾਸ਼ਾਅੱਲਾ ਮੇਰੀ ਸ਼ਾਦੀ ਹੋ ਗਈ ਤੇ ਮੇਰੀ ਸ਼ਾਦੀ ਹੋਈ ਨੈਰੋਬੀ, ਪਰ ਮੇਰਾ ਹਸਬੈਂਡ ਇੱਥੋਂ ਗਿਆ ਸੀ ਨੈਰੋਬੀ ਤੇ ਉਹਨਾਂ ਦੀ ਅੰਮੀ ਰਹਿੰਦੀ ਹੁੰਦੀ ਸੀ ਨਕੁਰੂ। ਫਿਰ ਜਦੋਂ ਮੇਰੀ ਸ਼ਾਦੀ ਹੋਈ ਮੈਂ ਨਕੁਰੂ ਗਈ, ਉੱਥੇ ਮੈਂ ਥੋੜ੍ਹੀ ਕੁ ਦੇਰ ਰਹੀ, ਪਰ ਫਿਰ ਮੈਂ ਨੈਰੋਬੀ ਆ ਗਈ। ਮੇਰੇ ਹਸਬੈਂਡ ਦਾ ਕੰਮ ਸੀ ਨੈਰੋਬੀ ਤੇ ਉੱਥੇ ਮੈਂ ਰਹੀ, ਨੈਰੋਬੀ ਅਸੀਂ ਰਹੇ। ਫਿਰ ਮਾਸ਼ਾਅੱਲਾ ਬੱਚੇ ਸਾਡੇ ਹੋ ਗਏ, ਬੱਚੇ ਸਕੂਲ ਜਾਣ ਨੂੰ ਹੋ ਗਏ ਤੇ ਇਹ ਕੰਮ ਕਰਦੇ ਰਹੇ ਤੇ ਫਿਰ ਮੇਰੇ ਮਾਸ਼ਾਅੱਲਾ 3 ਬੱਚੇ ਹੋ ਗਏ। 2 ਬੱਚੇ ਸਨ ਤੇ ਅਸੀਂ ਸੁਡਾਨ ਚਲੇ ਗਏ 1980 ਦੇ ਵਿੱਚ। Going back to childhood, Yeah. ਥੋੜਾ ਜਿਹਾ ਦੱਸ ਸਕਦੇ ਕਿ ਤੁਸੀਂ ਕੀ ਕਰਦੇ ਹੁੰਦੇ ਸੀ ਆਪਣੇ ਟਾਈਮ ਦੇ ਨਾਲ? ਅੱਛਾ, ਸਾਡਾ ਜਿਹੜਾ ਟਾਈਮ ਹੁੰਦਾ ਸੀ ਨਾ ਚਾਈਲਡਹੁੱਡ ਦਾ, ਬਹੁਤ ਮਜ਼ੇਦਾਰ ਟਾਈਮ ਸੀ। ਅਸੀਂ ਛੋਟੀਆਂ ਹੁੰਦੀਆਂ ਸਾਂ, ਸਾਡੇ ਨੇਬਰਸ ਹੁੰਦੇ ਸਨ ਅਰਬ, ਸੋਹੀਲੀ, ਬੋਰੇ ਤੇ ਅਸੀਂ ਮਿਕਸਅਪ ਹੋ ਕੇ ਸੁਬਹ ਸਕੂਲ ਜਾਣਾ, ਮਦਰਸਾ ਜਾਣਾ, ਵੀਕਐਂਡ ਕੋਈ ਕੰਮ ਨਹੀਂ ਸੀ ਹੁੰਦਾ ਤੇ ਅਸੀਂ ਕੁੜੀਆਂ ਮਿਕਸ ਹੋ ਕੇ ਅਸੀਂ ਗੁੱਡੀਆਂ ਨਾਲ ਖੇਲਣਾ। ਤੇ ਉਹ ਟਾਈਮ ਇਹ ਗੁੱਡੀਆਂ ਨਹੀਂ ਸਨ ਅੱਜ ਕੱਲ੍ਹ ਜਿਹੜੇ ਬੱਚੇ ਬਾਈ ਕਰਦੇ ਨੇ। ਸਾਡੇ ਅੰਮੀ ਮਨ ਸੀ ਕੇ ਦੇ ਦਿੰਦੇ ਸਨ ਗੁੱਡੀਆਂ ਤੇ ਅਸੀਂ ਉਹਨਾਂ ਦੇ ਕੱਪੜੇ ਆਪੇ ਹੀ ਬੈਠ ਕੇ ਸੀਣਾ ਤੇ ਅਸੀਂ ਇੱਕ ਵੇਰੇ 'ਚ 2-3 ਕੁੜੀਆਂ ਹੋਣਗੀਆਂ, ਫਿਰ ਥੋੜ੍ਹੀ ਕੁ ਦੂਰ ਦੂਸਰੀ ਕੁੜੀਆਂ ਹੋਣਗੀਆਂ, ਮਤਲਬ ਅਸੀਂ ਫੈਮਿਲੀ ਬਣਾਈ ਤੇ ਅਸੀਂ ਕੁੜੀਆਂ ਮੁੰਡੇ ਇਕੱਠੇ ਖੇਲਦੇ ਹੁੰਦੇ ਸਾਂ। ਦੇयर ਵਾਸ ਨੋ ਬਿਗ ਇਸ਼ੂ। ਤੇ ਫਿਰ ਅਸੀਂ ਉਹਨਾਂ ਕੋਲ ਵੀ ਗੁੱਡੀਆਂ ਹੋਣੀਆਂ, ਮੇਰੇ ਕੋਲ ਵੀ ਗੁੱਡੀਆਂ ਹੋਣੀਆਂ, ਸਾਡੇ ਕੋਲ ਅੰਗੀਠੀਆਂ ਹੁੰਦੀਆਂ ਸਨ। ਅਸੀਂ ਖਾਣਾ ਪਕਾਦੇ ਹੁੰਦੇ ਸਾਂ, ਇੱਕ ਆਲੂ ਮੰਗ ਕੇ ਲੈ ਕੇ ਆਏਗੀ, ਇੱਕ ਚੌਲ ਮੰਗ ਕੇ ਲੈ ਕੇ ਆਏਗੀ, ਅਸੀਂ ਮਿਕਸ ਹੋ ਕੇ ਖਾਣਾ ਬਣਾਉਣਾ, ਐਸਾਂ ਦੀਆਂ ਗੇਮਾਂ ਖੇਲਣੀਆਂ। ਫਿਰ ਅਸੀਂ ਗੁੱਡਾ ਗੁੱਡੀ ਦਾ ਵਿਆਹ ਕਰਨਾ। ਕਿੰਨੀ ਉਮਰ ਸੀਗੀ? ਅਬਾਊਟ 8 ਸਾਲ 10 ਸਾਲ ਤੱਕ, 6-7 ਸਾਲ ਅਸੀਂ ਇਹ ਗੇਮਾਂ ਕਰਦੇ ਰਹੇ ਉੱਤੇ ਤੇ ਮਤਲਬ ਮਾਸ਼ਾਅੱਲਾ ਬਹੁਤ ਅੱਛਾ ਗੁਜ਼ਰਿਆ। ਅੱਛਾ, ਅਸੀਂ ਗੁੱਡੀਆਂ ਨਾਲ ਖੇਲਣਾ ਤੇ ਫਿਰ ਕਦੇ ਨਾ ਇੱਕ ਨੇ ਆ ਕੇ ਕਹਿਣਾ, ਉਹ ਤੇਰੀ ਧੀ ਨੇ ਮੇਰੀਆਂ 3 ਜੂਆਂ ਪਾ ਦਿੱਤੀਆਂ ਤੇ ਅਸੀਂ ਛੋਟੇ ਪਲਾਂਟ ਦੇ ਵਿੱਚ ਨਾ ਬੀ ਕੱਢ ਕੇ ਉਹਨਾਂ ਦੇ ਵਾਲਾਂ ਵਿੱਚ ਪਾਦੇ ਹੁੰਦੇ ਸਾਂ। ਫਿਰ ਇੱਕ ਦੂਸਰੇ ਨਾਲ ਅਸੀਂ ਲੜਨਾ, ਜਿਸ ਤਰ੍ਹਾਂ ਵੱਡੇ ਲੜਦੇ ਹੁੰਦੇ ਸਨ, ਗਵਾਂਢੀ ਸਾਡੇ ਲੜਦੇ ਹੁੰਦੇ ਸਨ, ਉਹ ਤਾਂ ਮੇਰੀ ਧੀ ਦੇ ਵਾਲਾਂ 'ਚ ਜੂਆਂ ਪਾਤੇ, ਤੇਰੀ ਧੀ ਮੇਰੀ ਧੀ ਦੇ ਕੋਲ ਨਾ ਆਵੇ। ਤੇ ਅਸੀਂ ਬੈਠ ਕੇ ਝੁੱਟ ਜੂਆਂ ਕੱਢਣੀਆਂ। ਫਿਰ ਕਈ ਦੂਸਰੇ ਦਿਨ ਅਸੀਂ ਖੇਲਣਾ, ਅਸੀਂ ਆਪਣੀ ਗੁੱਡਾ ਗੁੱਡੀ ਦੀ ਵਿਆਹ ਕਰਨੀ ਤੇ ਅਸੀਂ ਬਰਾਤ ਲੈ ਕੇ ਜਾ ਰਹੇ ਹਾਂ, ਲੈ ਕੇ ਆ ਰਹੇ ਹਾਂ, ਜਿਸ ਤਰ੍ਹਾਂ ਅਸੀਂ ਵੱਡਿਆਂ ਦੀ ਸ਼ਾਦੀ ਦੇਖੀਦਾ ਸੀ, ਅਸੀਂ ਆਪਣੀ ਗੁੱਡੀਆਂ ਦਾ ਸ਼ਾਦੀ ਕਰਦੇ ਹੁੰਦੇ ਸਾਂ। ਫਿਰ ਛੋਟੀਆਂ ਗੁੱਡੀਆਂ ਬਣਾਉਣਾ, ਫਿਰ ਇੱਕ ਦੂਸਰੇ ਨੂੰ ਕਹਿਣਾ, ਉਹ ਮੇਰੀ ਕੁੜੀ ਐਕਸਪੈਕਟ ਕਰ ਰਹੀ ਹੈ। ਹਾਂ, ਤੇ ਕਦੇ ਵੱਡਿਆਂ ਨੇ ਸੁਣਿਆ, ਕੀ ਬੇਸ਼ਰਮ ਦੀਆਂ ਗੱਲਾਂ ਤੁਸੀਂ ਕਰਦੇ ਹੋ, ਸਾਨੂੰ ਮਾਰ ਵੀ ਪੈਂਦੀ ਹੁੰਦੀ ਸੀ ਬੜੀ ਛੋਟਿਆਂ ਦੇ ਨਾਲ।
ਤੇ ਬਸ ਐਸਾ ਮਤਲਬ ਬਹੁਤ ਨਾਈਸ ਟਾਈਮ ਗੁਜ਼ਰਿਆ ਕਿ ਮੈਂ ਕਦੇ ਆਪਣੇ ਗ੍ਰੈਂਡ ਕੀਜ਼ ਨੂੰ ਦੱਸਦੀ ਉਹਦੀਆਂ ਸਟੋਰੀਆਂ ਕਿ ਅਸੀਂ ਇਸ ਤਰ੍ਹਾਂ ਖੇਲਦੇ ਹੁੰਦੇ ਸਾਂ। ਉਹ ਟਾਈਮ ਸਾਡੇ ਕੋਲ ਇਹ ਗੁੱਡੀਆਂ ਨਹੀਂ ਸਨ ਜਿਹੜੀਆਂ ਤੁਹਾਡੇ ਕੋਲ ਅੱਜ ਕੱਲ੍ਹ ਮਾਸ਼ਾਅੱਲਾ ਹੈ। ਤੇ ਸਾਡੀਆਂ ਕੁੜੀਆਂ ਤੇ ਉਹ ਪੁੱਛਦੇ ਹੁੰਦੇ ਨੇ ਹਾਊ ਦੇ ਯੂ ਮੇਡ ਇਟ, ਹਾਊ ਡਿਡ ਯੂ ਸਟਿਚਿਸ। ਤੇ ਮੈਂ ਕਹਿੰਦੀ ਕਿ ਅੰਮੀ ਨੇ ਕੱਪੜਾ ਕੱਟ ਕੇ ਉਹਨਾਂ ਨੇ ਸੀਨਾ, ਫਿਰ ਅਸੀਂ ਕੱਪੜਾ ਲੈ ਕੇ ਖੁਦ ਬੈਠ ਕੇ ਡਰੈਸਿਸ ਉਹਨਾਂ ਦੇ ਬਣਾਉਂਦੇ ਹੁੰਦੇ ਸਾਂ ਜੀ। ਆਈ ਰਿਮੈਂਬਰ ਜਦੋਂ ਅਸੀਂ ਛੋਟੇ ਹੁੰਦੇ ਸਾਂ ਸਾਡੀ ਲਾਈਨ ਹੁੰਦੀ ਸੀ, ਚੱਲ ਇਹ ਸਾਨੀ ਫਲਾਣੇ ਦੇ ਘਰ ਦੇ ਕੇ ਆ, ਇਹ ਫਲਾਣੇ ਦੇ ਘਰ ਦੇ ਕੇ ਆ, ਇਹ ਫਲਾਣੇ ਦੇ ਘਰ ਦੇ ਕੇ ਆ। ਅਤੇ ਇੱਕ ਮੈਨੂੰ ਯਾਦ ਹੈ ਜਦੋਂ ਅਸੀਂ ਛੋਟੇ ਹੁੰਦੇ ਸਾਂ, ਆਈ ਥਿੰਕ ਆਈ ਵਾਜ਼ ਅਬਾਊਟ 10 years old, ਸਾਨੂੰ ਨਾ ਰੋਜ਼ੇ ਰੱਖਣੇ ਪੈਂਦੇ ਸਨ ਸੋਟੀ ਦੇ ਨਾਲ। ਅਤੇ ਇੱਕ ਦਿਨ ਅਸੀਂ ਰੋਜ਼ਾ ਰੱਖਿਆ, ਬੜੀਆਂ ਗਰਮੀਆਂ ਸਨ। ਕਿੰਨੇ ਕਿਹਾ ਸੀਗਾ ਕਿ ਰੋਜ਼ੇ ਰੱਖਣੇ ਪੈਂਦੇ? ਮੇਰੀ ਨਾਨੀ, ਨਮਾਜ਼ ਦਾ ਟਾਈਮ ਨਮਾਜ਼ ਪੜ੍ਹਨੀ ਹੈ, ਰੋਜ਼ਾ ਰੱਖਣਾ ਹੈ। ਫਜਰ ਦੇ ਟਾਈਮ ਸਾਡੇ ਉੱਥੇ ਨਾ ਢੋਲ ਦੇ ਨਾਲ ਲਾਦੇ ਹੁੰਦੇ ਸਨ ਸੈਰੀ ਉਠਾਉਣ ਵਾਸਤੇ, ਅਤੇ ਸਾਨੂੰ ਉੱਠਣਾ ਹੀ ਪੈਣਾ ਸੀ। ਅਤੇ ਮੇਰੀ ਨਾਨੀ ਫਿਰ ਉੱਠਣਗੇ, ਉੱਠ ਕੇ ਪਰੌਂਠੇ ਵਗੈਰਾ ਬਣਾਉਣਗੇ, ਰੋਜ਼ਾ ਰੱਖਾਂਗੇ। ਫਿਰ ਮਾਸ਼ਾਅੱਲਾ ਅਜ਼ਾਨ ਦੀ ਆਵਾਜ਼ ਆਏਗੀ, ਨਮਾਜ਼ਾਂ ਪੜ੍ਹਨੀਆਂ, ਫਿਰ ਕਾਫੀ ਦੇਰ ਸੋਣਾ। ਅਤੇ ਫਿਰ ਇਟ ਵਾਜ਼ ਗੁੱਡ ਮਾਸ਼ਾਅੱਲਾ। ਅਤੇ ਮਤਲਬ ਇੱਥੇ ਹੁਣ ਪਤਾ ਹੀ ਨਹੀਂ ਲੱਗਦਾ ਰੋਜ਼ਿਆਂ ਦਾ, ਸੁਬਾਹ ਅਲਾਰਮ ਹੀ ਔਨ ਕਰੋ ਹੈ ਨਾ, ਅਤੇ ਦੋਜ਼ ਬੈਕ ਡੇਜ਼ ਉਹ ਢੋਲ ਨਾਲ ਲਾ ਕੇ ਉਠਾਦੇ ਹੁੰਦੇ ਸਨ ਸਾਨੂੰ। ਅਤੇ ਫਿਰ ਇੱਕ ਦਿਨ ਮੇਰਾ ਚਾਚਾ ਸੀ, ਛੋਟੇ ਸਾ ਮੇਰਾ ਚਾਚਾ ਵੀ ਛੋਟਾ ਹੀ ਸੀ, ਸਾਨੂੰ ਪੈਟਰੋਲ ਸਟੇਸ਼ਨ ਲੈ ਕੇ ਗਿਆ। ਕਹਿੰਦਾ ਤੁਹਾਨੂੰ ਪਿਆਸ ਲੱਗੀ ਹੋਈ ਨਾ, ਤੁਸੀਂ ਪਾਣੀ ਪੀ ਲਓ, ਮੈਂ ਕਿਸੇ ਨੂੰ ਨਹੀਂ ਦੱਸਾਂਗਾ। ਅਸੀਂ ਇੰਨੀਆਂ ਪਾਗਲਾਂ ਸੀ, ਪਾਣੀ ਪੀ ਲਿੱਤਾ ਮੈਂ ਅਤੇ ਮੇਰੀ ਖਾਲਾ। ਉਹਨੇ ਨਾ ਪੀਤਾ, ਤੂੰ ਵੀ ਪੀ ਲੈ। ਕਹਿੰਦਾ ਮੈਂ ਪੀ ਲਿੱਤਾ ਸੀ ਤੁਹਾਡੇ ਪਹਿਲੇ ਤੋਂ, ਤੁਸੀਂ ਪੀਓ ਜਿੰਨਾ ਪੀਣਾ ਹੈ। ਅਸੀਂ ਘਰ ਆਏ, ਸਾਡੀ ਰਿਪੋਰਟ ਲਾ ਦਿੱਤੀ, ਸਾਨੂੰ ਬੜੀ ਮਾਰ ਪਈ। ਫਿਰ ਮੇਰੀ ਨਾਨੀ ਨੇ ਸਾਨੂੰ ਬੜਾ ਮਾਰਿਆ ਕਿ ਤੁਸੀਂ ਐਡੀ ਗੱਲ ਸੁਣੀ, ਤੁਹਾਨੂੰ ਪਤਾ ਨਹੀਂ ਅੱਲਾ ਤੁਹਾਨੂੰ ਦੇਖ ਰਿਹਾ, ਐਨੇ ਤੁਹਾਨੂੰ ਪਾਣੀ ਪਿਲਾਇਆ ਅਤੇ ਤੁਸੀਂ ਮੰਨ ਗਏ ਹੋ, ਇਹ ਤੁਹਾਨੂੰ ਕਹੇਗਾ ਪੁੱਠੇ ਰਸਤੇ ਜਾਓ, ਤੁਸੀਂ ਚੱਲੇਗਾ ਨਾ। ਫਿਰ ਉਸ ਤੋਂ ਬਾਅਦ ਕਦੇ ਕੋਈ ਸ਼ਰਾਰਤ ਨਹੀਂ ਕੀਤੀ, ਅਕਲ ਆ ਗਈ ਫਿਰ ਕਿ ਅੱਲਾ ਸਾਨੂੰ ਦੇਖ ਰਿਹਾ ਸੀ, ਕੋਈ ਐਸਾ ਵੈਸਾ ਕੰਮ ਨਹੀਂ ਕਰਨਾ ਜੀ। ਤੇ ਮਾਰਾ ਜਿਹੜੀ ਜਗ੍ਹਾ ਮੇਰੀ ਕਹਾਣੀ ਜੀ, ਉੱਥੇ ਮਕਾਨ ਕਿਸ ਤਰ੍ਹਾਂ ਦੇ ਸੀਗੇ? ਇਹ ਮਾਸ਼ਾਅੱਲਾ ਮਕਾਨ ਬੜੇ ਅੱਛੇ ਪੱਕੇ ਮਕਾਨ, ਮਤਲਬ ਜਿਹੜੇ ਆਪਣੇ ਬੰਦੇ ਸਨ ਨਾ, ਜਿਹੜੇ ਆਏ ਉੱਥੇ ਬਿਜ਼ਨਸ ਵਾਲੇ ਅਤੇ ਜਿਹੜੇ ਸੈਟਲ ਹੋਏ, ਉਹਨਾਂ ਦੇ ਮਕਾਨ ਪੱਕੇ ਨੇ। ਮਤਲਬ ਵੇਰੇਨ ਹੈਗੇ ਲੱਗੇ ਨੇ, ਟੋਇਲਟਾਂ ਲੱਗੀਆਂ ਹੋਈਆਂ, ਸ਼ਾਵਰ ਲੱਗੇ ਹੋਏ ਨੇ, ਬਹੁਤ ਅੱਛੇ ਮਕਾਨ, AC ਵਗੈਰਾ, ਫੈਨ ਲੱਗੇ ਹੋਏ ਨੇ। ਅਤੇ ਜਿਹੜੇ ਦੂਸਰੇ ਹੈਗੇ ਨੇ ਅਰਬ ਜਾਂ ਜਿਹੜੇ ਕਾਲੇ, ਉਹਨਾਂ ਦੇ ਮਿੱਟੀ ਦੇ ਮਕਾਨ। ਅਤੇ ਇੱਕ ਉਹਨਾਂ ਦੀ ਜਿਹੜੀ ਛੱਤ ਹੈ ਨਾ, ਸਾਡੀ ਛੱਤ ਪੱਤਰਿਆਂ ਦੀ ਸੀ, ਅਤੇ ਇਹ ਜਿਹੜੇ ਦੂਸਰੇ ਦ ਚੀਪੈਸਟ ਥਿੰਗ ਕੋਕੋਨਟ ਟਰੀ ਦਾ ਨਾ ਦਰਖਤ, ਉਹਨਾਂ ਦੇ ਪੱਤੇ ਆਦੇ ਨੇ ਲੰਬੇ ਲੰਬੇ, ਉਹਦਾ ਨਾਮ ਹੈ ਮਕੂਟੀ, ਆਟੋਨੋ ਸਾਈਜ਼ ਸਲਾਰ ਹੈ, ਉਹਨਾਂ ਦੀ ਛੱਤ ਪੈਂਦੀ ਸੀ। ਅਤੇ ਵਿਚਾਰੇ ਹਰ 3 ਸਾਲ ਬਾਅਦ ਜਦੋਂ ਬਾਰਿਸ਼ਾਂ ਆਉਣ, ਉਹਨਾਂ ਨੂੰ ਚੇਂਜ ਕਰਨਾ ਪੈਂਦਾ ਸੀ। ਅਤੇ ਸਿਰਫ ਜਿਹੜੇ ਅਫੋਰਡ ਕਰ ਸਕਦੇ ਨੇ ਉਹ ਪੱਤਰੇ ਪਾ ਸਕਦੇ ਸਨ, ਪਰ ਕਈਆਂ ਦੇ ਘਰ 'ਚ ਪਾਣੀ ਵੀ ਨਹੀਂ ਸੀ, ਉਹਨਾਂ ਨੂੰ ਜਾਣਾ ਪੈਂਦਾ ਸੀ ਪਾਣੀ ਲੈਣ ਵਾਸਤੇ। ਸੇਮ ਨਹੀਂ ਸੀ, ਕਿਉਂਕਿ ਅਸੀਂ ਤਾਂ ਅਲਹਮਦੁਲਿਲਾ ਸਾਡੇ ਬਿਜ਼ਨਸ ਵਗੈਰਾ ਸੀ, ਸੋ ਇਟ ਵਾਜ਼ ਫਾਈਨ। ਤੁਹਾਡੇ ਘਰਾਂ 'ਚ ਕੋਈ ਕੰਮ ਕਰਦੇ ਸੀ? ਦਾਦੀ ਮੇਰੀ ਨਹੀਂ, ਕੋਈ ਜਾਂ ਕੋਈ ਦਾਦੀ ਨਹੀਂ, ਉਹ ਆਰਡਰ ਹੀ ਦੇ ਦਿੰਦੇ ਸਨ, ਨੌਕਰ ਸਨ। ਅੱਛਾ, ਉੱਥੇ ਨਾ ਨੌਕਰ ਮਾਸ਼ਾਅੱਲਾ ਹੁੰਦੇ ਸਨ, ਬੁੱਢੀਆਂ ਹੁੰਦੀਆਂ ਸਨ ਜਿਹੜਾ ਘਰ ਦਾ ਅੰਦਰ ਕਰਦੇ ਸਨ, ਬਿਸਤਰੇ ਚੇਂਜ ਕਰ ਵਗੈਰਾ। ਫਿਰ ਆਦਮੀ ਹੁੰਦੇ ਸਨ ਨੌਕਰ, ਜਿਹੜੇ ਬਾਹਰ ਵਿਹੜੇ 'ਚ ਸਫਾਈ ਕਰ, ਅੱਗੂ ਘਾਹ ਕੱਟ ਸਫਾਈ ਕਰ। ਅਤੇ ਉਹਨਾਂ ਨੇ ਅੰਗੀਠੀਆਂ, ਉਹ ਟਾਈਮ ਗੈਸ ਨਹੀਂ ਸੀ, ਦੇ ਯੂਜ਼ ਟੂ ਯੂਜ਼ ਕੋਲੇ, ਆਈ ਰਿਮੈਂਬਰ। ਅਤੇ ਕਦੇ ਜਦੋਂ ਠੰਡੀਆਂ ਹੁੰਦੀਆਂ ਸਨ ਅਤੇ ਲੱਕੜ ਬਾਲਦੇ ਸਨ ਗਰਮ ਪਾਣੀ ਵਾਸਤੇ। ਅਤੇ ਸੁਬਾਹ ਫਿਰ ਅੰਗੀਠੀ ਨੌਕਰਾਨੀ ਨੇ ਬਾਲਣੀ, ਅਤੇ ਮੇਰੀ ਨਾਨੀ ਨੇ ਬੈਠ ਕੇ ਨਾਸ਼ਤਾ ਬਣਾਉਣਾ, ਅਤੇ ਨੌਕਰਾਨੀ ਨੇ ਗੰਡੇ ਗੁੰਡੇ ਤਿਆਰ ਕਰ ਦੇਣੇ, ਸਾਰਾ ਕੁਛ ਮਾਮਾ ਤਿਆਰ ਹੈ, ਅਤੇ ਮੇਰੀ ਨਾਨੀ ਨੇ ਸਿਰਫ ਜਾ ਕੇ ਬੈਠ ਕੇ ਉੱਥੇ ਤੜਕਾ ਤੁਰਕਾ ਲਾਣਾ ਅਤੇ ਉਹ ਕਰਨਾ। ਅਤੇ ਫਿਰ ਨਾਸ਼ਤਾ ਮੇਜ਼ 'ਤੇ ਰੱਖੋ, ਖਾ ਪੀ ਕੇ ਅਤੇ ਨੌਕਰਾਨੀਆਂ ਭਾਂਡੇ ਚੁੱਕਦੇ ਹੁੰਦੇ ਸਨ ਜੀ। ਅਤੇ ਮਾਸ਼ਾਅੱਲਾ ਕਾਫੀ ਅੱਛੇ ਨੌਕਰ ਸਨ, ਇੱਜ਼ਤ ਵਾਲੇ, ਕਦੇ ਉਹਨਾਂ ਨੂੰ ਨਹੀਂ ਸੀ ਸਮਝਿਆ। ਕਈ ਸਨ ਕਿ ਟਰੀਟ ਕਰਦੇ ਹੁੰਦੇ ਸਨ ਵੈਰੀ ਬੈਡ ਨੌਕਰ ਨੂੰ, ਉਹ ਚੱਲ ਰਿਹਾ ਸੀ ਹਾਲੀ ਤੱਕ। ਉਹਨਾਂ ਦੇ ਕੱਪ ਵੱਖਰੇ ਰੱਖਣੇ, ਆਉਣਗੇ ਜੁੱਤੀ ਬਾਹਰ ਲਾ, ਨੌਕਰ ਨੂੰ ਅਲਾਉਡ ਨਹੀਂ ਹੈ ਸੋਫੇ ਉੱਤੇ ਬੈਠਣਾ ਜਾਂ ਮੰਜੀ ਦੇ ਉੱਤੇ ਬੈਠਣਾ, ਬਿਕੋਜ਼ ਇਜ਼ ਅ ਨੌਕਰ, ਨੀਚੇ ਬੈਠ ਨਾ। ਪਰ ਆਈ ਥਿੰਕ ਸਾਡੇ ਘਰ ਵਿੱਚ ਨਹੀਂ ਸੀ ਇਸ ਤਰ੍ਹਾਂ, ਕਿਉਂਕਿ ਮੇਰਾ ਨਾਨਾ ਆਪ ਫਾਰਮਿੰਗ ਵਗੈਰਾ ਕਰਦਾ ਸੀ, ਅਤੇ ਉਹ ਮਿਲਦਾ ਸੀ ਬੰਦਿਆਂ ਨੂੰ, ਉਹਨਾਂ ਦੀ ਉੱਠ ਬੈਠ ਸੀ ਕਾਲਿਆਂ ਨਾਲ, ਵੱਡਿਆਂ ਦੇ ਨਾਲ,
ਪੁਲਿਸਾਂ ਦੇ ਨਾਲ, ਤੇ ਉਹ ਟਰੀਟ ਐਸਾ ਨਹੀਂ ਸੀ ਕਰਦੇ, ਦੇ ਇਕੁਅਲੀ ਟਰੀਟ ਸੀ ਸਾਡੇ ਘਰ ਵਿੱਚ। ਪਰ ਇਹ ਕਿ ਸਾਡਾ ਖਾਣਾ ਵੱਖਰਾ ਬਣਦਾ ਦਾ ਸੀ, ਉਹਨਾਂ ਦਾ ਖਾਣਾ ਵੱਖਰਾ ਬਣਦਾ ਦਾ ਸੀ। ਖਾਣ ਦੇ ਟਾਈਮ ਉਹਨਾਂ ਨੇ ਆਪਣਾ ਬਣਾ ਕੇ ਖਾ ਕੇ ਉਹਨਾਂ ਨੂੰ ਘੰਟਾ 2 ਮਿਲਦਾ ਦਾ ਸੀ, ਐਂਡ ਦੈਨ ਦੇ ਕਮ ਬੈਕ ਟੂ ਵਰਕ। ਮਾਸ਼ਾਅੱਲਾ ਡਿਸ਼ਿਸ ਡਿਫਰੈਂਟ ਸੀਗੀਆਂ ਜਿਸ ਤਰ੍ਹਾਂ Dishes? ਡਿਫਰੈਂਟ। ਸਾਡੇ ਤੇ ਹੁਣ ਮਾਸ਼ਾਅੱਲਾ ਹਾਂਡੀ ਮੇਰੀ ਨਾਨੀ ਬਣਾਉਂਦੀ ਹੁੰਦੀ ਸੀ, ਰੋਟੀਆਂ ਤੇ ਜ਼ਿਆਦਾ ਉੱਥੇ ਯੂਜ਼ ਕਰਦੇ ਉਹਦੇ ਸਾਂ ਕੋਕੋਨਟ। ਤੇ ਜੇ ਰੋਟੀ ਸਾਲਨ ਬਣੀ ਤੇ ਨਾਲ ਕੋਕੋਨਟ ਦੇ ਚੌਲ ਹੋਣਗੇ, ਜਾਂ ਮੱਛੀ ਤਲਣਗੇ ਉਹਦੇ 'ਚ ਕੋਕੋਨਟ ਪਾਉਣਗੇ। ਤੇ ਸੁਬਹ ਬ੍ਰੈਕਫਾਸਟ ਵਿੱਚ ਹੁੰਦਾ ਸੀ ਮਹੰਬਰੀ, ਉਹਦੇ 'ਚ ਹੀ ਕੋਕੋਨਟ। ਫਿਰ ਇੱਕ ਹੈਗੀ ਬਲੈਕ ਆਈ ਬੀਨਸ, ਬਾਜ਼ੀ ਉਹਨੂੰ ਕਹਿੰਦੇ ਨੇ, ਉਹ ਵੀ ਕੋਕੋਨਟ ਵਿੱਚ ਪੱਕਦਾ ਹੈ ਜੀ। ਐਸਾਂ ਦੀਆਂ ਚੀਜ਼ਾਂ। ਫਿਰ ਮਹਰਾਗ ਕਿਡਨੀ ਬੀਨਸ, ਉਹ ਵੀ ਕਾਫੀ ਬਣਦੇ ਉਹਦੇ ਸਨ ਸਾਡੇ, ਉਹ ਵੀ ਕੋਕੋਨਟ ਵਿੱਚ ਬਣਦਾ ਸੀ। ਤੇ ਮੋਸਟਲੀ ਕੋਕੋਨਟ ਕਾਫੀ ਯੂਜ਼ ਹੁੰਦਾ ਸੀ ਉੱਥੇ। ਤੇ ਘਿਓ ਸਾਡੇ ਫਾਰਮ ਦਾ ਹੁੰਦਾ ਸੀ। ਕਦੇ ਮੇਰੀ ਨਾਨੀ ਨੇ ਘੀ ਨਹੀਂ ਸੀ ਬਾਈ ਕੀਤਾ, ਸਾਡੀ ਫਾਰਮ ਤੋਂ ਘੀ ਆਉਂਦਾ ਸੀ, ਕਿਉਂਕਿ ਉਹ ਸਪਲਾਈਜ਼ ਕਰਦੇ ਸਨ, ਵੇਚਦੇ ਸਨ। ਸੁਬਹ ਸਾਡੀ ਲੋੜੀ ਆਉਂਦੀ ਸੀ ਦੁੱਧ ਲੈ ਕੇ, ਉਹ ਫਾਰਮ 'ਤੇ ਦੁੱਧ ਵੇਚਦੇ ਸਨ। ਤੇ ਸਾਡੇ ਘਰ ਮਾਸ਼ਾਅੱਲਾ ਫਰੈਸ਼ ਦੁੱਧ ਆਣਾ। ਤੇ ਅਸੀਂ ਸੁਬਹ ਲੜਾਈ ਕਰਦੇ ਸਾਂ ਮਲਾਈ ਵਾਸਤੇ। ਦੁੱਧ ਦੇ ਉੱਤੇ ਨਾ ਮਲਾਈ ਨਿਕਲਦੀ ਉਹਦੀ, ਇੰਨੀ ਮੋਟੀ ਮੋਟੀ ਮਲਾਈ। ਤੇ ਅਸੀਂ ਸੁਬਹ ਉੱਠ ਕੇ ਲੜਨਾ, ਮੈਂ ਅੱਜ ਖਾ ਰਹੀ ਹਾਂ ਮਲਾਈ, ਮੈਂ ਖਾ ਰਹੀ ਹਾਂ ਮਲਾਈ। ਤੇ ਸਾਡੇ ਘਰ ਕਾਫੀ ਵੱਡਾ ਦੁੱਧ ਵਗੈਰਾ, ਉਹ ਸ਼ਾਰਟੇਜ ਖਾਣ ਪੀਣ ਦੀ ਮਾਸ਼ਾਅੱਲਾ ਕੋਈ ਸ਼ਾਰਟੇਜ ਨਹੀਂ ਸੀ। ਹਰ ਇੱਕ ਚੀਜ਼ ਫਰੂਟ ਫਾਰਮ ਤੋਂ ਆਤਾ ਸੀ, ਦੁੱਧ ਵਗੈਰਾ ਖੁੱਲ੍ਹਾ ਸਾਡੇ ਘਰ, ਸੋ ਅਲਹਮਦੁਲਿਲਾ। ਕਈ ਹੈ ਸਨ ਵਿਚਾਰੇ ਅਫੋਰਡ ਨਹੀਂ ਸੀ ਕਰ ਸਕਦੇ, ਸਾਰੇ ਸੇਮ ਨਹੀਂ ਸੀ ਵਿਚਾਰੇ। ਕਈ ਸਨ ਵੀ ਸਾਨੂੰ ਪਤਾ ਜਿਨ੍ਹਾਂ ਦੇ ਘਰ ਲਾਈਟ ਨਹੀਂ ਸੀ, ਦੇ ਕੁਡ ਅਫੋਰਡ ਕੈਂਡਲ ਯੂਜ਼ ਕਰਦੇ ਹੁੰਦੇ ਸਨ। ਤੇਲ ਪਾ ਕੇ ਨਾ ਉਹ ਯੂਜ਼ ਕਰਦੇ ਹੁੰਦੇ ਸੀ, ਤੇਲ ਦੀਆਂ ਬੱਤੀਆਂ। ਐਂਡ ਆਈ ਰਿਮੈਂਬਰ ਸਾਡੇ ਫਾਰਮ ਵਿੱਚ ਵੀ ਅਸੀਂ ਤੇਲ ਦੀਆਂ ਬੱਤੀਆਂ ਯੂਜ਼ ਕਰਦੇ ਸਾਂ, ਉੱਥੇ ਇਲੈਕਟ੍ਰਿਕ ਨਹੀਂ ਸੀ ਜੀ। ਤੇ ਫਾਰਮ ਦੇ ਵਿੱਚ ਫੋਨ ਇੱਕੋ ਹੀ ਸੀ ਲੱਗਿਆ ਹੈ ਕਿ ਜਿਹਨੇ ਫੋਨ ਕਰਨਾ ਉਹ ਯੂਜ਼ ਕਰੋ ਪੈਸੇ ਪਾ ਕੇ, ਉਹ ਟਾਈਮ ਹੀ ਅਸੀਂ ਦੇਖਿਆ ਹੈ। ਤੇ ਖਤ ਲਿਖਣ ਦਾ ਸੀ, ਮੈਸੇਜ ਕਿਸੇ ਨੇ ਨੈਰੋਬੀ ਜਾਣਾ ਹੋਵੇ ਤੇ ਖਤ ਲਿਖ ਕੇ ਪੋਸਟ ਕਰੋ, ਉਹ ਫਿਰ 3-4 ਬਾਅਦ ਉਹਨਾਂ ਨੂੰ ਖਤ ਮਿਲੇਗਾ, ਇਸ ਤਰ੍ਹਾਂ ਸੀ। ਤੇ ਤੁਹਾਡੇ ਨਾਨੀ ਦੇ ਘਰ ਕੌਣ ਕੌਣ ਰਹਿੰਦਾ ਸੀ? ਮੇਰੀ ਨਾਨੀ ਦੇ ਘਰ ਮੇਰਾ ਵੱਡਾ ਮਾਮਾ ਸੀ ਨਾ, ਉਹ ਡਿਸੇਬਲ ਸੀ, ਤੇ ਉਹ ਫਾਰਮ ਦੇ ਸ਼ੌਪ ਦੇ ਵਿੱਚ ਹੁੰਦੇ ਸਨ। ਤੇ ਉਹਨਾਂ ਕੋਲ ਹੀ ਨੌਕਰ ਸੀ, ਤੇ ਇੱਕ ਹੈਲਪਰ ਸ਼ੌਪ ਦੇ ਵਿੱਚ ਸੀ, ਤੇ ਇੱਕ ਪਕਾਉਣ ਵਾਲੀ ਸੀ, ਤੇ ਕਾਲੇ ਸਨ ਫਾਰਮਿੰਗ ਵਗੈਰਾ ਧਿਆਨ ਰੱਖਦੇ ਸਨ। ਫਿਰ ਮਰੀਆ ਕਾਨੀ ਦੇ ਵਿੱਚ ਮੇਰੇ 4 ਮਾਮੂ ਹੁੰਦੇ ਸਨ ਉੱਥੇ, ਕਿ 3 ਮਾਮੂ ਉੱਥੇ ਹੁੰਦੇ ਸਨ ਜੀ, 3 ਮਾਮੂ ਹੁੰਦੇ ਸਨ। ਤੇ ਮੇਰੀ ਖਾਲਾ 2 ਖਾਲਾਂ ਹੁੰਦੀਆਂ ਸਨ, ਤੇ ਮੇਰੀ ਮਮ। ਤੇ ਫਿਰ ਆਸਤੇ ਆਸਤੇ ਮੇਰੀ ਖਾਲਾ ਦਾ ਵਿਆਹ ਹੋ ਗਿਆ ਉੱਥੇ, ਪਰ ਮੇਰੀ ਖਾਲਾ ਦਾ ਵਿਆਹ ਹੋਇਆ ਮੇਰੇ ਦਾਦਕੇ। ਮੇਰੀ ਮਾਂ ਦਾ ਵੀ ਵਿਆਹ ਹੋਇਆ ਮੇਰੇ ਦਾਦਕੇ, ਬਿਕੋਜ਼ ਮੇਰੀ ਦਾਦੀ ਸੀ ਤੇ ਮੇਰੀ ਨਾਨੀ ਸੀ, ਦੋਨੋਂ ਭੈਣਾਂ ਸਨ। ਤੇ ਉਹਨਾਂ ਦਾ ਹੀ ਮਾਸ਼ਾਅੱਲਾ ਮਕਾਨ ਇੱਕ ਐਂਡ ਇੱਕ ਦਾ ਸੀ ਤੇ ਇੱਕ ਐਂਡ 'ਤੇ ਸੀ। ਇਟ ਵਾਜ਼ ਸੋ ਨਾਈਸ। ਤੇ ਮੈਨੂੰ ਯਾਦ ਹੈ ਮੇਰੀ ਪੜਦਾਦੀ ਹੁੱਕਾ ਪੀਂਦੀ ਹੁੰਦੀ ਸੀ, ਤੇ ਸੁਬਹ ਅਸੀਂ ਜਾਣਾ ਨਾ, ਦਾਦੋ ਦਾਦੋ, ਤੇ ਉਹਨੇ ਬੇਬੇ ਬੇਬੇ ਬੇਬੇ, ਤੇ ਬੇਬੇ ਬੈਠੇਗੀ ਹੁੱਕਾ, ਦੋਨੋਂ ਪੜਦਾਦਾ ਤੇ ਪੜਦਾਦੀ ਦੋਨਾਂ ਨੇ ਹੁੱਕਾ ਪੀਣਾ ਹੈ ਨਾ, ਤੇ ਗਾਲਾਂ ਬੜੀਆਂ ਕੱਢਦੇ ਹੁੰਦੇ ਸਨ। ਓ ਮਾਈ ਗॉड, ਨੌਕਰਾਂ ਨੂੰ ਇੰਨੀਆਂ ਗਾਲਾਂ ਕੱਢਦੇ ਹੁੰਦੇ ਸਨ, ਉਹਨਾਂ ਦੇ ਘਰ ਕੋਈ ਨੌਕਰ ਟਿਕਦਾ ਹੀ ਨਹੀਂ ਸੀ। ਬਹੁਤ ਤੇਜ਼ ਪੁੱਟੀ ਸੀ ਉਹ ਮਾਸ਼ਾਅੱਲਾ, ਅੱਲਾ ਜੰਨਤ ਨਸੀਬ ਕਰੇ ਉਹਨਾਂ ਨੇ। ਸੋ ਇਟ ਵਾਜ਼ ਅਮੇਜ਼ਿੰਗ, ਕਿਉਂਕਿ ਇਹੀ ਨਾ ਕਿ ਸੇਮ ਨਹੀਂ ਸਨ ਸਾਰੇ, ਕਈ ਵਿਚਾਰੇ ਹੈਗੇ ਸਨ ਪੂਅਰ, ਤੇ ਜਿਹੜੇ ਬਿਜ਼ਨਸ ਵਾਲੇ ਫਾਈਨ ਸੀ, ਤੇ ਉੱਥੇ ਅਲਹਮਦੁਲਿਲਾ ਸੁਬਹ ਜੇ ਕਿਸੇ ਨੇ ਤੁਸੀਂ ਨਾਸ਼ਤਾ ਨਹੀਂ ਫੀਲ ਕਰਦੇ, ਪੈਸੇ ਦੇ ਕੇ ਬਾਹਰੋਂ ਮੰਗਾ ਲਿਓ ਖਾਣਾ, ਲੋਕੀ ਘਰ ਘਰ ਵੇਚਦੇ ਹੁੰਦੇ ਸਨ। ਸੁਬਹ ਨਾਸ਼ਤੇ ਦੇ ਟਾਈਮ ਮਹੰਬਰੀ ਬਾਜ਼ੀ ਵੇਚਦੇ ਸਨ, ਕਟੁੰਬੂਏ ਉਹਦੇ ਬੰਨੇ ਹੁੰਦੇ ਨੇ ਚਾਵਲ ਦੇ। ਤੇ ਫਿਰ 4 ਵਜੇ ਹਰ ਰੋਜ਼ ਦਾਲ ਦੇ ਪਕੌੜੇ ਤੇ ਭਜੀਆ, ਕਾਫੀ ਚੀਜ਼ਾਂ ਵਿਕਦੀਆਂ ਹੁੰਦੀਆਂ ਸਨ। ਤੇ ਅਸੀਂ, ਮੈਨੂੰ ਯਾਦ ਹੈ, ਵੀ ਯੂਜ਼ ਟੂ ਟੇਕ ਲਾਈਕ ਅ ਪੈਨੀ, 1 ਸ਼ਿਲਿੰਗ ਵਿਲ ਬੀ ਅ ਪੀ ਹੀਅਰ। ਸਾਨੂੰ 1 ਸ਼ਿਲਿੰਗ ਮਿਲਦਾ ਸੀ, ਸਾਨੂੰ ਬਹੁਤ ਵੱਡੀ ਚੀਜ਼ ਮਿਲਣੀ। ਅਸੀਂ ਜਾ ਕੇ ਬਾਹਰੋਂ ਪਕੌੜੇ ਖਾਣੇ ਤੇ ਚੀਜ਼ਾਂ ਖਾਣੀਆਂ ਉੱਥੇ।
ਤੇ ਚਾਈਲਡਹੁੱਡ ਵਾਸ ਵੈਰੀ ਵੈਰੀ ਨਾਈਸ। ਤੇ ਕਦੇ ਕਦੇ ਵੀਕਐਂਡ ਹੁੰਦਾ ਸੀ ਸਾਨੂੰ ਬੰਬਾਸੇ ਲੈ ਕੇ ਜਾਂਦੇ ਹੁੰਦੇ ਸਨ। ਬੰਬੂਰੀ ਇਜ਼ ਬੀਚ ਸਾਈਡ, ਉੱਥੇ ਅਸੀਂ ਸਵੀਮਿੰਗ ਕਰਦੇ ਹੁੰਦੇ ਸਾਂ। ਕੌਣ ਜਾਂਦਾ ਸੀ ਉੱਥੇ? ਸਾਡਾ ਨਾਨਾ ਲੈ ਕੇ ਜਾਂਦਾ ਹੁੰਦਾ ਸੀ। ਤੇ ਮੇਰੇ ਨਾਨੇ ਕੋਲ ਨਾ ਉਹਦੀ ਸੀ ਵੌਕਸਵੈਗਨ, ਪਰ ਇਜ਼ ਲਾਈਕ ਅ ਕੰਬੀ ਵੌਕਸਵੈਗਨ, ਤੇ 7 ਸੀਟਰ ਅੱਗੇ ਤੇ ਪਿੱਛੇ ਉਹਨਾਂ ਦੀ ਖੁੱਲੀ ਹੁੰਦੀ ਸੀ ਜਗ੍ਹਾ। ਤੇ ਮੇਰੀ ਨਾਨੀ ਨੇ ਪਕੂ ਕੇ ਮੈਨੂੰ, ਮੇਰੀ ਖਾਲਾ ਨੂੰ, ਨੌਕਰਾਨੀ ਨੂੰ, ਸਾਨੂੰ ਉਹਨਾਂ ਨੇ ਲੈ ਕੇ ਜਾਣਾ। ਤੇ ਅਸੀਂ ਉੱਥੇ ਮਾਸ਼ਾਅੱਲਾ ਬੀਚ 'ਤੇ ਸਵੀਮਿੰਗ ਵਗੈਰਾ ਕਰਨੇ। ਤੇ ਮੇਰਾ ਨਾਨਾ ਬੜਾ ਫਿਰਨ ਵਾਲਾ ਬੰਦਾ ਸੀ। ਫਿਰ ਅਸੀਂ ਨਹਾ ਧੋ ਕੇ ਉੱਥੇ ਉਹਨਾਂ ਨੇ, ਨੌਕਰਾਨੀ ਨੇ ਸਾਨੂੰ ਨਹਾ ਧਵਾ ਕੇ ਕੰਘੀਆਂ ਕੁੰਘੀਆਂ ਕਰਕੇ ਅਸੀਂ ਫਿਰ ਲਾਈਟ ਹਾਊਸ ਜਾਣਾ, ਥੋੜ੍ਹੀ ਦੇਰ ਉੱਥੇ ਬੈਠਣਾ। ਫਿਰ ਅਸੀਂ ਬੇਲੇਵਿਊ ਸਿਨੇਮਾ ਜਾਣਾ, ਹੈ ਨਾ, ਉੱਥੇ ਅਸੀਂ ਫਿਲਮ ਦੇਖਣੀ। ਫਿਰ ਕਦੇ ਕਦੇ ਆਈ ਰਿਮੈਂਬਰ ਅਸੀਂ ਘਰ ਪਹੁੰਚਦੇ ਬਿਕੋਜ਼ ਫਰਮ ਬੰਬਾਸਾ ਟੂ ਮਰੇਕਾਨੀ 32 ਕਿਲੋਮੀਟਰਸ ਹੁੰਦਾ ਸੀ। ਰਾਤੀ ਵੱਜਦਾ ਸੀ 10 11 ਵੱਜ ਜਾਂਦੇ, ਅਸੀਂ ਸੁੱਤੀਆਂ ਹੁੰਦੀਆਂ ਸਨ। ਨੌਕਰਾਨੀ ਨੇ ਉਠਾ ਕੇ ਸਾਨੂੰ ਅੰਦਰ ਬਿਸਤਰਿਆਂ 'ਤੇ ਪਾਉਣਾ। ਸੋ ਮਾਸ਼ਾਅੱਲਾ ਇਟ ਵਾਜ਼ ਅਮੇਜ਼ਿੰਗ ਜੀ। ਤੇ ਉੱਥੇ ਕਦੇ ਕਿਸੇ ਨੇ ਨਹੀਂ ਸੀ ਸੋਚਿਆ ਕਿ ਇਹ ਕਾਲਾ ਹੈ, ਇਹ ਇੰਡੀਅਨ ਹੈ, ਇਹ ਸਿੱਖ ਹੈ। ਇਕੱਠੇ ਬਹੁਤ ਰਹੇ, ਬੜੇ ਮੁਹੱਬਤ ਪਿਆਰ ਨਾਲ ਰਹੇ। ਕਦੇ ਰਸਤੇ ਤੋਂ ਲੰਘਦੇ ਹੁੰਦੇ ਸਨ ਲੋਕ, ਜਿਹੜੇ ਸਾਡਾ ਘਰ ਸੀ ਨਾ ਉਹੂਰੂ ਹਾਈਵੇ ਨਾ ਉਹਦੇ ਕੋਲ ਸੀ। ਸੋ ਲੋਕ ਜਾਂਦੇ ਹੁੰਦੇ ਸਨ ਫਰਮ ਬੰਬਾਸਾ ਟੂ ਨੈਰੋਬੀ, ਛੋਟੀਆਂ ਗੱਡੀਆਂ, ਉਹ ਸਟਾਪ ਹੁੰਦੇ ਸਨ, ਸਾਡੇ ਘਰ ਆਉਣਗੇ ਸਲਾਮ ਦੁਆ ਲੈਣ ਵਾਸਤੇ। ਖਾਣੇ ਦਾ ਟਾਈਮ ਹੋਏਗਾ ਰੋਟੀ ਖਾਣਗੇ, ਚਾਹ ਦਾ ਟਾਈਮ ਹੋਏਗਾ ਚਾਹ ਪੀਣਗੇ। ਰਿਸ਼ਤੇਦਾਰ ਨਹੀਂ, ਜਸਟ ਫਰੈਂਡਸ, ਮੇਰੇ ਨਾਨੇ ਦੇ ਫਰੈਂਡਸ। ਉਸ ਤਰ੍ਹਾਂ ਮਾਸ਼ਾਅੱਲਾ ਚੱਲਦਾ ਰਿਹਾ। ਫਿਰ ਜਦੋਂ ਮੇਰੇ ਮਾਮੂ ਵੀ ਜਵਾਨ ਹੋ ਗਏ, ਉਹਨਾਂ ਦੇ ਵੀ ਯਾਰ ਦੋਸਤ ਕਾਫੀ ਆਉਣ ਜਾਣ। ਕੋਈ ਨਹੀਂ ਸੀ ਕਿ ਇਹ ਖੈਰ ਬੰਦਾ ਆ ਗਿਆ ਘਰ ਦੇ ਵਿੱਚ, ਜਾਂ ਤੁਸੀਂ ਲੁਕੋ ਜਾਂ ਕੁਛ ਨਹੀਂ। ਬਹੁਤ ਇੱਜ਼ਤ ਦੇ ਨਾਲ ਬੁਲਾਦੇ ਹੁੰਦੇ ਸਨ। ਹਰ ਇੱਕ ਭੈਣ ਭਾਈ, ਬਹਿਨ। ਇਸ ਤਰ੍ਹਾਂ ਨਹੀਂ ਸੀ ਕਦੇ ਵੀ ਕਿਸੇ ਨੇ ਕਿਸੇ ਉੱਤੇ ਨਜ਼ਰ ਨਹੀਂ ਖਰਾਬ ਹੋ ਕੇ ਦੇਖੀ। ਨੋ ਨੈਵਰ ਮਾਸ਼ਾਅੱਲਾ। ਤੇ ਸਾਰਿਆਂ ਨੇ ਕਹਿਣਾ ਕਿ ਨਵਾਬਦੀਨ ਦਾ ਦਰਵਾਜ਼ਾ ਖੁੱਲ੍ਹਾ ਹੀ ਹੁੰਦਾ ਹੈ। ਤੁਸੀਂ ਜਿੰਨੇ ਵੀ ਵਜੇ ਚਲੇ ਜਾਓ, the door is open for anyone, alhamdulillah ji. So that was a bit of my childhood. Childhood, you was 12 years old? Yeah, I was 12 years old, and then my granddad fourth ਹੋ ਗਏ। ਫਿਰ ਮੈਂ ਆਪਣੀ ਨਾਨੀ ਕੋਲ ਰਹਿੰਦੀ ਹੁੰਦੀ ਸਾਂ। ਮਸਤੀ I didn't went to school, ਕਰਦੇ ਕਦੇ ਫਾਰਮ 'ਤੇ ਜਾਣਾ, ਕਦੇ ਆਉਣਾ। ਇਸ ਤਰ੍ਹਾਂ ਕਰਦੇ ਫਿਰ ਵੱਡੇ ਮਾਮੂ ਦਾ ਵਿਆਹ ਹੋਇਆ, ਐਂਡ ਮਾਸ਼ਾਅੱਲਾ ਬਹੁਤ ਨਾਈਸ ਸੀ। ਫਿਰ ਛੋਟੇ ਮਾਮੂ ਦਾ ਵਿਆਹ ਹੋਇਆ, ਤੇ that was really amazing, ਢੋਲਕੀਆਂ ਵਗੈਰਾ ਸੀ, ਛੋਟੇ ਹੁੰਦੇ ਸਭ, about 13-14 years ਹੈ ਨਾ, but it was really really nice. ਫਿਰ ਮੇਰੀ ਵੱਡੇ ਮਾਮੂ ਦੇ ਘਰ ਬੇਟੀ ਹੋਈ, and she was about 3 years old, and then I was 16. ਤੇ ਫਿਰ ਸਾਡਾ ਰਿਸ਼ਤਾ ਆਇਆ, ਔਰ ਬਾਈ ਦੈਟ ਟਾਈਮ ਆਈ ਕੇਮ ਟੂ ਸੀ ਮਾਈ ਮਮ ਇਨ ਨੈਰੋਬੀ। ਕਿੰਨੀ ਉਮਰ ਸੀ ਉਦੋਂ? ਮੈਂ ਸੀ 15 ਸਾਲਾਂ ਦੀ ਸੀ, ਨੀਲੀ ਕਲੌਕਿੰਗ ਟੂ 16। ਤੇ ਮੈਂ ਆਪਣੀ ਮਮ ਦੇ ਘਰ ਆਈ, ਮਮ ਨੂੰ ਮਿਲਣ ਵਾਸਤੇ। ਤੇ ਉੱਥੇ ਸਾਡੇ ਨੇਬਰਸ ਰਹਿੰਦੇ ਉਹਦੇ, ਮੇਰੀ ਮਮ ਦੇ ਕੋਲ ਨੇਬਰ ਸੀ। ਮੇਰੀ ਮਮ ਰਹਿੰਦੇ ਸਨ ਉਹ ਟਾਈਮ ਜਿਹੜਾ ਨੈਰੋਬੀ ਦਾ ਕਬਰਸਤਾਨ ਹੈ ਨਾ, ਉੱਥੇ ਮਕਾਨ ਸੀ, ਉੱਥੇ ਰਹਿੰਦੀ ਹੁੰਦੀ ਸੀ। ਤੇ ਉਸ ਟਾਈਮ 'ਤੇ ਤੁਸੀਂ ਅੰਮੀ ਨਾਲ ਰਹਿ ਰਹੇ ਸੀ ਜਾਂ ਨਾਨੀ ਦੇ ਨਾਲ? ਮੇਰੀ ਨਾਨੀ ਦੇ ਨਾਲ। ਮੇਰੀ ਅੰਮੀ ਦਾ ਵਿਆਹ ਹੋ ਗਿਆ ਸੀ ਨੈਰੋਬੀ, ਤੇ ਉਹ ਚਲੇ ਗਏ ਸਨ ਨੈਰੋਬੀ। ਫਿਰ that ਟਾਈਮ ਮੇਰੀ ਮਮ ਨੇ ਆਪਣੀ ਮਰਜ਼ੀ ਨਾਲ ਵਿਆਹ ਕੀਤਾ ਸੀ। ਤੇ ਮੇਰੀ ਨਾਨੀ ਜਿਹੜੀ ਸੀ ਨਾ, ਉਹ ਕਸ਼ਮੀਰਨ ਪੱਕੀ ਸੀ। ਤੇ ਉਹਨਾਂ ਨੇ ਕਹਿਣਾ ਕਿ ਇਹਨੇ ਗਲਤ ਕਦਮ ਚੁੱਕਿਆ ਹੈ, ਤੇ ਸਾਨੂੰ ਮਿਕਸ ਨਹੀਂ ਸੀ ਹੁੰਦੇ ਦੇ, ਕਿ ਕੱਟ ਆਫ ਹੋ ਗਿਆ ਸੀ ਮੇਰੀ ਮੰਮੀ ਨਾਲ। ਕਿ ਮੈਂ ਮਿਲਦੀ ਹੁੰਦੀ ਸਾਂ ਚੋਰੀ ਕਦੇ ਮਮ ਨੂੰ, ਪਰ ਉਸ ਤਰ੍ਹਾਂ ਘਰ ਮੇਰੀ ਨਾਨੀ ਨਹੀਂ ਸੀ ਆਉਂਦੇ ਦੇ। ਮੇਰੀ ਨਾਨੀ ਬਹੁਤ ਸਖਤ ਸੀ। ਤੁਸੀਂ ਨਾਨੀ ਦਾ ਕੁਛ ਥੋੜ੍ਹਾ ਦੱਸ ਸਕਦੇ? ਮੇਰੀ ਨਾਨੀ ਬੜੇ ਅੱਛੇ ਸਨ। ਮੇਰੀ ਨਾਨੀ ਦੀ ਵੀ ਵਿਆਹ ਹੋਈ, ਉਹ ਸਾਨੂੰ ਸਟੋਰੀ ਦੱਸਦੀ ਸੀ 12 ਸਾਲਾਂ ਦੇ ਸਨ। ਮੈਨੂੰ ਦੱਸਦੇ ਹੁੰਦੇ ਸਨ ਕਿ ਉਹ 12 ਸਾਲਾਂ ਦੇ ਸਨ ਜਦੋਂ ਉਹਨਾਂ ਦਾ ਵਿਆਹ ਹੋਇਆ ਪਾਕਿਸਤਾਨ। ਤੇ ਉਹ ਆਏ ਸਨ ਜਹਾਜ਼ ਦੇ ਵਿੱਚ ਬੰਬਾਸਾ, ਤੇ ਫਿਰ ਉਹ ਮੇਰੀ ਦਾਦੀ ਦੇ ਘਰ ਰਹਿੰਦੀ ਸੀ। ਤੇ ਜਦੋਂ ਉਹ ਬਾਲਕ ਹੋਈ 3 ਸਾਲ ਬਾਅਦ, 15 ਸਾਲਾਂ ਦੀ, ਫਿਰ ਉਹਨਾਂ ਨੇ ਮੇਰੀ ਨਾਨੇ ਦੇ ਘਰ ਉਹਨੂੰ ਤੋਰਿਆ ਜੀ। ਤੇ ਮੇਰੀ ਨਾਨੀ ਬਹੁਤ ਅੱਛੀ ਲੇਡੀ ਸੀ ਮਾਸ਼ਾਅੱਲਾ।
ਤੇ ਉਹਨੇ ਵੀ ਨਾ she had a good time ਮਾਸ਼ਾਅੱਲਾ। ਆਪਣੇ ਟਾਈਮ ਮਹਿਮਾਨ ਆਣ, ਕਦੇ ਕੋਈ ਭੁੱਖਾ ਨਹੀਂ ਜਾਏਗਾ ਸਾਡੇ ਘਰ। ਉਹ ਵੀਕਐਂਡ ਮੇਰੀ ਨਾਨ ਤੰਦੂਰ ਦੀਆਂ ਰੋਟੀਆਂ ਘਰ ਬਣਾਉਂਦੇ ਸਨ। ਸਾਡੇ ਵਿਹੜੇ 'ਚ ਤੰਦੂਰ ਲੱਗਿਆ ਹੋਇਆ ਸੀ ਤੇ ਅਸੀਂ ਕਹਿਣਾ ਨਾਨੋ ਹੱਥ ਸੜ ਜਾਣਗੇ, ਨਾਨੋ ਹੱਥ ਸੜ ਜਾਣਗੇ। ਤੇ ਕਹਿੰਦੀ ਨਹੀਂ ਪੁੱਤ, ਤੇ ਉਹਨਾਂ ਨੇ ਸਾਨੂੰ ਬਣਾ ਕੇ ਦੇਣੀਆਂ ਪਾਵੇ ਐਵਰੀ ਸੈਟਰਡੇ, ਪਾਵੇ ਤੇ ਨਾਨ, ਕਾਰ ਨਾਨ ਵਿਹੜੇ ਦੇ ਵਿੱਚ ਬਣਨੀਆਂ ਰੋਟੀਆਂ। ਤੇ ਮਾਸ਼ਾਅੱਲਾ ਬਹੁਤ ਨਾਈਸ ਵਕਤ ਗੁਜ਼ਰਿਆ ਸੀ ਜੀ। ਤੇ ਮੇਰੇ ਨਾਨੇ ਦੀ ਵੀ ਕਾਫੀ ਪਹੁੰਚ ਸੀ, ਉਹਨਾਂ ਦੀ ਕਾਫੀ ਸੀ। ਮਤਲਬ ਜਿਹੜੇ ਟਾਊਨ ਵਿੱਚ ਆ ਕੇ ਰਹੇ ਉਹ ਟਾਈਮ ਨਾ ਜ਼ਮਾਨੇ ਦੇ ਵਿੱਚ ਇਨ 40s ਆਏ ਸਨ ਲੋਕ। ਕੋਈ ਰੇਲਵੇ ਸਟੇਸ਼ਨ ਬਣਾਉਣ ਆਇਆ ਸੀ, ਕੋਈ ਕੁਛ ਕਰਦਾ ਸੀ, ਪਰ ਮੇਰਾ ਨਾਨਾ ਆਇਆ ਸੀ ਐਜ਼ ਅ ਬਿਜ਼ਨਸਮੈਨ ਪਾਕਿਸਤਾਨ ਤੋਂ, ਜੇਲਮ ਤੋਂ। ਤੇ ਉੱਥੋਂ ਜੇਲਮ ਤੋਂ ਆਏ ਸਨ ਤੇ ਹੀ ਕੇਮ ਸਟ੍ਰੇਟ, ਉਹਨਾਂ ਨੇ ਬਿਜ਼ਨਸ ਆਪਣਾ ਸ਼ੁਰੂ ਕਰ ਲਿੱਤਾ। ਮੇਰਾ ਦਾਦਾ ਆਇਆ, ਉਹਨਾਂ ਨੇ ਵੀ ਬਿਜ਼ਨਸ ਸ਼ੁਰੂ ਕਰ ਲਿੱਤਾ। ਪਰ ਜਿਹੜੇ ਕਈ ਸਨ ਮੇਰੇ ਨਾਨੇ ਦੇ ਭਰਾ ਵਗੈਰਾ ਕਜ਼ਨਸ, ਉਹਨਾਂ ਨੇ ਸਾਰੇ ਰੇਲਵੇ ਕੰਮ ਕਰਦੇ ਹੁੰਦੇ ਸਨ। ਕਿਹੜੇ ਸਾਲ ਦੇ ਵਿੱਚ ਕੁਛ ਯਾਦ ਆ? ਨਹੀਂ, ਇਹ ਮੈਨੂੰ ਲੱਗਦਾ 40 ਦੇ ਵਿੱਚ ਹੋਏਗਾ, 1940, 45, 42 ਦੇ ਵਿੱਚ, ਅਰਾਊਂਡ 42 ਦੇ ਵਿੱਚ ਹੋਏਗਾ। ਕਾਂਟ ਰੀਲੀ ਰਿਮੈਂਬਰ ਜੀ। ਤੇ ਬਿਜ਼ਨਸ ਕਿਹੜਾ ਸ਼ੁਰੂ ਕੀਤਾ ਸੀ? ਮੇਰਾ ਨਾਨੇ ਨੇ ਨਾ ਬਿਜ਼ਨਸ ਸ਼ੁਰੂ ਕੀਤਾ, ਪਹਿਲਾਂ ਉਹਨਾਂ ਨੇ ਬੱਕਰੀਆਂ ਵਗੈਰਾ, ਫਿਰ ਆਸਤੇ ਆਸਤੇ ਉਹਨਾਂ ਨੇ ਵੇਅਰ ਹਾਊਸ ਪਾਈ, ਦੁਕਾਨ ਸੀ ਉਹਨਾਂ ਦੀ, 2-3 ਦੁਕਾਨਾਂ ਸਨ ਜੰਗਲ ਦੇ ਵਿੱਚ। ਫਿਰ ਉੱਥੇ ਜੰਗਲ ਦੇ ਵਿੱਚ ਉਹਨਾਂ ਨੇ ਬੈਲ ਬੱਕਰੇ ਖਰੀਦਣੇ। ਫਿਰ ਉਹਨਾਂ ਨੇ ਬੱਸਾਂ ਖੋਲ੍ਹੀਆਂ, ਉਹਨਾਂ ਦਾ ਬੱਸ ਦਾ ਨਾਮ ਸੀ ਸੋਲੇ ਬੱਸ। ਤੇ ਉਹ ਉਹਨਾਂ ਨੇ ਖੋਲ੍ਹੇ, ਬੱਸਾਂ ਖੋਲ੍ਹੀਆਂ 2, ਆਈ ਰਿਮੈਂਬਰ 2 ਬੱਸਾਂ ਸਨ। ਕਿਉਂਕਿ ਅਸੀਂ ਜਦੋਂ ਜਾਣਾ ਹੋਏ ਨਾ ਕਦੇ ਕਦੇ, ਤੇ ਅਸੀਂ ਉਹਨਾਂ ਨੂੰ ਕਹਿਣਾ ਕਿ ਅਸੀਂ ਛੋਟੀ ਗੱਡੀ 'ਚ ਨਹੀਂ ਜਾਣਾ, ਅਸੀਂ ਬੱਸ ਵਿੱਚ ਜਾਣਾ ਹੈ। ਤੇ ਅਸੀਂ ਬੱਸ ਵਿੱਚ ਜਾਣਾ ਬਹੁਤ ਵੱਡੀਆਂ ਆਈਆਂ ਮਾਰ ਕੇ, ਪਿਛਲੀ ਸਾਰੀ ਸੀਟ ਸਾਡੀ, ਜਿੱਥੇ ਸਾਡਾ ਦਿਲ ਕਰੇ ਅਸੀਂ ਡਰਾਈਵਰ ਨੂੰ ਕਹਿਣਾ ਬੱਸ ਖੜੀ ਕਰ, ਤੇ ਵਿਚਾਰਿਆਂ ਨੇ ਬੱਸ ਖੜੀ ਕਰ ਦੇਣੀ ਤੇ ਕੋਈ ਕੁਝ ਕਹਿ ਨਹੀਂ ਸਕਦਾ ਸੀ ਸਾਨੂੰ, ਅਸੀਂ ਛੋਟੇ ਹੁੰਦੇ ਸਾਂ। ਪਰ ਮਾਸ਼ਾਅੱਲਾ ਅਲਹਮਦੁਲਿਲਾ। ਫਿਰ ਅਸੀਂ ਫਾਰਮ ਦੇ ਵਿੱਚ ਹੀ ਹੁੰਦੇ ਸਾਂ, ਮਰੀਆਕਾਨੀ ਵੀ ਹੁੰਦੇ ਸਾਂ। ਸਾਡਾ ਫਾਰਮ ਸੀ ਨੀਆ ਮਲਿੰਡੀ, ਗਾਂਜ਼ੇ ਦਾ ਨਾਮ ਹੈ ਉਹਦਾ। ਤੇ ਉੱਥੇ ਮਾਸ਼ਾਅੱਲਾ ਸਿਰਫ 2 ਹੀ ਦੁਕਾਨਾਂ ਸਨ ਏਸ਼ੀਅਨਾਂ ਦੀਆਂ, ਇੱਕ ਸਾਡੀ ਦੁਕਾਨ ਸੀ ਤੇ ਇੱਕ ਸੀ ਬਡਾਲਿਆਂ ਦੀ ਦੁਕਾਨ, ਐਂਡ ਸੁੰਬਰੇ ਬਡਾਲੇ। ਫਿਰ ਉੱਥੇ ਮੇਰੇ ਨਾਨੇ ਨੇ ਮਸਜਿਦ ਬਣਾਈ, ਉਹ ਜਿਹੜੀ ਮਸਜਿਦ ਹਾਲੀ ਵੀ ਹੈ ਮਾਸ਼ਾਅੱਲਾ। ਮੈਂ ਗਈ ਸਾਂ 3 ਸਾਲ ਪਹਿਲੇ, ਇੱਥੋਂ ਕਾਫੀ ਮੈਂ ਡੋਨੇਟ ਲੈ ਕੇ ਗਈ ਸਾਂ। ਉੱਥੇ ਅਸੀਂ ਟੈਂਕੀ ਪਾਈ, ਪਾਣੀ ਦੀ ਟੈਂਕੀ। ਸੋ ਅਲਹਮਦੁਲਿਲਾ ਮਸਜਿਦ ਚੱਲ ਰਹੀ ਹੈ ਹਾਲੀ ਤੱਕ, ਲੋਕੀ ਪੜ੍ਹਦੇ ਨੇ ਉੱਤੇ ਜੀ। ਤੇ ਗ੍ਰੈਂਡਡੈਡ ਦੀਆਂ ਚੀਜ਼ਾਂ ਦੇ ਨਾਲ ਫਿਰ ਕੀ ਹੋਇਆ when he passed away? ਅੱਛਾ, ਗ੍ਰੈਂਡਡੈਡ ਮੇਰੇ ਜਿਹੜੇ ਮਾਮੇ ਸਨ ਉਹ ਜਵਾਨ ਸਨ, ਤੇ ਯੰਗ ਬॉयਜ਼, ਤੁਹਾਨੂੰ ਪਤਾ ਨਾ ਕਿ ਮੁੰਡੇ ਕਿਸ ਤਰ੍ਹਾਂ ਹੁੰਦੇ ਨੇ, ਉਹਨਾਂ ਨੇ ਚੀਜ਼ਾਂ ਦਾ ਧਿਆਨ ਨਹੀਂ ਰੱਖਿਆ। ਇਟ ਵਾਜ਼ ਸੋ ਪੇਨਫੁਲ। ਮੇਰੀ ਨਾਨੀ ਨੂੰ ਬਹੁਤ ਕਦੇ ਬੈਠਦੀ ਹੁੰਦੀ ਸੀ ਵਿਚਾਰੀ, ਉਹਨਾਂ ਨੂੰ 10 ਸਾਲ ਹੋ ਗਏ ਨੇ ਫੋਤ ਹੋਏ, ਤੇ ਉਹ ਹਮੇਸ਼ਾ ਯਾਦ ਕਰਦੇ ਹੁੰਦੇ ਸਨ ਗੱਲਾਂ ਕਿ ਤੁਹਾਡੇ ਨਾਨੇ ਨੇ ਕੀ ਕੁਛ ਨਹੀਂ ਸੀ ਕੀਤਾ। ਸੋ ਨਾਨਾ ਫੋਤ ਹੋਣ ਤੋਂ ਬਾਅਦ ਨਾ ਮੁੰਡੇ ਜਵਾਨ ਸਨ, ਦੇ ਸਕੂਲ ਦੇ ਵਿੱਚ ਸਨ, ਕੋਈ ਕਾਲਜ ਦੇ ਵਿੱਚ ਸੀ, ਉਹਨਾਂ ਨੇ ਧਿਆਨ ਨਹੀਂ ਰੱਖਿਆ ਬਿਜ਼ਨਸ ਦਾ। ਉਹ ਆਸਤੇ ਆਸਤੇ ਸਾਡਾ ਬਿਜ਼ਨਸ ਜ਼ਿਆਦਾ ਰਿਹਾ। ਐਟ ਦੀ ਐਂਡ ਬੱਸਾਂ ਵੀ ਵੇਚ ਦਿੱਤੀਆਂ, ਫਾਰਮ ਵੇਚ ਦਿੱਤਾ, ਸਾਰਾ ਕੁਝ ਖਤਮ ਹੋ ਗਿਆ। ਫਿਰ ਕਰਦੇ ਫਿਰ ਇੱਕ ਮਾਮੇ ਨੇ ਲੋਰੀ ਲੈ ਲਈ, ਉਹਦਾ ਪੁੱਤਰ ਕਰਦਾ ਰਿਹਾ, ਐਂਡ ਦੇ ਸਟਿਲ ਡੂਇੰਗ ਇਟ। ਉਹ ਨੈਰੋਬੀ ਦੇ ਵਿੱਚ ਹੈ ਉਹਨਾਂ ਦੇ ਬੱਚੇ। ਤੇ ਜਿਹੜਾ ਦੂਸਰਾ ਮਾਮਾ ਸੀ ਛੋਟਾ, ਉਹ ਸੀ ਮਰੀਆਕਾਨੀ, ਹਾਲੀ ਤੱਕ ਮਰੀਆਕਾਨੀ 'ਚ, ਤੇ ਉਹਨੇ ਇੱਕ ਦੁਕਾਨ ਪਾਈ ਹੋਈ ਹੈ, ਪਰ ਉਹ ਵੀ 3 ਮਹੀਨੇ ਹੋ ਗਏ ਨੇ ਫੋਤ ਹੋ ਗਏ ਨੇ। ਸੋ ਮਾਮੀ ਹੈ ਮੇਰੀ, ਅੰਮੀ ਹੁਣ ਉੱਥੇ ਚਲੀ ਗਈ ਹੈ ਭਰਾ ਦੇ ਘਰ। ਸੋ ਮੇਰੀ ਅੰਮੀ ਉੱਥੇ ਰਹਿੰਦੀ ਹੈ, ਉਹਦਾ ਨਾਮ ਜੀਰੋ ਹੈ। ਤੇ ਮੇਰੇ ਮਾਮੂ ਦਾ ਜਿਹੜਾ ਘਰ ਹੈ, ਦੁਕਾਨ ਹੈ, ਇਜ਼ ਬਿਨ ਨੋਨ ਐਜ਼ ਮਾਮਾ ਕਸੂਕੂ ਸ਼ੌਪ। ਤੇ ਸਾਡੇ ਜਿਹੜੇ ਵੀ ਉੱਥੇ ਲੰਘਦੇ ਨੇ ਲੋਹੜੀ ਵੇਲੇ ਆਉਂਦੇ ਨੇ ਉੱਥੇ ਸਲਾਮ ਕਰਨ ਵਾਸਤੇ। ਤੇ ਫਿਰ ਉਹ ਦਿਨ ਮੈਨੂੰ ਯਾਦ ਹੈ, ਜਲੂਸ ਦਾ ਦਿਨ ਸੀ। ਫਿਰ ਇਹਨਾਂ ਕੋਲ ਸੀ ਗੱਡੀ, ਕਹਿਣ ਕੇ ਚਲੋ ਜਲੂਸ ਦੇਖਣ ਜਾਵੇ। ਤੇ ਉਹਨਾਂ ਨੂੰ ਦੂਸਰੀ ਕੁੜੀ ਨੂੰ ਵੀ ਤਿਆਰ ਕੀਤਾ ਤੇ ਤੂੰ ਵੀ ਚੱਲ ਨਾਲ। ਮੈਂ ਕਿਹਾ ਓਕੇ। ਤੇ ਸਾਨੂੰ ਲੈ ਗਏ, ਸਾਨੂੰ ਕੀ ਪਤਾ ਕਿ ਕੀ ਤਮਾਸ਼ਾ ਹੋ ਰਿਹਾ ਹੈ, ਨਥਿੰਗ, ਕਦੇ ਸੋਚਿਆ ਹੀ ਨਹੀਂ ਸੀ ਐਸਾ ਦੀ ਗੱਲ।
ਅਸੀਂ ਜਿਹੜਾ ਉੱਥੇ ਗਏ ਜਲੂਸ 'ਤੇ ਗਏ, ਜਲੂਸ ਦੇਖਿਆ ਨੈਰੋਬੀ ਦਾ, ਵੈਰੀ ਨਾਈਸ। ਆਈਸਕ੍ਰੀਮ ਇਹਨਾਂ ਨੇ ਲੈ ਕੇ ਦਿੱਤੀ ਅਸੀਂ, ਜਲੂਸ? ਆਈਸਕ੍ਰੀਮ। ਜਲੂਸ ਕਿਹਦੇ ਵਾਸਤੇ ਸੀ? ਮਿਲਾਦਨ ਨਬੀ ਜਦੋਂ ਹੁੰਦਾ ਨਾ ਤੇ ਉੱਥੇ ਜਲੂਸ ਕੱਢਦੇ ਨੇ ਐਵਰੀ ਸਾਲ। ਮਾਸ਼ਾਅੱਲਾ ਕੀ ਹੁੰਦਾ, ਇੱਕ ਇੱਕ ਟਾਊਨ ਦੇ ਵਿੱਚ ਹੁੰਦਾ ਹੈ ਔਰ ਇੱਕ ਇੱਕ ਮਸਜਿਦ ਕੱਢਦੀ ਹੈ। ਹੁਣ ਜਿਸ ਤਰ੍ਹਾਂ ਨੈਰੋਬੀ 'ਚ ਇੰਨੀਆਂ ਮਸਜਿਦਾਂ, ਇੱਕ ਪੰਗਾਨੀ ਹੋ ਗਈ, ਇੱਕ ਇਸਲੇ ਹੋ ਗਈ, ਇੱਕ ਟਾਊਨ ਵਿੱਚ ਹੋ ਗਈ। ਸੋ ਜਿਹੜੀ ਟਾਊਨ ਦੀ ਨਾ ਉਹ ਮੈਨ ਵੱਡਾ ਹੈ, ਅਤੇ ਫਿਰ ਉਸ ਦਿਨ ਟਾਊਨ ਦਾ ਜਲੂਸ ਨਿਕਲ ਰਿਹਾ ਸੀ, ਮਿਲਾਦਨ ਨਬੀ ਕਹਿੰਦੇ ਨੇ ਉਹਨੂੰ ਨਾ। ਅਤੇ ਮਾਸ਼ਾਅੱਲਾ ਇੰਨਾ ਲੰਬਾ ਜਲੂਸ ਹੁੰਦਾ ਹੈ ਅਤੇ ਲੋਕ ਉੱਥੇ ਸਵੀਟਸ ਵੰਡਦੇ ਨੇ ਬੱਚਿਆਂ ਨੂੰ, ਪਾਣੀ ਦੀਆਂ ਬੋਤਲਾਂ ਦੇ ਦੇਣ ਬੰਦਿਆਂ ਨੂੰ, ਹੈ ਨਾ, ਅਤੇ ਇਕੱਠੇ ਹੁੰਦੇ ਨੇ। ਫਿਰ ਉੱਥੇ ਮਾਸ਼ਾਅੱਲਾ ਰੋਟੀ ਵੀ ਖਾਧੀ ਜਾਂਦੀ ਹੈ ਰਾਤੀ, ਨਿਆਜ਼ ਹੁੰਦੀ ਹੈ ਰਾਤੀ ਉੱਥੇ। ਅਤੇ ਉੱਥੇ ਫਿਰ ਅਸੀਂ ਗਏ, ਜਲੂਸ ਦੇਖਿਆ। ਕਿੰਨੀ ਉਮਰ ਸੀ ਜਦੋਂ ਸ਼ਾਦੀ ਹੋਈ? ਓ ਮਾਈ ਡੀਅਰ, ਮੈਂ ਬਹੁਤ ਛੋਟੀ ਉਮਰ ਦੀ ਸੀ, ਮੇਰੀ ਸ਼ਾਦੀ ਹੋਈ, ਮੈਂ 16 ਸਾਲਾਂ ਦੀ ਸੀ। ਰਿਸ਼ਤੇਦਾਰ ਨਾਲ? ਨਹੀਂ, ਆਊਟਸਾਈਡਰ। ਅਤੇ ਸੁਭਾਨ ਅੱਲਾ, ਅੱਜ ਕੱਲ੍ਹ ਮੇਰੇ ਗ੍ਰੈਂਡ ਬੱਚਿਆਂ ਨੂੰ ਜੇ ਮੈਂ ਆਪਣੀ ਹਿਸਟੋਰੀ ਸੁਣਾਉਂਦੀ ਹਾਂ, ਉਹ ਮੈਨੂੰ ਕਹਿੰਦੇ ਨੇ ਦਾਦੋ ਦੈਟਸ ਨੋਟ ਫੇਅਰ, ਤੂੰ ਕਿਉਂ ਸ਼ਾਦੀ ਕੀਤੀ ਹੈ, ਦੈਟਸ ਨੋਟ ਫੇਅਰ। ਇਹਨਾਂ ਵਾਸਤੇ ਮੈਂ ਕਿਹਾ ਪੁੱਤਰ, ਉਸ ਜ਼ਮਾਨੇ ਦੇ ਵਿੱਚ ਸੀ ਨਾ ਕਿ ਅਸੀਂ ਮਾਂ ਪਿਓ ਦੇ ਅੱਗੇ ਕੁਛ ਨਹੀਂ ਸੀ ਬੋਲਦੇ। ਜੋ ਸਾਡੀ ਅੰਮੀ ਕਵੇ ਜਾਂ ਅੱਬਾ ਕਹਿਣ, ਕੋਈ ਸਾਡੇ ਵੱਡੇ ਕਹਿਣ, ਅਤੇ ਅਸੀਂ ਚੁੱਪ ਕਰਕੇ ਸਿਰ ਹਿਲਾ ਲੈਣਾ। ਅਤੇ ਕਾਫੀ ਬੰਦੇ ਮਾਸ਼ਾਅੱਲਾ ਉਹਨਾਂ ਨੂੰ ਜਾਣਦੇ ਨੇ, ਕਬਰਸਤਾਨ ਵਾਲਿਆਂ ਨੂੰ। ਅਤੇ ਮੰਮਾ ਉੱਥੇ ਰਹਿੰਦੀ ਸੀ, ਉਹਨਾਂ ਦੇ ਨੇਬਰਸ ਸਨ ਉੱਥੇ, ਅਤੇ ਇਹ ਰਿਸ਼ਤਾ ਦੇਖਣਾ ਹੈ ਉਹ ਕੁੜੀ ਦਾ। ਅਤੇ ਉਹਨਾਂ ਨੇ ਕਿਹਾ ਕਿ ਤੁਸੀਂ ਦੋਨੋਂ ਕੁੜੀਆਂ ਨਾ ਹੈਲਪ ਕਰਕੇ ਨਾ ਚਾਹ ਅੰਦਰ ਲੈ ਕੇ ਜਾਓ। ਸੋ ਅਸੀਂ ਚਾਹ ਲੈ ਕੇ ਗਏ ਅਤੇ ਉੱਥੇ ਖੈਰ ਨਾਲ ਲੈ ਆਏ ਸਨ, ਅਤੇ ਨਾਲ ਇਹਨਾਂ ਦੀ ਭਾਬੀ ਸੀ ਵੱਡੀ, ਅਤੇ ਭਰਾ ਸੀ ਵੱਡਾ ਰਿਸ਼ਤਾ ਲੈਣ ਵਾਸਤੇ। ਅਤੇ ਰਿਸ਼ਤਾ ਲੈਣ ਆਏ ਅਤੇ ਉਹਨਾਂ ਨੇ ਦੇਖਿਆ ਉਹ ਕੁੜੀ, ਅਤੇ ਇਹਨਾਂ ਨੇ ਕਿਹਾ ਨਹੀਂ ਮੈਨੂੰ ਇਹ ਚਾਹੀਦੀ ਹੈ। ਅਤੇ ਉਹਨਾਂ ਨੇ ਕਿਹਾ ਤੇ ਬਹੁਤ ਛੋਟੀ ਹੈ। ਉਹ ਮਾਸ਼ਾਅੱਲਾ 18 ਸਾਲਾਂ ਦੀ ਸੀ, ਅਤੇ ਮੈਂ ਸੀ ਨੀਲੀ ਕਲੋਕਿੰਗ 16। ਅਤੇ ਉਹਨਾਂ ਨੇ ਕਿਹਾ ਨਹੀਂ ਇਹ ਤਾਂ ਬਹੁਤ ਛੋਟੀ, ਨਹੀਂ ਸਾਨੂੰ ਇਹੀ ਚਾਹੀਦੀ ਹੈ। ਅਤੇ ਮੈਨੂੰ ਕਲਿੱਕ ਨਹੀਂ ਹੋਇਆ, ਐਵੇਂ ਹੀ ਹੈ ਨਾ। ਫਿਰ ਜਦੋਂ ਘਰ ਆਏ ਅਤੇ ਮੰਮ ਨੇ ਮੈਨੂੰ ਦੱਸਿਆ ਕਿ ਇਹ ਤਾਂ ਇਹਦੇ ਵਾਸਤੇ ਆਏ ਅਤੇ ਇਹ ਕਹਿੰਦੇ ਕਿ ਤੇਰਾ ਰਿਸ਼ਤਾ ਚਾਹੀਦਾ, ਨੋ ਚਾਂਸ। ਅਤੇ ਮੇਰੀ ਅੰਮੀ ਨੇ ਫਿਰ ਮੈਸੇਜ ਭੇਜਿਆ ਮੇਰੀ ਨਾਨੀ ਨੂੰ। ਇੱਕ ਦਿਨ ਲੰਘ ਗਿਆ ਮੈਸੇਜ ਨੂੰ, ਉਹ ਸੁਬਾਹ ਮੈਸੇਜ ਉੱਥੇ ਪਹੁੰਚਿਆ। ਸੁਬਾਹ ਮੇਰੀ ਨਾਨੀ ਨੇ ਮੈਸੇਜ ਵਾਪਸ ਕੀਤਾ, ਸ਼ਾਮ ਨੂੰ ਸਾਨੂੰ ਮਿਲਿਆ, ਸ਼ਾਮ ਨੂੰ ਮੈਨੂੰ ਬੱਸ ਵਿੱਚ ਪਾਇਆ ਗਿਆ ਵਾਪਸ ਬੈਕ ਟੂ ਮਰੀਆ ਖਾਨੀ। ਇਹ ਕਦੇ ਵੀ ਗੱਲ ਨਹੀਂ ਹੋ ਸਕਦੀ, ਤੇਰੀ ਮਾਂ ਨੂੰ ਨਹੀਂ ਕਿਹਾ, ਤੂੰ ਤੇਰੀ ਉਮਰ ਦੀ ਸੰਦਾ। ਮੈਂ ਕਿਹਾ ਕਿ ਮੈਨੂੰ ਜੀਣਾ ਹੈ ਨਾ। ਫਿਰ ਇਹ ਮਰੀਆ ਖਾਨੀ ਆਏ ਰਿਸ਼ਤਾ ਲੈਣ ਵਾਸਤੇ। ਸੋ ਇਹ ਬਾਸ ਨਹੀਂ ਆਏ, 2-3 ਦਫਾ ਆਏ ਹੈ ਨਾ। ਅਤੇ ਫਿਰ ਮੇਰੀ ਨਾਨੀ ਕਹਿੰਦੀ, ਫਿਰ ਸਾਰੇ ਮੇਰੀ ਨਾਨੀ ਨੂੰ ਕਹਿਣ। ਇੱਕ ਮੇਰੀ ਨਾਨੀ ਦਾ ਭਰਾ ਬਣਿਆ ਆਇਆ ਸੀ, ਉਹ ਵੀ ਇੰਡੀਆ ਤੋਂ ਆਏ ਸਨ, ਉਹਨਾਂ ਦਾ ਵੀ ਬਿਜ਼ਨਸ ਸੀ ਉੱਥੇ। ਅਤੇ ਜਦੋਂ ਮੇਰਾ ਨਾਨਾ ਫੌਤ ਹੋ ਗਿਆ ਨਾ, ਅਤੇ ਮੇਰੀ ਨਾਨੀ ਉਹਨਾਂ ਨੂੰ ਕਾਫੀ ਐਡਵਾਈਸ ਉਹਨਾਂ ਕੋਲ ਲੈਂਦੇ ਸਨ, ਬਿਕੋਜ਼ ਉਹਨਾਂ ਨੂੰ ਵੱਡਾ ਸਮਝਾਇਆ ਸੀ। ਉਹਨਾਂ ਦੀ ਫੈਮਿਲੀ ਹੁਣ ਲੈਸਟਰ ਵਿੱਚ ਹੈ, ਅਤੇ ਮੈਂ ਉਹਨਾਂ ਨੂੰ ਮਾਮੀ ਬੁਲਾਉਂਦੀ ਹਾਂ ਹਾਲੀ ਵੀ। ਅਤੇ ਮੇਰੀ ਨਾਨੀ ਨੇ ਉਹਨਾਂ ਕੋਲ ਐਡਵਾਈਸ ਪੁੱਛੀ, ਅਤੇ ਉਹਨਾਂ ਨੇ ਕਿਹਾ ਅਸੀਂ ਦੇਖਾਂਗੇ। ਅਤੇ ਉਹਨਾਂ ਨੇ ਦੇਖਿਆ ਅਤੇ ਕਹਿੰਦੇ ਚਲੋ ਮੁੰਡਾ ਅੱਛਾ ਹੈ, ਨੌਕਰੀ ਕਰਦਾ, ਸਾਰਾ ਕੁਛ, ਜੋ ਰਿਸ਼ਤਾ ਆਇਆ ਬਿਸਮਿਲ੍ਲਾ ਕਰ ਦਿਉ। ਅਤੇ ਮੈਨੂੰ ਪੁੱਛਿਆ, ਹਾਂ ਮੈਂ ਕਿਹਾ ਮੇਰਾ ਤਾਂ ਬਚਪਨਾ ਹੈ ਹਾਲੀ, ਮੇਰਾ ਖੇਲਣ ਦਾ ਟਾਈਮ ਹੈ, ਕਿਸ ਤਰ੍ਹਾਂ ਮੈਂ ਨਾ ਕਰਾਂ। ਅਤੇ ਉਹ ਟਾਈਮ ਅਸੀਂ ਅੱਗੋਂ ਬੋਲ ਨਹੀਂ ਸੀ ਸਕਦੇ। ਵਿਆਹ ਤਾਂ ਹੋ ਗਿਆ ਬਟ ਕੋਈ ਖੁਸ਼ੀ ਨਹੀਂ ਮੈਨੂੰ। ਮੇਰੀਆਂ ਫਰੈਂਡਾਂ ਵੀ ਮੈਨੂੰ ਕਹਿਣ, ਇਹ ਸਹੇਲੀ ਦੇ ਵਿੱਚ ਇਹ ਬੰਦਾ ਵੱਡਾ ਲੱਗਦਾ ਤੇਰੇ ਕੋਲ। ਐਂਡ I was 16 and he was about 27. ਅਤੇ ਇੱਥੋਂ ਗਏ ਸਨ, he had a daughter here. ਉਹ ਸਾਨੂੰ ਬਾਅਦ ਵਿੱਚ ਪਤਾ ਲੱਗਿਆ, ਉਹਦੀ ਧੀ ਮੇਰੇ ਏਜ ਦੀ ਹੈ, bloody hell, ਇਹ ਕੀ ਹੈ, ਸੋ ਕਾਫੀ ਫਸਟ I was really upset ਕਿ ਜੋ ਕੁਛ ਮੇਰੀ ਨਾਨੀ ਨੇ ਮੇਰੇ ਨਾਲ ਕੀਤਾ it was no good, ਪਰ ਮੇਰੀ ਨਾਨੀ ਆਈ, ਮੇਰਾ ਪੁੱਤਰ ਸਬਰ ਕਰਿਆ ਕਰੋ, ਸਬਰ ਦਾ ਫਲ ਮਿੱਠਾ ਹੈ ਬੇਟਾ, ਇੱਜ਼ਤ ਦੇ ਬੱਚੇ ਹੁੰਦੇ ਨੇ, ਇੱਜ਼ਤ ਦੇ ਘਰ ਜਾਂਦੇ ਨੇ। ਅੱਛਾ, ਇੰਨੀ ਛੋਟੀ ਮੇਰੀ ਉਮਰ ਦਾ ਤੁਸੀਂ ਵਿਆਹ ਕਰ ਦਿੱਤਾ। ਮੇਰੀ ਮਾਮੀ ਵੱਡੀ ਬਹੁਤ ਅਗੇਂਸਟ ਸੀ ਕਿ ਪਲੀਜ਼ ਨਾ ਕਰੋ, ਪਰ ਉਹ ਵਿਚਾਰੀ ਬੋਲ ਹੀ ਨਹੀਂ ਸੀ ਸਕਦੀ ਸਹੁਰਿਆਂ ਦੇ ਅੱਗੇ, ਕਿਸੇ ਦੀ ਜ਼ਰੂਰਤ ਨਹੀਂ ਕੋਈ ਸੱਸ ਨੂੰ ਕੋਈ ਕੁਛ ਕਵੇ। ਅਤੇ ਉਹ ਵਿਚਾਰੀ ਮੈਨੂੰ ਅੰਦਰ ਕਹਿ ਦਿੰਦੀ ਸੀ, ਪੁੱਤਰ ਕੋਈ ਨਹੀਂ, ਮੇਰਾ ਵੱਸ ਚੱਲੇ ਕਿ ਮੈਂ ਤੈਨੂੰ ਕਰਨ ਹੀ ਨਾ ਦੇਵਾਂ,
पर ना तेरा मामा सुनदा था ना तेरी नानी सुनदी, की करिए ना। इन्होंने मेरा विआह कर दिता है ना, वाज ओनली 16। इन्ना मैनू नहीं सी घर दा इन्ना पकान दा नहीं सी, बिकॉज पली मैं उत्थे लाडा प्यारां दे नाल कदे बिस्तरा नहीं सी कीता, ਉਹ ਵਾਲ ਵੀ ਕਦੇ ਕਦੇ ਨੁਕਰਾਨੀ ਨੇ ਕੰਗੀ ਫੇਰਨੀ ਨਾ। ਕਿ ਅੱਜ ਕੱਲ੍ਹ ਮੈਂ ਕੁੜੀਆਂ ਦੇਖਦੀ ਹਾਂ ਕਿੰਨੇ ਐਡਵਾਂਸ ਨੇ, ਸਾਡਾ ਟਾਈਮ ਹੀ ਵਾ ਨਾ ਦਾ ਐਡਵਾਂਸ, ਇੰਨਾ ਕੁਛ ਨਹੀਂ ਸੀ ਪਤਾ ਅਤੇ ਫਿਰ ਅਸੀਂ ਗਏ, ਸ਼ਾਦੀ ਹੋ ਗਈ। ਫਿਰ ਮਾਸ਼ਾਅੱਲਾ ਅਸੀਂ ਉੱਥੋਂ ਨਿਕਲੇ ਮਰਿਆਕਾਨੀ ਤੋਂ, ਅਸੀਂ ਹਾਫਵੇ ਆਏ ਔਨ ਦ ਵੇ ਟੂ ਨੈਰੋਬੀ। ਉੱਥੇ ਇੱਕ ਜਗ੍ਹਾ ਦਾ ਨਾਮ ਮਕੀਨਾ ਰੋਡ ਹੈ, ਉੱਥੇ ਖੰਗਰਾ ਬਣਿਆ ਹੈ, ਇੱਕ ਵੱਡਾ ਫੋਟੋ ਹੋਇਆ ਸੀ ਪੀਰ, ਉੱਥੇ ਦਫਨਾਇਆ ਗਿਆ ਸੀ। ਅਤੇ ਉੱਥੇ ਜਿਹੜੇ ਵੀ ਲੰਘਦੇ ਨਾ ਉੱਥੇ ਖੜ੍ਹੇ ਹੋ ਕੇ ਸਲਾਮ ਕਰਦੇ, ਸ਼ੁਕਰਾਨੇ ਦੀ ਨਮਾਜ਼ ਪੜ੍ਹ ਕੇ ਫਿਰ ਉਹ ਟਰੈਵਲ ਕਰਦੇ ਨੇ ਅੱਗੇ। ਉੱਥੋਂ ਫਿਰ ਅਸੀਂ ਨਿਕਲੇ, ਫਿਰ ਅਸੀਂ ਕਾਫੀ ਲੇਟ ਪਹੁੰਚੇ ਮੇਰੀ ਜੇਠਾਣੀ ਵੱਲ ਨੈਰੋਬੀ। ਉੱਥੇ ਥੋੜ੍ਹਾ ਰੈਸਟ ਚਾਹ ਚੂ ਪੀ ਕੇ ਫਿਰ ਉੱਥੋਂ ਨਿਕਲ ਕੇ ਫਿਰ ਅਸੀਂ ਨਕੁਰੂ ਗਏ। ਸੇਮ ਡੇ ਅਸੀਂ ਸੁਬਹ ਪਤਾ ਨਹੀਂ 3-4 ਵਜੇ ਪਹੁੰਚੇ। ਇੰਨੀ ਥਕਾਵਟ ਉੱਥੇ ਹੈ ਨਾ, ਅਤੇ ਸੁੱਤੇ ਆਈ ਥਿੰਕ 2-3 ਘੰਟੇ। ਮੇਰਾ ਬੂਹਾ ਠੋਕਣ ਹੋਇਆ, ਕਿਹੜਾ ਬੰਦੇ ਆਏ ਨੇ ਤੈਨੂੰ ਦੇਖਣ ਵਾਸਤੇ, ਉਹ ਕੀ ਹੈ ਕਿੰਨਾ ਡਿਸਟੈਂਸ ਸੀਗਾ ਜਿੱਥੇ ਨਾਨੀ ਦਾ ਘਰ? ਤੇ ਮੇਰੀ ਨਾਨੀ ਦੇ ਘਰ ਤੋਂ ਲੈ ਕੇ ਨੈਰੋਬੀ ਤੱਕ ਅਬਾਊਟ 450 ਕਿਲੋਮੀਟਰਸ। ਫਿਰ ਉੱਥੋਂ ਨੈਰੋਬੀ ਤੋਂ ਲੈ ਕੇ ਨਕੁਰੂ ਤੱਕ ਅਨਦਰ 50 ਕਿਲੋਮੀਟਰਸ। ਮਤਲਬ ਸਾਰੀ ਰਾਤ ਦਾ ਸਫ਼ਰ ਹੋ ਗਿਆ ਸੀ ਸਾਡਾ। ਉਸ ਟਾਈਮ 'ਤੇ ਤੁਸੀਂ ਆਪਣੇ ਹਸਬੈਂਡ ਨਾਲ ਬੈਠੇ? ਹਾਂਜੀ, ਮੇਰਾ ਹਸਬੈਂਡ ਸੀ ਉਹ ਟਾਈਮ, ਮੇਰਾ ਹਸਬੈਂਡ ਸੀ ਨਾਲ। ਦੈਟਸ ਅਮੇਜ਼ਿੰਗ ਨਾਓ ਅਨਦਰ ਵਨ ਹੈ। ਸਾਡਾ ਰਿਸ਼ਤੇਦਾਰ ਗੱਡੀ ਚਲਾ ਰਿਹਾ ਸੀ, ਮੇਰਾ ਹਸਬੈਂਡ ਬੈਠਾ ਸੀ ਮੇਰੇ ਨਾਲ, ਮੈਂ ਬੈਠੀ ਸਾਂ ਅਤੇ ਮੇਰੀ ਨਨਾਣ ਬੈਠੀ ਹੋਈ ਸੀ, ਅਤੇ ਅਨਵਰ ਬੈਠਾ ਹੋਇਆ ਸੀ ਅੱਗੇ, ਮੇਰੀ ਨਨਾਣ ਦਾ ਬੇਟਾ। ਐਂਡ ਉਹ ਟਾਈਮ ਲੋਕ ਉੱਥੇ ਅਫਰੀਕਾ ਦੇ ਵਿੱਚ ਖਾਦੇ ਹੁੰਦੇ ਸਨ ਮਿਰਾ, ਐਂਡ ਦਿਸ ਮਿਰਾ ਇਜ਼ ਦ ਸਟਿਕਸ which they chew with the chewing gum, with the drink, ਤੇ ਸਾਰੇ ਮਿਰਾ ਖਾ ਰਹੇ ਸਨ to keep them awake, ਕਿਉਂਕਿ ਜੇ ਉਹ ਨਾ ਖਾਓ ਤਾਂ ਤੁਸੀਂ ਸੋ ਜਾਣਾ ਸੀ, ਤੇ ਇਹ ਸਾਰੇ ਮਿਰਾ ਚੱਬ ਰਹੇ ਸਨ। ਅਤੇ ਮੈਂ ਕਦੇ ਮੇਰੀ ਅੱਖ ਇੱਧਰ ਲੱਗ ਜਾਵੇ, ਕਦੇ ਮੇਰੀ ਅੱਖ ਇੱਧਰ ਲੱਗ ਜਾਵੇ, ਮੈਂ ਉੱਠਾਂ ਅਤੇ ਇਹ ਚੱਬ ਰਹੇ ਨੇ ਸਾਰੇ। ਇਹਨਾਂ ਨੇ ਪਾਏ ਮਿਰਾ ਦੇ ਨਾਲ they call it ਤਕਸੀਨ, ਐਂਡ ਇਹਨਾਂ ਨੇ ਚੱਬਣਾ ਅਤੇ ਫਿਰ ਅਸੀਂ ਉੱਥੇ ਪਹੁੰਚੇ ਸੁਬਹ, ਸੁੱਤੇ, ਫਿਰ ਸੁਬਹ ਉੱਠੇ ਅਲਹਮਦੁਲਿਲਾ, ਮਿਲਣ ਜੁਲਣ ਵਾਲੇ। ਫਿਰ ਕਈ ਆਦੇ ਸਨ ਇਹਨਾਂ ਦੇ ਫਰੈਂਡਸ ਰਿਲੇਟਿਵਸ, ਮੈਨੂੰ ਦੇਖ ਕੇ ਬੜਾ ਹੈਰਾਨ ਹੁੰਦੇ ਸਨ, ਇੰਨੀ ਛੋਟੀ ਜਿਹੀ ਕੁੜੀ, and some they used to tell me on my face, you're so young. I said, yes I am, ਮੈਂ ਕੀ ਕਰਾਂ, ਪਰ ਕੀ ਕਰ ਸਕਦੇ ਸਾਂ। By 17 I had my daughter. ਮੈਂ ਲੇਬਰ ਵਾਸਤੇ ਵੀ ਮੈਨੂੰ ਪਤਾ ਹੀ ਨਹੀਂ ਹੈ। By 17 ਫਿਰ 19 I had another son, alhamdulillah, ਤੇ it was amazing. ਕਿੱਥੇ ਰਹਿ ਰਹੇ ਸੀਗੇ? ਨੈਰੋਬੀ ਹੁੰਦੀ ਸਾਂ। ਕਿਹਦੇ ਨਾਲ? ਮੇਰਾ ਆਪਣਾ ਮਕਾਨ ਸੀ, ਪਰ ਜਦੋਂ ਮੇਰੀ ਬੇਟੀ ਹੋਈ ਨਾ ਮੈਨੂੰ ਜਾਣਾ ਪਿਆ ਮੇਰੀ ਅੰਮੀ ਦੇ ਘਰ, ਬਿਕੋਜ਼ ਪਹਿਲਾ ਬੱਚਾ ਸੀ, ਮੈਨੂੰ ਕੁਛ ਪਤਾ ਨਹੀਂ ਸੀ, ਐਂਡ ਦੋਜ਼ ਡੇਜ਼ ਕਾਫੀ ਡਿਫਰੈਂਟ ਸੀ। ਉੱਥੇ ਮੈਂ ਗਈ, ਮੇਰੀ ਅੰਮੀ ਵੱਲ ਰਹੀ, ਅਤੇ ਅਬਾਊਟ ਮਹੀਨਾ ਮੈਂ ਰਹੀ। ਫਿਰ ਮੇਰਾ ਹਸਬੈਂਡ ਐਵਰੀ ਵੀਕਐਂਡ ਆਉਂਦਾ ਸੀ। ਫਿਰ ਸੁਬਹਾਨ ਅੱਲਾ ਇੱਕ ਸੈਟਰਡੇ ਮੇਰਾ ਹਸਬੈਂਡ ਆਇਆ ਘਰ, ਅਤੇ ਆ ਕੇ ਰੋਟੀ ਖਾਧੀ, ਐਂਡ ਹੀ ਵਾਜ਼ ਇਨਟੂ ਕਲੱਬਿੰਗ ਸ਼ਲੱਬਿੰਗ, ਅਤੇ ਇਹ ਚਲੇ ਗਏ ਮੁੰਬਾਸਾ ਟਾਊਨ ਸੈਟਰਡੇ ਨਾਈਟ, ਐਂਡ ਮੈਂ ਘਰ ਹੀ ਸੀ। ਅਤੇ ਮੈਨੂੰ ਫਿਰ ਲੇਬਰ ਪੈਨ ਸ਼ੁਰੂ ਹੋ ਗਏ ਮੇਰੀ ਨਾਨੀ ਦੇ ਘਰ, ਐਂਡ ਓ ਮਾਈ ਗੋਡ, ਫਿਰ ਮੈਨੂੰ ਕਹਿੰਦੀ ਹੁਣ ਤੂੰ ਟੂਰ, ਐਂਡ ਅਸੀਂ ਵੇਰੇ ਦੇ ਵਿੱਚ ਸੀ, ਮੈਂ ਟੂਰ ਰਹੀ ਸੀ, ਮੈਂ ਖਲੋਤੀ ਸਾਹ ਲੈਣ ਵਾਸਤੇ, ਮੇਰੇ ਪੈਰਾਂ ਤੋਂ ਸੱਪ ਲੰਘਿਆ, ਬਲੈਕ ਮਾਂਬਾ, ਅਤੇ ਮੈਂ ਕਿਹਾ ਮਾਈ ਗੋਡ ਦੇਅਰਸ ਸਮਥਿੰਗ ਕੋਲਡ। ਅਤੇ ਨੌਕਰਾਨੀ ਨੇ ਦੇਖਿਆ, ਕਹਿੰਦੀ ਮਾਮਾ ਡੋਂਟ ਮੂਵ ਯੂਰ ਲੈਗਸ, ਇਟਸ ਅ ਸਨੇਕ, ਮੂਵ ਹੋਈ ਨਾ ਇਟ ਵਿਲ ਬੀ ਡੇਂਜਰਸ। ਮੈਂ ਕੀ ਕਰਾਂ, ਕਹਿੰਦੀ ਜਸ ਖੜੀ ਰਹਿ ਤੂੰ, ਕੁਛ ਨਹੀਂ ਹੋਏਗਾ ਤੈਨੂੰ।
सो ऐसा ही फिर के लंघ के चला गया. देन आई मूव्ड. फिर मेरी नानी ने क्या, नानी सप, कहती कोई नहीं पुत्तर, इट्स अ गुड साइन. ओके, इफ इट्स अ गुड साइन. कहती वो सप ते अन्ना हो गया है. अच्छा, कहती हाँ अन्ना हो गया सब. ओके, सो आई डिड माई लेबर. मस्ती मस्ती दे विच मन मोम्बासा लैके गए. एंड दैट टाइम माई मम यूज टू लिव इन मोम्बासा. होम बर्थ होई? नहीं, हॉस्पिटल. तो मैनू हॉस्पिटल लैके गए. फिर मेरा हसबैंड मेरी मम के घर सुता आया से. मैनू एडमिट किया हॉस्पिटल दे अबाउट आई थिंक फजर का टाइम से. तो फिर गए, इन्होंने जाके दसिया कि तेरी वाइफ हॉस्पिटल है. सो ए हॉस्पिटल आ गए. तो माशाल्लाह मेरी बेबी पैदा हुई, बेबी गर्ल. एंड मैनू तो बस इवन आई डिडंट नो की है. द लेबर्स वॉज गुड माशाल्लाह अल्हम्दुलिल्लाह. बेबी हुई नॉर्मल. तो फिर वो कहन सुबह पैदा हुई, ਇਹਦਾ नाम तुसी शबनम रखो, इट्स अर्ली वाटर, पता नहीं की है ना. सो अल्हम्दुलिल्लाह हॉस्पिटल रही 7 days. आई डिडंट हैड एनी प्रॉब्लम. पर वो टाइम ना काफ़ी दिन रखते होते सन हॉस्पिटल. उतों फिर मैनू लैके आए मरियाकानी मेरी नानी दे घर. फिर मेरी नानी कभी नहीं छिल्ला ना के जाना है. मैं क्या अजकल दे कुड़ियां नू पता है छिल्ला की है, सानू पुछन छिल्ला की है. बाहर नहीं निकलना, मालिश वाली ने आना 7 दिन, वाल हर रोज़ नहीं धोने, सूप कदे बदाम का दुध, ये वो. 40 days कड्डे रो के मैं होते, बिकॉज मैं ठीक सी. मैं की कर रही हूँ रूम विच बंद, मैं बाहर ही नहीं निकल सकती. परछावां लग जाएगा तुहानू की है ना. तो बस फिर माशाल्लाह आफ्टर 40 days इन्होंने तैयार त्यूर मन किया, मेहंदी मुंदी लगी. एंड देन आई केम बैक टू नैरोबी अपने घर. सो अल्हम्दुलिल्लाह ब्रॉट माई डॉटर. फिर साढ़े भी सारे आए. मेरी जठानी आदि होती सी मन मिलन वास्ते मेरे कहानी ये. तो क्योंकि नैरोबी होते सन ना. फिर जो वीकेंड इन्होंने आना तो मेरी जठानी तो नाल 2 बच्चियां ने कुड़ियां ने आना नाल. सो माशाल्लाह अमेजिंग. बस अल्हम्दुलिल्लाह. ते सारे बच्चे सेम टाउन होए सी बोर्न? नहीं, मेरे 2 बच्चे मोम्बासा पैदा हुए. फिर 3 मेरे नैरोबी हुए. फिर एक मेरी बेटी नकुरू पैदा हुई. डिफरेंट टाउन पर ऑल इनकी सारे पैदा हुए जी. सो जी मेरी एक बेटी सी ਉਹ ਹੋਈ 86 ਵਿੱਚ ਉਹ ਪੈਦਾ ਹੋਈ ਸੀ ਨਕੁਰੂ. ਐਨ ਉੱਥੇ ਮਾਸ਼ਾਅੱਲਾ ਮੇਰੀ ਸੱਸ ਹੈਗੀ ਸੀ. ਉਹਨੇ ਮੇਰਾ ਬਹੁਤ ਧਿਆਨ ਰੱਖਿਆ, ਮੇਰੀ ਸੱਸ ਨੇ ਬੱਚਿਆਂ ਦੇ ਨਾਲ ਹੈ ਨਾ. ਐਨੀ ਮੂਵਮੈਂਟ ਕਿਉਂ ਹੋ ਰਹੀ ਸੀਗੀ? ਅੱਛਾ ਮੂਵਮੈਂਟ ਹੋ ਰਹੀ ਸੀ ਬਿਕੋਜ਼ ਵੀ ਵਾ ਇਨ ਨੈਰੋਬੀ. ਉੱਥੇ ਕੰਮ ਕਰ ਰਹੇ ਸਨ. ਫਿਰ 1 ਸਾਲ ਅਸੀਂ ਰਹੇ ਨੈਰੋਬੀ. ਹਸਬੈਂਡ ਕੀ ਕਰਦੇ ਸੀ? ਮਕੈਨੀਕਲ. ਉੱਥੋਂ ਚਲੋ ਨਕੁਰੂ ਚਲੇ ਜਾਏ. ਇਟਸ ਅ ਨਾਈਸ ਪਲੇਸ, ਸਮਾਲ ਟਾਊਨ ਦੀ ਸੰਦਾ. 2 ਬੱਚੇ ਲੈ ਕੇ ਫਿਰ ਅਸੀਂ ਨਕੁਰੂ ਚਲੇ ਗਏ. ਨਕੁਰੂ ਰਹੇ. ਫਿਰ ਇੱਕ ਬੇਟਾ ਪੈਦਾ ਹੋਇਆ. फिर मेरी 6 साल बाद फिर मेरी बेटी पैदा हुई. फिर थिंग्स स्टार्टेड वर्किंग नो वेरी गुड. फिर असी वापस नैरोबी आ गए कि मैकेनिकल का होता सी अप एंड डाउन है ना. फिर इन्होंने नैरोबी गुड जॉब मिल गई टूरिस्ट का. फिर नैरोबी आ गए. सॉरी किहड़ा काम? टूरिस्ट, टेकिंग टूरिस्ट आउट ऑफ टाउन. तो जो टूरिस्ट ने आना तो इन्होंने लैके जाना इन्होंने सफारी पार्क वगैरह. ਉਹ ਫਿਰ ਇਹਨਾਂ ਨੂੰ ਬਿਜ਼ਨਸ ਮਿਲ ਗਿਆ. ਇਹਨਾਂ ਨੇ ਉਹ ਜੁਆਇੰਟ ਕਰ ਲਿੱਤਾ. ਥੋੜ੍ਹੀ ਦੇਰ ਕੀਤਾ. ਫਿਰ ਜਦੋਂ ਟੂਰਿਸਟ ਦਾ ਕੰਮ ਹੀ ਖਤਮ ਹੋ ਗਿਆ, ਬੈਕ ਟੂ ਸਕੁਆਇਰ 1 ਅਗੇਨ. ਫਿਰ ਨੌਕਰੀ ਥੋੜ੍ਹੀ ਡਾਊਨ ਹੋ ਰਹੀ. ਫਿਰ ਇੱਥੋਂ ਸਾਰੇ ਕਹਿਣ ਕਿ ਤੁਸੀਂ ਕਿਉਂ ਨਹੀਂ ਇੱਥੇ ਆ ਜਾਂਦੇ, ਇਹਦੇ ਕੋਲ ਰਾਈਟਸ ਹੈਗਾ UK ਦਾ, ਬੈਟਰ ਮੂਵ ਡਾਊਨ ਹੀਅਰ. ਪਰ ਬਿਫੋਰ ਦਾ ਕਰਦੇ ਕਰਦੇ ਜਦੋਂ 2 ਬੱਚੇ ਸਨ ਅਸੀਂ ਮੂਵ ਹੋ ਗਏ ਸੁਡਾਨ. ਸੁਡਾਨ ਇਹਨਾਂ ਨੂੰ ਕਾਫੀ ਵੱਡਾ ਆਫਰ ਮਿਲਿਆ. ਜਿੱਥੇ ਇਹ ਕੰਮ ਕਰਦੇ ਸਨ ਇੰਜੀਨੀਅਰ, ਉੱਥੇ ਕੋਈ ਬੰਦਾ ਆਇਆ, ਉਹਨੇ ਕਿਹਾ ਕਿ ਸਾਡੇ ਕੋਲ ਬਹੁਤ ਅੱਛਾ ਆਫਰ ਹੈਗਾ ਫॉर ਸੁਡਾਨ. ਅਤੇ ਇਹਨਾਂ ਨੇ ਸੋਚਿਆ ਚਲੋ ਇੱਕ ਗੱਲ ਹੋਏਗੀ, ਆਫਰ ਮਿਲਿਆ ਅਤੇ ਦੂਸਰੀ ਅਸੀਂ ਆਊਟ ਆਫ ਕੰਟਰੀ ਆਵਾਂਗੇ, ਦੂਸਰਾ ਮੁਲਕ ਵੀ ਦੇਖ ਲਵਾਂਗੇ. ਅੱਛਾ ਅਸੀਂ ਨਾ ਫਿਰ ਜਦੋਂ ਸਾਡੇ ਸਨ 3 ਬੱਚੇ, ਅਸੀਂ 2 ਬੱਚਿਆਂ ਨੂੰ ਲੈ ਕੇ मम को छड्डिया. मरियाकानी मूव होए. घर से साडा नैरोबी, पर असीं मरियाकानी बच्चों नूं मम कोल रखिया. इन्हां नूं ऑफर मिली सुडान दे जॉब. ते असीं सुडान चले गए जूबा. ते जदों असीं फस्ट टाइम गए सानूं बाई प्लेन असीं गए.
ਐਂਡ ਇਟ ਵਾਜ਼ ਨਾਈਸ ਕਿ ਮੈਂ ਸਫ਼ਰ ਕਰ ਰਹੀ ਹਾਂ ਇਨ ਪਲੇਨ, ਐਂਡ ਥੋੜ੍ਹਾ ਕੁ ਵੱਡਾ ਪਲੇਨ ਸੀ। ਅਤੇ ਮਾਸ਼ਾਅੱਲਾ ਅਸੀਂ ਨੈਰੋਬੀ ਤੋਂ ਗਏ ਜੂਬਾ, ਉੱਥੇ ਸਾਨੂੰ ਉਹਨਾਂ ਨੇ ਵੈਲਕਮ ਕੀਤਾ ਵਗੈਰਾ ਸਾਰਾ ਕੁਝ। ਉੱਥੇ ਅਸੀਂ ਰਹੇ, ਫਿਰ ਅਸੀਂ ਉੱਥੋਂ ਅੱਗੇ ਸੀ ਕੰਮ, ਈਵੋਟੋਕਾ ਸੀ ਉਹਦਾ ਨਾਮ। ਉੱਥੇ ਸੀ ਟੀ ਪਲਾਂਟੇਸ਼ਨ, ਕੌਫੀ ਦਾ ਪਲਾਂਟ ਅਤੇ ਟੀ ਪਲਾਂਟੇਸ਼ਨ। ਅਸੀਂ ਉੱਥੇ ਗਏ, ਸਾਨੂੰ ਕੰਪਨੀ ਨੇ ਵੈਲਕਮ ਕੀਤਾ, ਬਹੁਤ ਨਾਈਸ ਮਕਾਨ ਸੀ। ਅਸੀਂ ਦੇਖਿਆ ਵੈਰੀ ਨਾਈਸ ਹਾਊਸ, 3 ਬੈਡਰੂਮ ਵੱਡੇ ਵੱਡੇ ਖੁੱਲ੍ਹੇ। ਉਹਨਾਂ ਨੇ ਸਾਨੂੰ ਨੌਕਰ ਪ੍ਰੋਵਾਈਡ ਕੀਤਾ ਅਤੇ ਗਾਰਡਨਿੰਗ ਵਾਲੇ ਸਾਰਾ ਕੁਛ, ਬਹੁਤ ਨਾਈਸ ਜੋਬ ਸੀ। ਉੱਥੇ ਅਸੀਂ ਫਿਰ ਰਹੇ ਅਤੇ 3-4 ਦਿਨ ਫਿਰੇ ਵਗੈਰਾ, ਦੇਖਿਆ ਸਾਰਾ ਸੈਟਲ ਡਾਊਨ ਹੋ ਗਏ। ਪਰ ਉੱਥੇ ਸੀ ਕਿ ਤੁਸੀਂ ਬਾਹਰ ਨਿਕਲੋ ਅਤੇ ਜੰਗਲ ਜੰਗਲ ਹੀ ਸੀ। ਸਿਰਫ ਨਜ਼ਰ ਆਦਾ ਸੀ ਟੀ ਪਲਾਂਟੇਸ਼ਨ, ਕੌਫੀ ਅਤੇ ਲੋੜੀਆਂ ਇੱਧਰ ਜਾ ਰਹੀਆਂ ਉੱਧਰ ਜਾ ਰਹੇ ਵਰਕਰਸ। ਉਹਨਾਂ ਦੇ ਨਾ ਸੁਡਾਨੀਜ਼ ਜਿਹੜੇ ਹੁੰਦੇ ਸਨ, ਬੜੇ ਲੰਬੇ ਲੰਬੇ ਬੰਦੇ ਹੁੰਦੇ ਸਨ, ਅਤੇ ਉਹਨਾਂ ਦੇ ਫੇਸ ਵਿੱਚ ਨਾ ਕੱਟ ਪਿਆ ਹੁੰਦਾ ਸੀ, ਅਤੇ ਮੈਂ ਕਾਫੀ ਡਰਦੀ ਹੁੰਦੀ ਸਾਂ। ਅਤੇ ਮੈਂ ਉਹਨਾਂ ਨੂੰ ਪੁੱਛਣਾ ਸਾਡੇ ਮੈਨੇਜਰ ਦੀ ਵਾਈਫ ਨੂੰ ਕਿ ਇਹ ਕੀ ਹੈ, ਕਹਿੰਦੀ ਇਹ ਪੀਵਰ ਸੁਡਾਨੀਜ਼ ਨੇ, ਬਟ ਦੇ ਵੈਰੀ ਗੁੱਡ ਪੀਪਲ। ਅਤੇ ਕਈ ਸਨ ਮੁਸਲਮਾਨ, ਕਈ ਸਨ ਕ੍ਰਿਸਚੀਅਨਸ। ਅਤੇ ਉਹਨਾਂ ਨੂੰ ਬੰਦਿਆਂ ਨੂੰ ਦੇਖਣਾ 4 ਵਜੇ ਤੱਕ ਜਿਹੜੇ ਕੰਮ ਕਰਦੇ ਨੇ, ਆਫਟਰ ਦਾ ਕੁਆਇਟ, ਕੋਈ ਬੰਦਾ ਨਹੀਂ, ਕੁਛ ਨਹੀਂ। ਅਤੇ ਨਾ ਉੱਥੇ ਕੋਈ ਦੁਕਾਨਾਂ ਸਨ ਨਾ ਕੁਛ। ਸੋ ਐਵਰੀ ਵੀਕਐਂਡ ਗੱਡੀ ਨੇ ਜਾਣਾ, ਲਿਸਟ ਬਣਾ ਕੇ ਦੇਣੀ ਸਾਨੂੰ, ਇਹ ਚੀਜ਼ਾਂ ਚਾਹੀਦੀਆਂ, ਉਹਨਾਂ ਨੇ ਸਾਨੂੰ ਲਿਆ ਕੇ ਦੇਣਾ। ਅਤੇ ਗੋਸ਼ਤ ਵਗੈਰਾ ਅਸੀਂ ਆਪ ਜ਼ਬਾ ਕਰਨਾ, ਉੱਥੇ ਫਰੀਜ਼ਰ ਵਿੱਚ ਪਾਉਣਾ। ਪਰ ਸਬਜ਼ੀ ਵਗੈਰਾ ਉੱਥੋਂ ਆ ਜਾਣਾ, ਫੂਡ ਟੀਨਸ, ਚਾਵਲ ਆਟਾ ਵਗੈਰਾ ਟਾਊਨ ਦੇ ਵਿੱਚ ਜੂਬਾ ਤੋਂ। ਅਤੇ ਜੂਬਾ ਐਂਡ ਜਿੱਥੇ ਅਸੀਂ ਹੈਗੇ ਸਾਂ ਦੇ ਅਬਾਊਟ 6-7 ਆਵਰਸ ਅਗੈਨ, ਕਾਫੀ ਦੂਰ ਸੀ। ਉਹ ਵੀ ਰਸਤੇ ਇੰਨੇ ਖਰਾਬ, ਕੱਚੇ ਰਸਤੇ, ਉੱਤੋਂ ਫਿਰ ਡਰ ਵੀ ਹੁੰਦਾ ਸੀ, ਕਈਆਂ ਨੂੰ ਮਾਰਦੇ ਹੁੰਦੇ ਸਨ, ਪੈਸਾ ਪੂਸਾ ਖੋਹ ਲੈਂਦੇ ਸਨ। ਤੁਸੀਂ ਆਪ ਜਾਂਦੇ ਸੀਗੇ? ਨਹੀਂ, ਤਾਂ ਡਰਾਈਵਰ ਜ਼ਿਆਦਾ ਹੁੰਦਾ ਸੀ। ਅਤੇ ਅਸੀਂ ਕਦੇ ਕਿਧਰੇ ਜਾਣਾ, ਜੇ ਬਹੁਤ ਵੱਡਾ ਹੋਵੇ ਜਾਂ ਇਹਨਾਂ ਨੂੰ ਕੋਈ ਪਾਰਟਸ ਵਗੈਰਾ ਚਾਹੀਦੇ ਹੋਣ, ਫਿਰ ਅਸੀਂ ਜਾਂਦੇ ਹੁੰਦੇ ਸਾਂ ਹਾਰਡਲੀ, ਹੈ ਨਾ। ਫਿਰ ਇਟ ਵਾਜ਼ ਆਲਰਾਈਟ ਕਪਲ ਆਫ ਵੀਕਸ, ਫਿਰਿਆ ਟੁਰਿਆ, ਓ ਨਾਈਸ ਦਿਸ ਨਾਈਸ। ਫਿਰ ਮੈਂ ਬੋਰਿੰਗ ਹੋ ਗਈ, ਫਿਰ ਪਿੱਛੋਂ ਬੱਚਿਆਂ ਦੇ ਯਾਦ ਆਉਣੇ ਸ਼ੁਰੂ ਹੋ ਗਏ। 6 ਮਹੀਨੇ ਉੱਥੇ ਕੱਢੇ ਬਹੁਤ ਮੁਸ਼ਕਿਲ ਨਾਲ। ਇਹਨਾਂ ਨੂੰ ਮੈਂ ਕਿਹਾ ਆਈ ਵਾਂਟ ਟੂ ਗੋ ਬੈਕ ਹੋਮ, ਆਈ ਵਾਂਟ ਟੂ ਗੋ ਬੈਕ ਹੋਮ। ਮੈਨੂੰ ਕਹਿੰਦੇ ਓਕੇ। ਫਿਰ ਅਸੀਂ ਟਾਊਨ ਵਿੱਚ ਆਏ, ਟਰਾਈ ਕਰਦੇ, ਟਿਕਟ ਏਅਰਪੋਰਟ ਬੰਦ ਹੋ ਗਿਆ ਸੀ, ਰਨਅਵੇ ਬਣ ਰਿਹਾ ਸੀ, ਕੋਈ ਕੁਛ ਨਹੀਂ ਸੀ। ਮੈਂ ਕੀ ਕਰਾਂ। ਫਿਰ ਪਤਾ ਲੱਗਿਆ ਕਿ ਮੇਰਾ ਮਾਮੂ ਆ ਰਿਹਾ ਉੱਥੇ ਸਮਾਨ ਲੈ ਕੇ। ਉਹ ਟਰਾਂਸਪੋਰਟ ਕਰਦੇ ਹੁੰਦੇ ਸਨ ਅਤੇ ਉਹਨਾਂ ਨੂੰ ਲੱਗ ਜਾਂਦੇ ਸਨ ਵੀਕ 2 ਵੀਕ ਟੂ ਕਮ ਦੇਅਰ। ਸੋ ਸਾਨੂੰ ਪਤਾ ਲੱਗਿਆ ਕਿ ਉਹ ਫਲਾਨੀ ਕੰਪਨੀ ਜਿਹੜੀ ਨਾ, ਉਹਨਾਂ ਦੇ ਬੰਦੇ ਆ ਰਹੇ ਨੇ। ਓਕੇ, ਅਸੀਂ ਵੇਟ ਕੀਤਾ ਅਤੇ ਦੇਖਿਆ ਉਹ ਮੇਰਾ ਮਾਮੂ ਆਇਆ ਹੈ। ਇਟ ਵਾਜ਼ ਸੋ ਅਮੇਜ਼ਿੰਗ। ਉਹਨਾਂ ਨੂੰ ਮੈਂ ਮਿਲੀ, ਖੁਸ਼ ਹੋਏ। ਕੀ ਗੱਲ? ਮੈਂ ਕਿਹਾ ਮੈਂ ਜਾਣਾ ਹੈ ਵਾਪਸ। ਕੀ ਗੱਲ ਕਰਦੀ ਹੈ ਤੂੰ, ਰਹਿ ਚੁੱਪ ਕਰਕੇ। ਮੈਂ ਕਿਹਾ ਨਹੀਂ, ਮੈਂ ਆਪਣੇ ਬੱਚਿਆਂ ਨੂੰ ਬਹੁਤ ਮਿਸ ਕਰਦੀ ਹਾਂ। ਓਕੇ। ਫਿਰ ਮੇਰਾ ਹਸਬੈਂਡ ਕਹਿੰਦਾ ਓਕੇ ਫਾਈਨ, ਚਲੀ ਜਾ ਤੂੰ, ਹੈ ਨਾ। ਬਸ ਫਿਰ ਮੈਂ ਆ ਗਈ ਇਹਨਾਂ ਦੇ ਨਾਲ, ਮੇਰੇ ਮਾਮੂ ਦੇ ਨਾਲ। ਸਾਨੂੰ ਆਉਂਦੇ ਲੱਗੇ 14 ਦਿਨ। ਅਸੀਂ ਆਏ ਦੇ ਰਸਤੇ ਇੰਨੇ ਖਰਾਬ, ਬਾਰਿਸ਼ ਪੈ ਰਹੀ ਸੀ, ਫਲੱਡਿੰਗ ਹੋ ਰਿਹਾ ਸੀ, ਆਫ ਐਂਡ ਔਨ, ਬਹੁਤ ਖਰਾਬ, ਹਾਰਡ ਟਾਈਮ। ਮੈਂ ਇਕੱਲੀ ਔਰਤ ਅਤੇ ਅਬਾਊਟ 14 ਲੋੜੀਆਂ, ਡਰਾਈਵਰਸ ਅਤੇ ਉਹਨਾਂ ਦੇ ਡਰਾਈਵਰਸ ਦੇ ਜਿਹੜੇ ਹੁੰਦੇ ਨੇ ਹੈਲਪਰਸ, ਕੰਡਕਟਰ, ਨੌਕਰ ਜਿਹੜੇ ਉਹਨਾਂ ਦੇ ਹੁੰਦੇ ਨੇ, ਹੈ ਨਾ। ਪਰ ਅਲਹਮਦੁਲਿਲਾ ਆ ਗਈ। ਮੈਂ ਨੈਰੋਬੀ ਪਹੁੰਚੀ, ਇੰਨੀ ਥੱਕੀ ਵਗੈਰਾ। ਉੱਥੋਂ ਬੱਸ ਪਕੜੀ, ਸੁਬਾਹ ਮੈਂ ਪਹੁੰਚੀ ਮੇਰੇ ਬੱਚਿਆਂ ਕੋਲ। ਇੰਨੀ ਮੈਨੂੰ ਖੁਸ਼ੀ ਹੋਈ ਬੱਚਿਆਂ ਨੂੰ ਦੇਖ ਕੇ, ਮਾਮਾ ਛੋਟੇ ਛੋਟੇ ਸਨ ਵਿਚਾਰੇ। ਐਂਡ ਆਈ ਥਿੰਕ ਅਬਾਊਟ 3-4 ਸਾਲਾਂ ਦੇ ਹੋਣਗੇ, ਸਾਲ ਇਹਨਾਂ ਦਾ ਫਰਕ ਆ ਸੀ ਨਾ। ਫਿਰ ਮੈਂ ਉੱਥੇ ਥੋੜ੍ਹੀ ਕੁ ਦੇਰ ਰਹੀ, ਫਿਰ ਇਹ ਕਹਿੰਦੀ ਤੂੰ ਆ ਜਾ ਹੁਣ ਮੈਂ ਕਿਸ ਤਰ੍ਹਾਂ ਆਵਾਂ। ਕਮ ਦ ਵੇ ਯੂ ਕੇ ਵੈਂਟ, ਪਲੇਨ ਫੇਅਰ ਨਹੀਂ ਹੈਗੇ। And then I have to come back. Lorry. And then it took us 18 days. ਸੁਬਾਹ ਖੜੀ ਹੋਦੀ ਸੀ, ਚਲਦੀ ਸੀ ਲੋਰੀ 6 ਵਜੇ, ਸ਼ਾਮ ਨੂੰ 5 ਵਜੇ ਕੰਮ ਬੰਦ, ਲੋਰੀਆਂ ਸਟਾਪ। ਕਈ ਜਗ੍ਹਾ 'ਤੇ ਅਸੀਂ ਪਹੁੰਚਦੇ ਸਾਂ, ਇੰਨਾ ਫਲੱਡਡ ਹੁੰਦਾ ਸੀ ਕਿ 3-3 ਦਿਨ ਤੱਕ ਨਾ ਉਸ ਪਾਸ ਪਾਰ ਜਾ ਸਕਦਾ, ਨਾ ਕੋਈ ਇਸ ਪਾਸੇ ਆ ਸਕਦਾ। We just stuck there. ਫਿਰ ਅਸੀਂ ਉੱਥੇ ਪਹੁੰਚੇ after 18 days. ਸੋ ਮੈਂ ਕਿਹਾ ਨੋ ਵਾਟਸ ਦ ਪੁਆਇੰਟ, ਇੱਕ ਜੰਗਲ ਵਿੱਚ ਰਹਿ ਰਿਹਾ,
ਬੱਚਿਆਂ ਦੀ ਐਜੂਕੇਸ਼ਨ ਨਾਓ ਦੇ ਰੈਡੀ ਸਕੂਲ ਜਾਣ ਵਾਸਤੇ, ਦੇ ਨੀਡ ਨਰਸਰੀ ਨਾਓ, ਇਹ ਮੁਸ਼ਕਿਲ ਹੈ ਤੇ ਫਿਰ ਉੱਥੇ ਆਰਮੀ ਵਾਲੇ ਆਏ ਸਨ। ਆਰਮੀ ਵਾਲੇ ਆਏ ਨਾ, ਸਾਡੇ ਦੋਸਤ ਬਣ ਗਏ ਮੇਰੇ ਬੱਚਿਆਂ ਦੇ ਨਾਲ, ਬਹੁਤ ਨਾਈਸ। ਤੇ ਉਹ ਮੇਰੇ ਹਸਬੈਂਡ ਨੂੰ ਕਹਿੰਦੇ ਬਿਫੋਰ ਯੂ ਗੋ ਤੁਸੀਂ ਖਾਰਤੂਮ ਆਓ ਦੇਖਣ ਵਾਸਤੇ, ਵਿਚ ਇਜ਼ ਅ ਸਿਟੀ। ਤੇ ਉਹ ਕਹਿੰਦਾ ਪਲੇਨ ਤੇ ਬੰਦ, ਹਾਊ ਕੈਨ ਵੀ ਗੋ? ਕਹਿੰਦਾ ਮੈਂ ਆਰਮੀ ਦਾ ਵੱਡਾ ਹੈ, ਮੈਂ ਆਪਣੇ ਪਲੇਨ ਵਿੱਚ ਲੈ ਕੇ ਜਾਵਾਂਗਾ। ਸੋ ਵੀ ਟਰੈਵਲ ਇਨ ਆਰਮੀ ਪਲੇਨ, ਇਟ ਵਾਜ਼ ਅਮੇਜ਼ਿੰਗ ਕਿ ਆਰਮੀ ਦੇ ਪਲੇਨ ਵਿੱਚ ਅਸੀਂ ਬੈਠੇ, ਸੀਟਾਂ ਨਹੀਂ ਹੈ, ਇਟ ਵਾਜ਼ ਟੋਟਲੀ ਡਿਫਰੈਂਟ ਫਲਾਈਟ। ਜਿਸ ਤਰ੍ਹਾਂ ਉਹਨਾਂ ਨੇ ਬੈਠੇ, ਬੰਦੂਕਾਂ ਬੰਬਸ ਰੱਖੇ, ਇਟ ਵਾਜ਼ ਅਮੇਜ਼ਿੰਗ। ਅਸੀਂ ਉੱਥੇ ਉਤਰੇ ਤੇ ਸਲੂਟ, ਤੇ ਸਾਰਿਆਂ ਨੂੰ ਲੱਗਿਆ ਪਤਾ ਨਹੀਂ ਮੈਂ ਉਹਦੀ ਫੈਮਿਲੀ ਹਾਂ, ਐਂਡ ਹੀ ਗੋਜ਼ ਨੋ ਸ਼ੀ ਇਜ਼ ਮਾਈ ਸਿਸਟਰ। ਤੇ ਫਿਰ ਆਪਣੇ ਕਾਰ ਲੈ ਕੇ ਗਿਆ, ਮਾਂ ਪਿਓ ਬੜੀ ਇੱਜ਼ਤ ਨਾਲ ਉਹਨਾਂ ਨੇ ਸਾਨੂੰ ਰੱਖਿਆ। ਮੈਂ ਉੱਥੇ ਰਹੀ 1 ਵੀਕ, ਫਰਾਇਆ ਟੁਰਾਇਆ। ਫਿਰ ਹੁਣ ਅਸੀਂ ਵਾਪਸ ਜਾਣਾ। ਕਿਸ ਤਰ੍ਹਾਂ ਦੀ ਜਗ੍ਹਾ ਸੀ? ਵੈਰੀ ਨਾਈਸ, ਇਜ਼ ਇਸਲਾਮਿਕ, ਵੈਰੀ ਫਰੈਂਡਲੀ। ਉਹਨਾਂ ਦਾ ਖਾਣਾ ਪੀਣਾ ਵੈਰੀ ਡਿਫਰੈਂਟ। ਬ੍ਰੈਡ ਜ਼ਿਆਦਾ ਯੂਜ਼ ਕਰਦੇ ਸਨ, ਸੁਬਹ ਸ਼ਾਮ 12 ਵਜੇ ਗਰਮ ਗਰਮ ਬ੍ਰੈਡ। ਉਹਨਾਂ ਦਾ ਖਾਣਾ ਵਾਜ਼ ਲਾਈਕ ਉਬਲਿਆ ਹੈ, ਵਿੱਚ ਗੰਡੇ, ਟਮਾਟਰ, ਕਾਲੀਆਂ ਮਿਰਚਾਂ, ਫਿੱਕਾ ਖਾਣਾ, ਨੋ ਮਿਰਚਾਂ, ਨੋ ਨਥਿੰਗ, ਕੁਸਕੁਸ, ਪਾਸਤਾ, ਪਰ ਟੋਟਲੀ ਸਾਡੇ ਕੋਲੋਂ ਡਿਫਰੈਂਟ ਫੂਡ। 1-2 ਦਿਨ ਖਾ ਲਓ, ਇਟਸ ਫਾਈਨ, ਨੋ ਮੋਰ ਦੈਨ ਦਾ। ਤੇ ਉੱਥੇ ਗੰਨਿਆਂ ਦਾ ਜੂਸ ਬਹੁਤ ਪੀਤੇ ਸਨ, ਅਨਾਰ ਦਾ ਜੂਸ, ਗੰਨਿਆਂ ਦਾ ਜੂਸ, ਤੇ ਮੈਨੂੰ ਅਜੀਬ ਲੱਗਦਾ ਦਾ ਸੀ, ਫਰੈਸ਼ ਇਹਨਾਂ ਨੇ ਪੀਣਾ ਤੇ ਸੇਮ ਥਿੰਗ ਕੋਲਿਆਂ 'ਤੇ ਪੱਕਦਾ ਸੀ, ਨੋ ਗੈਸ ਸਿਸਟਮ। ਉਹਨਾਂ ਨੇ ਕੁਕਰੀਆਂ ਪੱਕਣੀਆਂ, ਉੱਥੇ ਜ਼ੱਬਾ ਕਰਨਾ। ਮੇਰੇ ਬੱਚਿਆਂ ਨੇ ਚੀਕਾਂ ਮਾਰਨੀਆਂ ਦੇਖ ਕੇ ਕਿ ਸਾਡੇ ਸਾਹਮਣੇ, ਬਿਕਾਜ਼ ਅਸੀਂ ਬੱਚਿਆਂ ਦੇ ਸਾਹਮਣੇ ਕਦੇ ਸੀ ਜ਼ੱਬਾ ਕੀਤਾ ਹੈ, ਤੇ ਡਰਦੇ ਉਹਦੇ ਸਨ ਦੇਖ ਕੇ ਤੇ ਕਾਫੀ ਨਾਈਸ ਟਾਈਮ ਗੁਜ਼ਰਿਆ ਉੱਥੇ। ਫਿਰ ਉਹ ਕਹੇ ਸਿਸਟਰ ਨਾਓ ਟਾਈਮ ਟੂ ਗੋ, ਬਾ ਹਾਊ? ਮੈਂ ਕਿਹਾ ਜਿਸ ਤਰ੍ਹਾਂ ਤੂੰ ਮੈਨੂੰ ਲੈ ਕੇ ਆਇਆ ਨਾ, ਯੂ ਗੋਨਾ ਸੈਂਡ ਮੀ ਬੈਕ ਲਾਈਕ ਦਾ। ਕਹਿੰਦਾ ਹੈਵ ਯੂ ਐਵਰ ਟਰੈਵਲ ਇਨ ਅ ਸ਼ਿਪ? ਮੈਂ ਕਿਹਾ ਨੋ। ਕਹਿੰਦਾ ਰਾਈਟ, ਦ ਸ਼ਿਪ ਇਜ਼ ਗੋਇੰਗ ਦੇਅਰ, ਬਟ ਇਟਸ ਗੋਨਾ ਟੇਕ 4 days। ਮੈਂ ਕਿਹਾ ਓ ਮਾਈ ਗॉड, ਓਕੇ ਦੈਟਸ ਫਾਈਨ। ਉਹਨੇ ਵਿਚਾਰੇ ਨੇ ਸਾਨੂੰ ਸ਼ਿਪ ਦਾ ਕਰਾ ਕੇ ਦਿੱਤਾ। ਸੋ ਅਸੀਂ ਸ਼ਿਪ ਦੇ ਵਿੱਚ ਆਏ। ਡੈਡੀ ਹੈਲ ਮੇਰਾ ਜ਼ੇਵਰ ਸਾਰਾ ਚੋਰੀ ਹੋ ਗਿਆ ਸ਼ਿਪ ਦੇ ਵਿੱਚ। ਕਿਹਨੂੰ ਮੈਂ ਰਿਪੋਰਟ ਕਰਾਂ? ਉੱਥੇ ਦੇ ਬੰਦੇ ਮੇਰੀ ਬੋਲੀ ਨਾ ਸਮਝ ਸਕਣ, ਦੇ ਆਰ ਸਪੀਕਿੰਗ ਸੁਡਾਨੀਜ਼ ਤੇ ਮੈਂ ਹੁਣ ਇੰਗਲਿਸ਼ ਬੋਲਾਂ। ਉਹ ਹੁਣ ਵਿਚਾਰੇ ਨੇ ਉਹਨੂੰ ਬਿਠਾਤਾ, ਕੋਈ ਕਮਿਊਨਿਟੀ ਨਹੀਂ ਹੈ ਉਹਨਾਂ ਦੇ ਨਾਲ, ਨੋ ਫੋਨ ਕਾਲ, ਨਥਿੰਗ। ਮੈਂ ਕਿਸ ਤਰ੍ਹਾਂ ਇਹਨਾਂ ਨੂੰ ਰਿਪੋਰਟ ਕਰਾਂ ਫਿਰ ਮੈਂ ਜਾ ਕੇ ਪਲੇਨ ਦੇ ਵੱਡੇ ਨੂੰ ਕਿਹਾ ਕਿ ਮੇਰਾ ਜ਼ੇਵਰ ਐਸਾ ਚੋਰੀ ਹੋ ਗਿਆ। ਕਹਿੰਦਾ ਤੁਹਾਨੂੰ ਸ਼ੱਕ ਹੈ ਕਿਸੇ ਦੇ ਉੱਤੇ? ਮੈਂ ਕਿਹਾ ਸ਼ੱਕ ਤਾਂ ਨਹੀਂ ਹੈ, ਪਰ ਮੈਨੂੰ ਨਹੀਂ ਪਤਾ। ਐਂਡ 4 ਦਿਨ ਜਿੱਥੇ ਅਸੀਂ ਪਹੁੰਚਣਾ ਸੀ, ਇੱਕ ਜਗ੍ਹਾ 'ਤੇ ਰੁਕਿਆ ਸੀ, ਅਤੇ ਉੱਥੇ ਪੈਸੇਂਜਰ ਕਾਫੀ ਉਤਰੇ ਅਤੇ ਚੜ੍ਹੇ। ਸੋ ਦੈਟਸ ਇਟ, ਆਈ ਲੋਸਟ ਵਟ ਐਵਰ ਆਈ ਹੈਡ। ਮੂਡ ਬਹੁਤ ਆਫ ਹੋ ਗਿਆ। ਉੱਥੇ ਮੈਂ ਪਹੁੰਚੀ, ਮੈਂ ਆਪਣੇ ਹਸਬੈਂਡ ਨੂੰ ਦੱਸਿਆ, ਮੈਂ ਕਹਿੰਦਾ ਇਟਸ ਆਲਰਾਈਟ। ਫਿਰ ਉਹਨਾਂ ਨਾਲ ਕਮਿਊਨੀਕੇਟ ਹੋਇਆ, ਔਰ ਮੈਂ ਕਿਹਾ ਬ੍ਰਦਰ ਦਿਸ ਇਜ਼ ਦ ਥਿੰਗ ਹੈਪਨ। ਵਿਚਾਰੇ ਨੂੰ ਇੰਨਾ ਫੀਲ ਹੋਏ। ਕਹਿੰਦਾ ਵੋ ਕੈਨ ਆਈ ਡੂ ਮਾਈ ਸਿਸਟਰ, ਟੈਲ ਮੀ। ਮੈਂ ਕਿਹਾ ਮੈਂ ਕੁਛ ਨਹੀਂ ਚਾਹੀਦਾ, ਆਈ ਡੋਂਟ ਵਾਂਟ ਨਾਓ ਐਨੀਥਿੰਗ, ਇਜ਼ ਗੋਨ। ਤੇ ਕਾਫੀ ਵੀ ਚੀਜ਼ਾਂ ਸਨ, ਉਹਨਾਂ ਨੇ ਮੈਨੂੰ ਖਰੀਦ ਕੇ ਦਿੱਤੇ। ਮੇਰੀ ਬੇਟੀ ਨੂੰ ਅੰਗੂਠੀ, ਕਾਂਟੇ ਵਗੈਰਾ, ਮੈਨੂੰ ਚੇਨ ਲੈ ਕੇ ਦਿੱਤਾ। ਮੈਂ ਕਿਹਾ ਯਾਦਗਿਰੀਆਂ ਹੈ ਨਾ। ਅਤੇ ਬਸ ਫਿਰ ਯਾਦਗਿਰੀ ਨਹੀਂ ਉਹਨਾਂ ਦੀ ਰਹੀ। ਵੀ ਕੇਮ ਬੈਕ, ਅਤੇ ਫਿਰ ਮੇਰੇ ਹਸਬੈਂਡ ਨੇ ਡਿਸਾਈਡ ਕੀਤਾ ਨੋ, ਵੀ ਸ਼ੁਡ ਜਸਟ ਗੋ ਬੈਕ, ਬੱਚਿਆਂ ਨੂੰ ਸਕੂਲਿੰਗ ਵਗੈਰਾ ਚਾਹੀਦਾ। ਸੋ ਬਸ ਫਿਰ ਅਸੀਂ ਵਾਪਸ ਆ ਗਏ ਕਿ ਨੈਰੋਬੀ, ਫਿਰ ਵਾਪਸ ਸੈਟਲ ਹੋਏ। ਸੁਡਾਨ ਦੇ ਵਿੱਚ ਤੁਸੀਂ ਕਮਿਊਨੀਕੇਟ ਫਿਰ ਕਿਸ ਤਰ੍ਹਾਂ ਕੀਤਾ? ਹਸਬੈਂਡ ਦੇ ਨਾਲ, ਨੇਬਰਸ ਦੇ ਨਾਲ, ਜਾਂ ਕੋਈ ਨੇਬਰ ਹੈਗੇ ਨਹੀਂ ਸੀ? ਨੇਬਰ ਜਿਹੜੇ ਸਨ ਉਹ ਸੁਡਾਨੀਜ਼ ਬੋਲਦੇ ਸਨ, ਵਿੱਚ ਮੈਨੂੰ ਇਸ਼ਾਰਾ ਕਰਕੇ ਬੋਲਣਾ ਪੈਂਦਾ ਸੀ। ਅਤੇ ਜਿਹੜਾ ਇਹਨਾਂ ਦਾ ਬੌਸ ਸੀ ਉਹ ਲੰਡਨ ਤੋਂ ਗਿਆ ਆਇਆ ਸੀ, ਇੰਗਲਿਸ਼ਮੈਨ ਸੀ। ਸੋ ਉਹਨਾਂ ਨਾਲ ਫਾਈਨ ਸੀ ਕਿ ਅਸੀਂ ਇੰਗਲਿਸ਼ ਬੋਲ ਲੈਂਦੇ ਸਾਂ। ਅਤੇ ਜਿਹੜੀ ਉਹਨਾਂ ਦੀ ਵਾਈਫ ਸੀ ਨਾ, ਉਹ ਬੋਲਦੀ ਸੀ ਸੁਡਾਨੀਜ਼, ਅਤੇ ਉਹਨੇ ਫਿਰ ਮੈਨੂੰ ਸਿਖਾਉਣਾ ਕਿ ਤੂੰ ਐਸਾ ਇਹਨਾਂ ਨਾਲ ਗੱਲ ਕਰਿਆ ਕਰ। ਅਤੇ ਵੈਰੀ ਥੋੜ੍ਹੀ ਅਰਬਿਕ ਉਹਦੀ ਸੀ ਵਿੱਚ। ਅਤੇ ਤੁਸੀਂ ਇੰਗਲਿਸ਼ ਕਿੱਥੇ ਸਿੱਖੀ ਸੀ? ਮਰਿਆਕਨੀ ਜੀ, ਕੀਆਂ ਦੇ ਵਿੱਚ।
ਉੱਥੇ ਬੋਲਦੇ ਸਨ, ਇੰਗਲਿਸ਼ ਬੋਲਦੇ ਸਨ, ਜ਼ਿਆਦਾ ਤੇ ਸਵਾਹਿਲੀ ਲੈਂਗੁਏਜ ਬੋਲਦੇ ਸਨ। ਪਰ ਜਦੋਂ ਨੈਰੋਬੀ ਤੋਂ ਕੋਈ ਆਵੇ ਨਾ, ਫਿਰ ਅਸੀਂ ਥੋੜ੍ਹੀ ਥੋੜ੍ਹੀ ਇੰਗਲਿਸ਼ ਬੋਲਣੀ, ਅਤੇ ਫਿਰ ਜਦੋਂ ਕਦੋਂ ਸਕੂਲ ਜਾਣਾ ਥੋੜ੍ਹੀ ਥੋੜ੍ਹੀ ਇੰਗਲਿਸ਼ ਬੋਲਣੀ ਨਾ। ਅਤੇ ਉੱਥੇ ਜੇ ਕੋਈ ਇੰਗਲਿਸ਼ ਹੀ ਬੋਲੇ ਨਾ, ਅਸਾਂ ਦੇਖਦੇ ਹੁੰਦੇ ਸਨ ਕਿ ਇਹ ਬਹੁਤ ਐਡੂਕੇਟਡ ਬੰਦਾ ਹੈ, ਨਾਨੀ ਨਾਲ ਕੀ ਬੋਲਦੇ ਸੀ? ਪੰਜਾਬੀ। ਨਾਨੀ ਨਾਲ ਪੰਜਾਬੀ, ਨਾਨੇ ਨਾਲ ਪੰਜਾਬੀ। ਅਤੇ ਮੋਸਟਲੀ ਉੱਥੇ ਦੇ ਬੰਦੇ ਕਾਫੀ ਸਵਾਹਿਲੀ ਬੋਲਦੇ ਹੁੰਦੇ ਸਨ। ਅਤੇ ਫਿਰ ਮੇਰੇ ਬੱਚੇ ਵੀ ਸਵਾਹਿਲੀ ਬੋਲਦੇ ਹੁੰਦੇ ਸਨ। ਮੇਰੇ ਜਿਹੜੇ 2 ਲਾਸਟ ਬੋਰਨ ਸੀ ਨਾ, ਛੋਟੇ ਜਿਹੜੇ, ਉਹ ਇੰਨੀ ਸਵਾਹਿਲੀ ਬੋਲਦੇ ਸਨ ਕਿ ਜਦੋਂ ਅਸੀਂ ਇੱਥੇ ਆਏ ਤਾਂ ਵੀ ਸਵਾਹਿਲੀ ਬੋਲਦੇ ਸਨ। ਅਤੇ ਇੱਕ ਦਿਨ ਨਾ ਮੇਰੇ ਬੱਚੇ ਸਕੂਲ ਗਏ, ਵਾਪਸ ਆਏ ਨਾ, ਅਤੇ ਕੁੜੀ ਅਤੇ ਮੁੰਡਾ ਛੋਟੇ ਸਨ। ਕੁੜੀ ਮੇਰੀ ਸੀ 4 ਸਾਲਾਂ ਦੀ, ਅਤੇ ਮੁੰਡਾ 5 ਸਾਲਾਂ ਦਾ ਸੀ ਕਿ 6 ਸਾਲਾਂ ਦਾ ਸੀ, ਸਮਥਿੰਗ ਲੈਤਾ। ਅਤੇ ਉਹਨੇ ਨਾ ਐਸਾ ਕੁਰਸੀ ਪੁਸ਼ ਹੋਈ, ਅਤੇ ਕੁੜੀ ਨੇ ਕਿਹਾ ਸੇ ਐਕਸਕਿਊਜ਼ ਮੀ, ਪਾਰਡਨ। ਉਹਨੇ ਕਿਹਾ ਯੂ ਕਾਲਿੰਗ ਮੀ ਪਾਰਡਨ। ਉਹਨੇ ਚੁੱਕ ਕੇ ਉਹਨੂੰ ਮਾਰਿਆ। ਉਹਨੂੰ ਲੱਗਿਆ ਪਾਰਡਨ ਕੀ ਗੱਲ ਹੈ ਕੋਈ। ਉਹਨੂੰ ਕਹਿੰਦਾ ਸਵਾਹਿਲੀ 'ਚ, ਹਾਂ ਤੂੰ ਇੱਥੇ ਆ ਕੇ ਸਕੂਲ ਜਾਣਾ ਸ਼ੁਰੂ ਹੋ ਗਈ, ਤੈਨੂੰ ਲੱਗਦਾ ਤੂੰ ਬਹੁਤ ਵੱਡੀ ਹੋ ਗਈ, ਇੰਗਲਿਸ਼ ਬੋਲਣਾ ਸ਼ੁਰੂ ਹੋ ਗਈ, ਅਤੇ ਸਾਰਿਆਂ ਨੂੰ ਇਹਨਾਂ ਨੂੰ ਮਜ਼ਾ ਆਉਂਦਾ ਸੀ। ਮੇਰੀਆਂ ਨਨਾਨਾਂ ਵਗੈਰਾ ਸੁਣਦੇ ਹੁੰਦੇ ਸਨ ਕਿ ਇਹ ਸਵਾਹਿਲੀ ਬੋਲਦੇ ਨੇ ਬੱਚੇ, ਇੰਨੀ ਇਹਨਾਂ ਨੂੰ ਮਿੱਠੀ ਜ਼ੁਬਾਨ ਲੱਗਦੀ ਹੁੰਦੀ ਸੀ। ਪਰ ਫਿਰ ਸਲੋਲੀ ਸਾਰਾ ਕੁਝ ਖਤਮ ਹੋ ਗਿਆ ਜੀ। ਅਤੇ ਫਿਰ ਨਾਇਰੋਬੀ ਤੋਂ ਇੱਥੇ ਆਏ? ਫਿਰ ਨੈਰੋਬੀ ਤੋਂ ਇੱਥੇ ਨਹੀਂ ਆਈ, ਫਿਰ ਨੈਰੋਬੀ ਤੋਂ ਮੈਂ ਮਰੀਕਨੀ ਗਈ। ਮਰੀਕਨੀ ਮੈਂ ਗਈ ਨਾ, ਅਤੇ ਫਿਰ ਮੇਰੇ ਬੇਟਾ ਅਤੇ ਬੇਟੀਆਂ ਜਿਹੜੇ 3 ਵੱਡੇ ਸਨ, ਉਹ ਜਵਾਨ ਹੋ ਗਏ ਸਨ ਬੱਚੇ। ਸੋ 16 ਦੀ ਸੀ ਮੇਰੀ ਵੱਡੀ ਕੁੜੀ, 14 ਸੀ ਮੇਰਾ ਦੂਸਰਾ ਮੁੰਡਾ, ਤੀਸਰਾ ਮੇਰਾ 12 ਦਾ ਸੀ। ਫਿਰ ਕਹਿਣ ਕਿ ਹੁਣ ਤੂੰ ਬੱਚਿਆਂ ਨੂੰ ਇੱਥੇ ਪੈ ਜਾ, ਹੁਣ ਬੱਚਿਆਂ ਨੂੰ ਕਿਸ ਤਰ੍ਹਾਂ ਭੇਜਾਂ ਮੈਂ, ਹੈ ਨਾ। ਅਤੇ ਕਰਦੇ ਫਿਰ ਪਤਾ ਲੱਗਿਆ ਕਿ ਕੋਈ ਫੈਮਿਲੀ ਆ ਰਹੀ ਹੈ ਨੈਰੋਬੀ ਤੋਂ। ਫਿਰ ਉਹਦੇ ਨਾਲ ਮੈਂ ਬੇਟੀ ਨੂੰ ਭੇਜਿਆ। ਫਿਰ 2-3 ਮਹੀਨਿਆਂ ਬਾਅਦ ਮੁੰਡੇ ਨੂੰ ਭੇਜਿਆ। ਫਿਰ ਥੋੜ੍ਹੀ ਦੇਰ ਬਾਅਦ ਦੂਸਰੇ ਮੁੰਡੇ ਨੂੰ ਮੈਂ ਭੇਜਿਆ। 3 ਬੱਚਿਆਂ ਨੂੰ ਮੈਂ ਇਸ ਤਰ੍ਹਾਂ ਭੇਜਿਆ। ਇੱਥੇ ਆਈ, ਮੇਰੀ ਬੇਟੀ ਰਹੀ ਮੇਰੀ ਨਨਾਣ ਦੇ ਕੋਲ, ਰੋਚਡੇਲ, ਸਟ੍ਰੇਟ ਇਨ ਰੋਚਡੇਲ। ਅਤੇ ਮੇਰੀ ਬੇਟੀ ਰਹੀ ਮੇਰੀ ਨਨਾਣ ਕੋਲ, ਕਿੰਗ ਸਟਰੀਟ। ਅਤੇ ਮੇਰਾ ਹਸਬੈਂਡ ਉਹ ਟਾਈਮ ਫਲੈਟਾਂ 'ਤੇ ਹੁੰਦੇ ਸਨ। ਅਤੇ ਫਿਰ ਜਦੋਂ ਬੇਟਾ ਆਇਆ, ਫਿਰ ਮੇਰੇ ਹਸਬੈਂਡ ਨੇ ਮਕਾਨ ਲਿੱਤਾ ਵੈਂਸਲੀ ਵੇ, ਨਿਊਬੋਰਨ ਏਰੀਆ। ਫਿਰ ਉੱਥੇ ਮੇਰੀ ਬੇਟੀ ਵੀ ਉੱਥੇ ਸੀ, ਅਤੇ ਦੋਨੋਂ ਬੇਟੇ ਨਾਲ ਸਨ। ਅਤੇ ਇੱਥੇ ਰਹੇ ਮੈਨੂੰ ਲੱਗਦਾ 3 ਸਾਲ ਤੱਕ। ਅਤੇ ਤੁਸੀਂ ਕਦੋਂ? ਮੈਂ ਮਰੀਕਨੀ। ਐਂਡ ਫਿਰ ਉਹ ਬਹੁਤ ਮੇਰੇ ਵਾਸਤੇ ਹਾਰਡ ਸੀ ਮਰੀਕਨੀ ਬੱਚਿਆਂ ਦੇ ਨਾਲ। ਅਤੇ couple of months was fine। ਫਿਰ ਮਨੀ ਵਾਈਜ਼ ਪ੍ਰੋਬਲਮ ਦਿਸੰਦਾ, ਫਿਰ ਆਸਤੇ ਆਸਤੇ ਮੈਂ ਆਪਣਾ ਬਿਜ਼ਨਸ ਸ਼ੁਰੂ ਕਰ ਲਿੱਤਾ। ਆਈ ਹੈਡ ਇੰਡੀਆਨਾ ਟੇਕ ਅਵੇ, ਅਤੇ ਮੇਰਾ ਟੇਕ ਅਵੇ ਸੀ ਔਨ ਦ ਉਹਰੂ ਹਾਈਵੇ, ਮੋਟਰਵੇ, ਕਿ ਜਿੱਥੋਂ ਲੋੜੀਆਂ ਲੰਘਦੀਆਂ ਨੇ ਉੱਥੇ ਖੜੇ ਹੁੰਦੇ ਨੇ। ਸੁਬਹ ਮੈਂ ਖੋਲ੍ਹਦੀ ਸੀ 11 ਵਜੇ, ਰਾਤੀ 11 ਵਜੇ ਤੱਕ। ਸੁਬਹ ਬ੍ਰੈਕਫਾਸਟ ਹੁੰਦੀ ਸੀ, ਮੰਡਾਜ਼ੀ, ਮਹੰਬਰੀ, ਕਈਮਾ ਟੀ, ਕਟਿਆ ਸੀਨੀਆਂ, ਡਿਫਰੈਂਟ ਲੋਕ ਆ ਕੇ ਨਾਸ਼ਤਾ ਕਰਦੇ ਹੁੰਦੇ ਸਨ। ਫਿਰ 12 ਵਜੇ ਖਾਣਾ ਹੁੰਦਾ ਸੀ, ਚੌਲ, ਦਾਲ, ਪਰੌਂਠੇ, ਉਗਾਲੀ। ਸ਼ਾਮ ਨੂੰ ਫਿਰ ਤੇ ਸੈਪਰੇਟ ਸਮੋਸੇ, ਪਕੌੜੇ, ਜੇ ਕਿਸੇ ਨੇ ਸਿਰਫ ਚਾਹ ਪੀਣੀ ਹੋਵੇ ਨਾ। ਅਤੇ ਲੋਕਾਂ ਨੂੰ, ਕਈਆਂ ਨੂੰ ਬਹੁਤ ਫਨੀ ਲੱਗਦਾ ਸੀ ਕਿ ਏਸ਼ੀਅਨ ਔਰਤ ਹੋ ਕੇ ਟੇਕ ਅਵੇ ਖੋਲ੍ਹਿਆ ਹੈ। ਅਤੇ ਬਹੁਤ ਉਹਨਾਂ ਨੂੰ ਮੁਸ਼ਕਿਲ ਲੱਗਦਾ ਸੀ। ਕਾਫੀ ਬੰਦੇ ਕਹਿੰਦੇ ਸਨ ਕਿ ਤੂੰ ਬੰਦ ਕਰ, ਵਿਲ ਗਿਵ ਯੂ ਸਪੋਰਟ। ਨੋ, ਇਹ ਮੇਰਾ ਪਰਸੀਨਾ ਹੈ। ਇੱਕ ਅਸੀਂ ਸਾਡਾ ਜੇਠ, ਆਈ ਰਿਮੈਂਬਰ, ਬਣਿਆ ਹੋਇਆ ਸੀ, ਇਹਨਾਂ ਦਾ ਕਜ਼ਨ ਬ੍ਰਦਰ ਸੀ, ਉਹਦਾ ਫਾਰਮ ਸੀ। ਉਹ ਮੈਨੂੰ ਕਹਿੰਦਾ ਸੀ ਤੂੰ ਇਹ ਬੰਦ ਕਰ, ਤੂੰ ਮੇਰੇ ਫਾਰਮ ਵਿੱਚ ਆ ਕੇ ਰਹੇ, ਮੈਂ ਤੈਨੂੰ ਖਰਚਾ ਦੇਵਾਂਗਾ। ਦਿਸ ਡਜ਼ਨਟ ਲੁੱਕ ਗੁੱਡ। ਮੈਂ ਕਿਹਾ ਭਾਜੀ, ਆਮ ਅਰਨਿੰਗ ਮਾਈ ਓਨ, ਤੇ ਵਾਜ਼ ਅ ਬਿਟ ਹਾਰਡ ਮੇਰੇ ਵਾਸਤੇ। ਬਹੁਤ ਮੁਸ਼ਕਿਲ ਨਾਲ 3 years ਗੁਜ਼ਰੇ, ਕਿਉਂਕਿ ਜਦੋਂ ਇਹ ਪੈਸੇ ਭੇਜਣੇ ਸਨ ਕਿਸੇ ਦੇ ਅਕਾਊਂਟ ਵਿੱਚ, ਦੇ ਵਿਲ ਟੇਕ ਅ ਵੀਕ ਟੂ ਗਿਵ ਮੀ, ਨੋਟ ਡਾਇਰੈਕਟ। ਫਿਰ ਉਹ ਟਾਈਮ ਟੈਲੀਫੋਨ ਵੀ ਹਾਰਡ ਸੀ, ਮੋਬਾਈਲ ਨਹੀਂ ਸੀ। ਟੂ ਕਿਸੇ ਦੇ ਘਰ ਫੋਨ ਕਰਨ, ਮੈਂ ਜਾ ਕੇ ਉੱਥੇ ਸੁਣਾ। ਫਿਰ ਮੇਰੀ ਨਾਨੀ ਦੇ ਘਰ ਫੋਨ ਸੀ, ਮੈਂ ਪਿਛਲੇ ਮਕਾਨ ਵਿੱਚ ਸੀ। ਕਦੇ ਫੋਨ ਆਉਣਾ, ਵਿਚਾਰੀ ਨੇ 2 ਦਰਵਾਜ਼ੇ ਖੋਲ੍ਹ ਕੇ ਆ ਕੇ ਮੈਨੂੰ ਕਹਿਣਾ ਬਿਨਾਂ ਤੇਰਾ ਫੋਨ ਆਇਆ। ਫਿਰ ਮੈਂ ਦੌੜੀ ਆ ਕੇ ਫੋਨ ਸੁਣਾ। ਅਤੇ ਬੱਚੇ ਵੀ ਤੁਹਾਡੇ ਕੋਲ ਸੀ? 3 ਬੱਚੇ ਮੇਰੇ ਕੋਲ ਸਨ। 3 ਬੱਚੇ ਮੇਰੇ ਕੋਲ ਸਨ, ਅਤੇ 3 ਇੱਥੇ ਸਨ। ਸੋ ਫਿਰ ਮੈਂ ਉੱਥੇ 3 ਬੱਚਿਆਂ ਨਾਲ ਰਹੀ।
ਫਿਰ 3 ਸਾਲ ਬਾਅਦ ਜਦੋਂ ਸਾਡਾ ਹੋ ਗਿਆ, ਮੈਂ ਨਹੀਂ ਸੀ ਸੋਚਿਆ ਕਿ ਵਾਕਿਆ ਮੈਨੂੰ ਬੁਲਾ ਰਹੇ ਨੇ। ਮੇਰਾ ਪਾਸਪੋਰਟ ਵਗੈਰਾ ਤਿਆਰ ਕੀਤਾ ਗਿਆ, ਟਿਕਟ ਲਿੱਤਾ, ਅੱਛਾ ਹੁਣ ਤੂੰ ਆ ਜਾ ਨੈਰੋਬੀ। ਮੈਂ ਇਸ ਤਰ੍ਹਾਂ ਹੀ ਮਾਮੂਲੀ ਕੱਪੜੇ ਪੈਕ ਕੀਤੇ ਅਤੇ ਮੇਰੀ ਨਾਨੀ ਫੌਤ ਹੋ ਗਈ ਸਨੋ ਟਾਈਮ। ਅਤੇ ਨਹੀਂ ਸੌਰੀ, ਮੇਰੀ ਨਾਨੀ ਹੈ ਸੀ ਅਤੇ ਮੇਰੀ ਨਾਨੀ ਕਦੇ ਕੋਈ ਨਹੀਂ ਮੈਂ ਪੁੱਤਰ ਸਾਰਾ ਕੁਝ ਠੀਕ ਹੋ ਜਾਏਗਾ। ਮੈਂ ਕਿਹਾ ਮੈਨੂੰ ਨਹੀਂ ਲੱਗਦਾ ਮੈਂ ਜਾ ਰਹੀ ਹਾਂ, ਐਵੇਂ ਮੇਰੇ ਨਾਲ ਮਸਤੀ ਹੋ ਰਹੀ ਹੈ ਮੈਨੂੰ ਕਹਿੰਦੀ ਨਹੀਂ। ਸੋ ਅਸੀਂ ਆਏ ਨੈਰੋਬੀ, ਮੇਰੇ ਜੇਠ ਦੇ ਘਰ, ਤਿਆਰੀਆਂ ਤੁਰੀਆਂ, ਸਵੈਟਰ ਪਾਓ, ਸੌਕਸ ਪਾਓ, ਗਰਮ ਕੱਪੜੇ, ਮੇਰੀ ਜਠਾਣੀ ਨੂੰ ਇਹ ਪਾਓ, ਉਹ ਕਰੋ, ਇਹ ਕਰੋ। ਅਤੇ ਮੇਰੇ ਜੇਠ ਫਿਰ ਮੈਨੂੰ ਲੈ ਕੇ ਗਿਆ ਏਅਰਪੋਰਟ, ਉੱਥੇ ਪਾਸਪੋਰਟਸ ਵਗੈਰਾ ਦਿਖਾਏ, ਸਾਰਾ ਕੁਝ। ਫਸਟ ਟਾਈਮ ਐਮਰੇਟ 'ਚ ਬੈਠ ਰਹੇ ਹਾਂ, ਐਡਾ ਵੱਡਾ ਅਸੀਂ ਬੈਠੇ, ਮੇਰੀ ਜਾਨ ਹਾਲਤ 'ਚ। ਮੈਂ ਕਹਿਣਾ ਨੇ ਸਾਨੂੰ ਐਨੀ ਟਾਈਮ ਕਹਿਣਾ ਗੈਟ ਆਊਟ। ਚਲੋ ਪਲੇਨ ਚੜ੍ਹ ਗਿਆ, ਕਦੇ ਸਫ਼ਰ ਨਹੀਂ ਕੀਤਾ। ਅਸੀਂ ਦੁਬਈ ਪਹੁੰਚੇ, ਉੱਥੇ ਉਤਰੇ, ਹੁਣ ਮੈਂ ਡਰ ਕੇ ਪੜੀ ਜਾਵਾਂ ਬੱਚਿਆਂ ਦੀ ਕੀ ਉਮਰ ਸੀ? ਛੋਟੀ ਸੀ ਮੇਰੀ 4 ਸਾਲਾਂ ਦੀ, ਮੁੰਡਾ ਸੀ 5 ਦਾ, ਕੁੜੀ ਸੀ 7 ਦੀ ਸੀ ਵੱਡੀ ਜਿਹੜੀ। ਤੇ ਛੋਟੇ ਸਨ ਹੈ ਨਾ, ਅਤੇ ਉਹਨਾਂ ਵਾਸਤੇ ਉਹ ਸਮਥਿੰਗ ਡਿਫਰੈਂਟ, ਕਦੇ ਬੈਠੇ ਨਹੀਂ ਵੱਡੇ ਫਲਾਈਟ ਦੇ ਵਿੱਚ। ਹੀ ਵਾਜ਼ ਅਮੇਜ਼ਿੰਗ। ਸੋ ਅਲਹਮਦੁਲਿਲਾ ਇੱਥੇ ਪਹੁੰਚੇ ਮੈਨਚੈਸਟਰ ਏਅਰਪੋਰਟ, ਸਾਨੂੰ ਚੁੱਕਣ ਆਏ। Can you remember the year? 96 in January, 27th of January 96। ਅਤੇ ਉਹ ਟਾਈਮ ਕਾਫੀ ਸਨੋ ਪਈ ਸੀ, ਅਤੇ ਅਸੀਂ ਬਾਹਰ ਨਿਕਲੇ ਕਮਰੇ, ਅਤੇ ਬੱਚੇ ਸਨੋ ਦੇਖਣ ਅਤੇ ਉਹ ਸਵਾਹਿਲੀ ਬੋਲਣ, ਅਤੇ ਉਹ ਦੌੜਨ ਨੂੰ ਕਰਨ, ਅਤੇ ਆਪਣੇ ਪਿਓ ਨੂੰ ਕਹਿਣ ਡੈਡੀ। ਅਸੀਂ ਸਵਾਹਿਲੀ 'ਚ ਕਿ ਸਰ ਅਸੀਂ ਪਕੜਨੀ ਹੈ, ਅਤੇ ਇੱਕ ਦੂਸਰੇ ਨੂੰ ਕਹਿਣ ਦੇਖ ਅੰਗਲੀਆ ਬਰਾਫੂ, ਲੁੱਕ ਐਟ ਸਨੋ ਹੈ ਨਾ। ਅਤੇ ਅਸੀਂ ਘਰ ਆਏ ਬੜੀ ਖੁਸ਼ੀ ਨਾਲ। ਮੈਂ ਕਿਹਾ ਅਲਹਮਦੁਲਿਲਾ, ਅੱਜ ਵਕਤ ਮੈਂ ਇੱਥੇ ਇਹਨਾਂ ਦੇ ਘਰ ਪਹੁੰਚੀ ਕਿੰਗ ਸਟਰੀਟ, ਤਾਂ ਮੈਨੂੰ ਤਸੱਲੀ ਹੋਈ ਵਾਕਿਆ ਮੈਂ ਪਹੁੰਚ ਗਈ ਹਾਂ। ਪਰ ਵਿੱਚੋਂ ਥੋੜ੍ਹਾ ਡਰ ਵੀ, ਪਰ ਅਲਹਮਦੁਲਿਲਾ ਮੈਂ ਪਹੁੰਚ ਗਈ ਹਾਂ। ਮੇਰਾ ਆਦਮੀ ਨੂੰ ਮੈਂ ਦੇਖ ਰਹੀ ਹਾਂ, ਮੇਰੇ ਬੱਚਿਆਂ ਨੂੰ ਮੈਂ ਦੇਖ ਰਹੀ ਹਾਂ। ਇਟ ਵਾਜ਼ ਕੈਨ ਬਿਲੀਵ ਇਟ, ਕਿਸ ਤਰ੍ਹਾਂ ਮੈਂ ਸਫ਼ਰ ਕੀਤਾ ਬੱਚਿਆਂ ਦੇ ਨਾਲ। ਸੋ ਮੇਰੀਆਂ ਨਨਾਣਾ ਖਲੋਤੀਆਂ ਹੋਈਆਂ, ਵੈਲਕਮ ਉਹਨਾਂ ਨੇ ਕੀਤਾ, ਸੋ ਲਵਲੀ ਮਾਸ਼ਾਅੱਲਾ। ਅਤੇ ਬੱਚੇ ਮੇਰੇ ਦੌੜ ਕੇ ਸਨੋ ਦੇ ਵਿੱਚ, ਫੁੱਪੀਆਂ ਖਲੋਤੀਆਂ ਹੋਈਆਂ ਕਿ ਆ ਕੇ ਸਾਨੂੰ ਮਿਲੋ, ਦੇ ਵਿਦ ਸਨੋ ਦੇ ਹੈਵਨਟ ਸੀਨ। ਸੋ ਅੰਦਰ ਵੜੇ, ਇਸਲਾਮ ਦੁਆ ਸਾਰੇ, ਅਤੇ ਫਿਰ ਉਹ ਹੈਰਾਨ ਹੋਣ ਬੱਚੇ ਸਵਾਹਿਲੀ ਬੋਲਣ, ਅਤੇ ਉਹਨਾਂ ਵਾਸਤੇ ਸਮਥਿੰਗ ਨਿਊ। ਸਾਰੇ ਬੰਦੇ ਨਵੇਂ ਛੋਟੇ ਸਨ, ਜਦੋਂ ਉਹਨਾਂ ਨੇ ਫੁੱਪੀਆਂ ਵਗੈਰਾ ਨੂੰ ਦੇਖੇ, ਅਤੇ ਹੋਰ ਪਿਆਰ ਇਹਨਾਂ ਨੂੰ ਮਿਲ ਰਿਹਾ ਬਸ ਖਾਧਾ ਪੀਤਾ। ਦੈਨ ਵੀ ਕੇਮ ਬੈਕ ਟੂ ਆਵਰ ਹਾਊਸ, ਅਤੇ ਬੱਚੇ ਅੰਦਰ ਹੀ ਨਾ ਟਿਕਣ, ਬਾਰ ਦੇਖਣ। ਬਸ ਫਿਰ ਅਲਹਮਦੁਲਿਲਾ ਸੁਬਾਹ ਉੱਠੇ, ਫਿਰ ਅਸੀਂ ਦੇਖਿਆ ਉਹ ਟਾਈਮ ਕਿਉਂ ਹੈ 9 ਵਜੇ, ਅੰਧੇਰਾ। ਵਾਟ ਇਜ਼ ਦਿਸ? ਨਹੀਂ, ਇਹ ਵਿੰਟਰ ਹੈ, ਸਮਰ ਆਏਗਾ। ਅਸੀਂ ਕਦੇ ਨਹੀਂ ਸੀ ਸੋਚਿਆ, ਸਾਡੇ ਵਿੰਟਰ ਸਮਰ ਹੈ ਹੀ ਨਹੀਂ ਹੈ ਅਤੇ ਸਾਡੇ ਸੇ ਥੋੜ੍ਹਾ ਹਾਰਡ ਸੀ, ਬਹੁਤ ਹਾਰਡ ਸੀ। ਸਭ ਤੋਂ ਹਾਰਡੈਸਟ ਚੀਜ਼ ਕੀ ਲੱਗੇ? ਵਿੰਟਰ ਇੰਨਾ ਮੈਨੂੰ ਹਾਰਡ ਲੱਗਦਾ ਸੀ। ਨਲਕਾ ਖੋਲ੍ਹੋ, ਠੰਡਾ ਪਾਣੀ, ਬਾਹਰ ਦੇਖੋ। ਉਹਨਾਂ ਨੇ ਮੈਨੂੰ ਦੱਸਣਾ ਹੀਟਿੰਗ ਇਸ ਤਰ੍ਹਾਂ ਔਨ ਕਰਨੀ, ਅਸੀਂ ਕਦੇ ਹੀਟਿੰਗ ਨਹੀਂ ਔਨ ਕੀਤੀ। ਇਹਨਾਂ ਨੂੰ ਕਰੀ ਬੈਠਣਾ, ਪਕੜਨਾ, ਦਿਸ ਇਜ਼ ਹੀਟਿੰਗ। ਬਹੁਤ ਲੱਗਦਾ ਸੀ। ਬਾਹਰ ਨਿਕਲੋ, ਕੱਪੜੇ ਪਾਓ, ਅਤੇ ਬੱਚੇ ਕਹਿੰਦੇ ਸੀ ਇਹ ਕੀ ਹੈ ਨਹੀਂ ਪੁੱਤਰ ਠੰਡੀ ਲੱਗ ਜਾਣੀ। ਬਸ ਕਦੇ ਮਾਸ਼ਾਅੱਲਾ ਫਿਰ ਮੇਰੀਆਂ ਨਨਾਣਾ ਨੇ ਮੈਨੂੰ ਦਿਖਾਇਆ ਕਿ ਇੱਥੋਂ ਤੂੰ ਚੀਜ਼ ਲੈ, ਇਹ ਹਲਾਲ ਹੈ। ਸਾਡੇ ਉੱਥੇ ਹਲਾਲ ਹਰਾਮ ਹੈ ਨਹੀਂ, ਗੋਸ਼ਤ ਜਿੱਥੋਂ ਹੀ ਲੈ ਲਓ ਹਲਾਲ ਹੀ ਹਲਾਲ ਹੈ। ਨਹੀਂ ਐਨੀ ਚੀਜ਼ ਖਾਣੀ ਹੈ ਹਰਾਮ ਹੈ, ਦੀਸ ਦਾਈਨ। ਸੋ ਅਲਹਮਦੁਲਿਲਾ ਵਾਜ਼ ਸੋ ਨਾਈਸ ਕਿ ਇਹਨਾਂ ਨੇ ਸਾਰਾ ਕੁਛ ਮੈਨੂੰ ਦਿਖਾਇਆ ਵਗੈਰਾ। ਸੋ ਫਿਰ ਆਸਤੇ ਆਸਤੇ ਸੈਟਲ ਹੋ ਗਈ। ਸੋ ਵੈਂਸਲੀ ਵੇਰ ਹੈ ਆਈ ਥਿੰਕ ਸਾਲ, ਪਰ ਵੀ ਵਾ ਓਵਰ ਕਰਾਊਡਡ। ਉੱਥੋਂ ਫਿਰ ਸਾਨੂੰ ਮਕਾਨ ਇੱਥੇ ਮਿਲ ਗਿਆ, ਫਿਰ ਮਾਸ਼ਾਅੱਲਾ ਇੱਥੇ ਆ ਗਈ ਹੈ ਨਾ। ਫਿਰ ਮੈਂ ਕੰਮ ਕਰਦੀ ਰਹੀ ਪੈਕਿੰਗ ਦੇ ਵਿੱਚ। ਕਿੱਥੇ? ਮੋਸਮਿਲ। ਕਿੰਨੇ ਸਾਲਾਂ ਲਈ? 3 ਸਾਲ ਮੈਂ ਕੰਮ ਕੀਤਾ, ਅਤੇ ਮੇਰੇ ਬੱਚੇ ਉੱਥੇ ਸਕੂਲ ਪੜ੍ਹਦੇ ਸਨ ਸਾਹਮਣੇ ਸੈਂਟ ਪੀਟਰਸ। ਅਤੇ ਆਈ ਰਿਮੈਂਬਰ ਮੈਂ ਬੱਚਿਆਂ ਨੂੰ ਚੁੱਕਣਾ ਸਕੂਲੋਂ, ਘਰ ਆਉਣਾ, ਹਾਲੀ ਖਾਣਾ ਬਣਾ ਰਹੀ ਹਾਂ, ਰੋਜ਼ਾ ਖੁੱਲ੍ਹ ਗਿਆ। ਬਹੁਤ ਫਨੀ ਸੀ। ਸਾਡੇ ਤਾਂ ਉੱਥੇ ਸੁਬਾਹ 5 ਵਜੇ, ਸ਼ਾਮ ਨੂੰ 6 ਵਜੇ ਤੱਕ, ਕਦੇ ਚੇਂਜ ਨਹੀਂ ਟਾਈਮ ਹੋਇਆ। ਥਰੂ ਆਊਟ ਦ ਈਅਰਸ ਇਜ਼ ਸੇਮ।
ਇੱਥੇ ਫਿਰ ਬਹੁਤ ਡਿਫਰੈਂਟ ਲੱਗਦਾ ਸੀ ਨਾ, ਫਿਰ ਇੱਥੇ ਬੰਦੇ ਵੀ ਡਿਫਰੈਂਟ ਲੱਗ ਰਹੇ ਸਨ ਮੈਨੂੰ। ਕੀ ਲੱਗਿਆ ਸੀ ਡਿਫਰੈਂਟ? ਗੱਡੀਆਂ ਇਹਨਾਂ ਦੇ ਸਟਾਈਲ ਮਕਾਨ ਦੇ, ਸਾਡੇ ਡਿਫਰੈਂਟ ਸਟਾਈਲ ਮਕਾਨ ਦੇ, ਇੱਥੇ ਗੱਡੀਆਂ ਦੇ ਡਿਫਰੈਂਟ, ਹਰ ਵਕਤ ਬੰਦ ਬੰਦ, ਉੱਥੇ ਖੁੱਲ੍ਹਾ ਖੁੱਲ੍ਹਾ ਸਾਰਾ ਕੁਛ, ਇਹ ਡਿਫਰੈਂਟ ਸੀ ਅਤੇ ਇੱਥੇ ਜਿਹੜੇ ਘਰ ਵਿੱਚ ਚਲੇ ਜਾਓ ਬੰਦ ਬੰਦ ਬੰਦ, ਉੱਥੇ ਤਾਂ ਬਸ ਦਰਵਾਜ਼ੇ ਖੁੱਲ੍ਹੇ, ਕੋਈ ਚੋਰੀ, ਸਪੈਸ਼ਲੀ ਮਰੀਆਕਾਨੀ। ਨੈਰੋਬੀ ਸਬਿਟ ਇੱਥੇ ਹਾਰ ਹੈ ਬੰਦ ਬੰਦ, ਪਰ ਮਰੀਆਕਾਨੀ ਤੇ ਸੁਬਹ 6 ਵਜੇ ਦਰਵਾਜ਼ਾ ਖੁੱਲ੍ਹਦਾ ਸੀ, ਸ਼ਾਮ ਨੂੰ ਬੰਦ ਹੁੰਦਾ ਸੀ। ਆਇਆ ਨੇਬਰ ਆ ਗਿਆ ਸਲਾਮ ਦੁਆ ਪੁੱਛਣ ਵਾਸਤੇ, ਇਹ ਆ ਗਏ ਉਹ ਆ ਗਏ। ਮਰੀਆਕਾਨੀ ਵਾਜ਼ ਅ ਬਿਟ ਡਿਫਰੈਂਟ, ਨੈਰੋਬੀ ਇੱਥੇ ਹਾਰ ਹੈ। ਸੋ ਫਿਰ ਠੰਡੀਆਂ, ਫਿਰ ਦੁਕਾਨਾਂ 'ਤੇ ਅ ਬਿਟ ਸਲਾਈਟਲੀ ਡਿਫਰੈਂਟ। ਸੁਪਰ ਮਾਰਕੀਟ ਆਲਮੋਸਟ ਸੇਮ, ਜਿਸ ਤਰ੍ਹਾਂ ਉੱਥੇ ਸੁਪਰ ਮਾਰਕੀਟ ਹੈ ਇੱਥੇ ਵੀ ਸੇਮ ਹੈ, ਪਰ ਇਹੀ ਹੈ ਕਿ ਸਾਡੀਆਂ ਜਿਹੜੀਆਂ ਆਪਣੀਆਂ ਦੁਕਾਨਾਂ ਦੇਖਣ ਜਾਓ, ਉੱਥੇ ਆਪਣਿਆਂ ਦੀ ਇੰਨੀਆਂ ਦੁਕਾਨਾਂ ਨਹੀਂ ਹੈ, ਅਰਬਸ ਦੁਕਾਨਾਂ ਹੁੰਦੇ ਨੇ ਜਾਂ ਏਸ਼ੀਅਨ ਵੈਰੀ ਘੱਟ ਮਸਾਲੇ ਮਸੂਲੇ ਆਪਣੇ ਦੁਕਾਨਾਂ ਦੇ ਉਹਦੇ ਸਨ। ਉੱਥੇ ਮਾਰਕੀਟ ਇਜ਼ ਡਿਫਰੈਂਟ, ਇੱਥੇ ਦੀ ਮਾਰਕੀਟ ਡਿਫਰੈਂਟ ਸੀ। What was different? ਡਿਫਰੈਂਟ ਮਤਲਬ ਉੱਥੇ ਹੁਣ ਤੁਸੀਂ ਮਾਰਕੀਟ ਚਲੇ ਜਾਓ, ਯੂ ਵਿਲ ਸੀ ਕੋਕੋਨਟਸ, ਮਡਾਫੂ, ਡਿਫਰੈਂਟ ਫੂਡਸ, ਸਬਜ਼ੀਆਂ ਫਰੈਸ਼ ਡਿਫਰੈਂਟ, ਅਤੇ ਉਹਨਾਂ ਦੇ ਢੋਲ ਵੀ ਡਿਫਰੈਂਟ, ਇੱਥੇ ਹਾਰ ਨਹੀਂ ਹੈ ਨਾ। ਅਤੇ ਉਹ ਵਿਚਾਰਿਆਂ ਨੇ ਢੋਲ ਬਾਸਕਟਸ ਲਾਏ ਨੇ, ਉੱਥੇ ਨੀਚੇ ਬੈਠੇ ਹੋਣਗੇ, ਅਤੇ ਬਾਹਰ ਤੁਸੀਂ ਮਾਰਕੀਟ ਨਿਕਲੋ, ਬਾਹਰ ਉਹ ਬੰਦੇ ਬੈਠ ਕੇ ਸੜਕ 'ਤੇ ਵੇਚ ਰਹੇ ਨੇ। ਇੱਥੇ ਤੁਸੀਂ ਉਹ ਨਹੀਂ ਦੇਖ ਸਕਦੇ ਨਾ, ਸੜਕ ਵਿੱਚ ਬੈਠ ਕੇ ਕੱਪੜਾ ਵੇਚ ਰਹੇ ਨੇ, ਬਣਾਏ ਹੋਣਗੇ ਉਹਨਾਂ ਨੇ ਬਨਾਨਾਸ ਢੋਲ, ਆਲੂਆਂ ਦੀ ਐਸਾ ਢੋਲ ਲਾਈ ਹੋਈ ਹੈ, 2 ਸ਼ਿਲਿੰਗ 5 ਸ਼ਿਲਿੰਗ। that was a bit different ਜੀ। ਸੋ ਕਾਫੀ ਫਿਰ ਸਾਨੂੰ ਇੱਥੇ ਡਿਫਰੈਂਟ ਲੱਗਿਆ, ਪਰ ਅਲਹਮਦੁਲਿਲਾ ਸਲੋਲੀ ਯੂਜ਼ ਟੂ ਹੋ ਗਏ। ਅਤੇ ਬਸ ਸੋ ਉੱਥੇ ਈਦ ਕਿਸ ਤਰ੍ਹਾਂ ਸੀ ਤੇ ਇੱਥੇ ਕਿਸ ਤਰ੍ਹਾਂ ਸੀ ਡਿਫਰੈਂਟ? ਅਗੇਨ ਈਦ ਇੱਥੇ ਵਾਜ਼ ਅ ਬਿਟ ਡਿਫਰੈਂਟ। ਇੱਥੇ ਬੱਚੇ ਮੈਨੂੰ ਪੁੱਛਣ, ਮਮ ਅਸੀਂ ਸਲਾਮ ਕਰਨ ਜਾਈਏ? ਕਿੱਥੇ ਸਲਾਮ ਕਰਨ ਜਾਏਗੋ ਮਮ? ਨੇਬਰਸ? ਨੋ ਮੇਰਾ ਪੁੱਤਰ, ਕਿ ਨੈਰੋਬੀ 'ਚ ਨਹੀਂ ਸੀ ਹੈ ਨਾ, ਪਰ ਮਰੀਆਕਾਨੀ ਦੇ ਵਿੱਚ ਜਾਂਦੇ ਸਨ ਸੁਬਾਹ ਬੱਚੇ ਤਿਆਰ ਹੋ ਕੇ, ਕੱਪੜੇ ਕੁਪੜੇ ਪਾ ਕੇ, ਹਰ ਇੱਕ ਦਰਵਾਜ਼ਾ ਨੌਕ ਕਰਦੇ ਸਨ, ਸਲਾਮ ਅਲੈਕਮ, ਈਦ ਮੁਬਾਰਕ, they give them money। दूसरे मकान पे जाएंगे, अस्सलाम वालेकुम, ईद मुबारक, स्वीट्स, जो तौफीक। कोई बच्चा खाली नहीं सी ज़्यादा होता, दोपहर तक 1 बजे तक इन्होंने फिर कार मुड़ना विद मनी स्वीट्स। बच्चे इन्ना खुश होते सन असी ईद की है। फिर सुबह माशाल्लाह खाना एक दूसरे को भेजना ईद वाले दिन, और स्पैशल फूड होता सी, सेवियां होदियां सन, डिफरेंट वैराइटीज़ है ना, ट्रे सारिਆਂ ਨੂੰ ਨੇਬਰਾਂ ਨੂੰ ਭੇਜਣਾ। ਅਤੇ ਬੱਚਿਆਂ ਦਾ ਬਹੁਤ ਹੁੰਦਾ ਸੀ ਕਿ ਬੱਚੇ ਇੰਨੇ ਸੋਹਣੇ ਤਿਆਰ ਹੁੰਦੇ ਨੇ। ਫਿਰ ਕੀ ਹੁੰਦਾ ਸੀ ਕਿ ਹਰ ਇੱਕ ਮਾਂ ਪਿਓ ਟਰਾਈ ਕਰਦਾ ਕਿ ਮੇਰਾ ਬੱਚਾ ਜ਼ਿਆਦਾ ਅੱਛਾ ਲੱਗੇ, ਮੇਰਾ ਬੱਚਾ ਜ਼ਿਆਦਾ ਅੱਛਾ ਲੱਗੇ। ਸੋ ਜਦੋਂ ਇੱਥੇ ਆਏ ਬੱਚਿਆਂ ਨੇ ਮਿਸ ਕੀਤਾ, ਅਤੇ ਨੇਬਰਸ, ਮੈਂ ਕਿਹਾ ਨੋ ਤੁਸੀਂ ਨੇਬਰਸ ਦੇ ਘਰ ਇੱਥੇ ਕਿਉਂ ਮਾਂ, ਸਾਰੇ ਮੁਸਲਮਾਨ? ਨੋ ਪੁੱਤਰ ਲੇਕਿਨ ਸਾਡੂ ਪਾਰਟੀ ਈਦ ਦੀ, ਵੀ ਵੋਂਟ ਗੈਟ ਈਦ। ਮੈਂ ਕਿਹਾ ਨੋ, ਈਦ ਮਿਲੇਗੀ ਆਪਣੇ ਬੰਦਿਆਂ ਕੋਲੋਂ। ਸਾਰਿਆਂ ਨੂੰ ਫਿਰ ਡਿਫਰੈਂਟ ਲੱਗਦਾ ਸੀ। ਜਾ ਕੇ ਨਮਾਜ਼ ਪੜ੍ਹ ਕੇ ਫਿਰ ਈਦ ਵਾਲੇ ਦਿਨ ਅਸੀਂ ਸਾਰਿਆਂ ਨੇ ਇਕੱਠੇ ਹੋਣਾ ਕਿੰਗ ਸਟਰੀਟ, ਉੱਥੇ ਮਾਸ਼ਾਅੱਲਾ ਆਲ ਡੇ ਸਪੈਂਡ ਕਰਨਾ। ਉੱਥੇ ਕਿੰਗ ਸਟਰੀਟ ਪੱਕਦਾ ਸੀ ਖਾਣਾ ਵਗੈਰਾ, ਹੈ ਨਾ। ਫਿਰ ਯੂਜ਼ ਟੂ ਹੋ ਗਏ ਵਿਚਾਰੇ, ਪਰ ਉੱਥੇ ਦੀ ਈਦ ਐਂਡ ਉੱਥੇ ਦੇ ਰੋਜ਼ਾ ਨੋ ਸੇਮ ਲਾਈਕ ਹੀਅਰ। ਜਦੋਂ ਤੁਸੀਂ ਛੋਟੇ ਸੀ ਸਾਡੀ ਈਦ ਕਿਸ ਤਰ੍ਹਾਂ ਸੀ, ਅਤੇ ਜਦੋਂ ਵਿਆਹ ਹੋਇਆ ਉਸ ਤੋਂ ਬਾਅਦ ਕੀ ਡਿਫਰੈਂਸ ਸੀਗਾ? ਆਲਰਾਈਟ, ਜਦੋਂ ਮੈਂ ਛੋਟੀ ਸੀ, ਇੱਕ ਤਾਂ ਸਾਨੂੰ ਕੱਪੜੇ ਜ਼ਿਆਦਾ ਮਿਲਦੇ ਸਨ ਈਦ ਦੇ ਟਾਈਮ, 5-6 ਜੋੜੇ ਜੁੱਤੀਆਂ ਦੇ ਕੱਪੜੇ, ਈਦ 'ਤੇ ਅੰਗੂਠੀਆਂ ਮਿਲਣੀਆਂ ਸੋਨੇ ਦੀਆਂ, ਕਾਂਟੇ ਮੇਰੇ ਨਾਨੇ ਨੇ ਲੈ ਕੇ ਦੇਣੇ। ਅਤੇ ਫਿਰ ਜਿਹੜੇ ਰੋਜ਼ੇ ਰੱਖਣ ਉਹ ਹਿਸਾਬ ਨਾਲ ਤੁਹਾਨੂੰ ਕੁਛ ਮਿਲੇਗਾ। ਫਿਰ ਈਦ ਵਾਲੇ ਦਿਨ ਸ਼ਾਮ ਨੂੰ ਅਖੀਰਲਾ ਰੋਜ਼ਾ ਅਸੀਂ ਬਾਹਰ ਸਾਰਿਆਂ ਨੇ ਖੜੇ ਹੋਣਾ, ਚੰਦਾ ਮਾਮਾ ਲੱਭ ਰਹੇ ਪੇ। ਫਿਰ ਜਦੋਂ ਚੰਦ ਨਜ਼ਰ ਆਉਣਾ, ਇੰਨੀਆਂ ਖੁਸ਼ੀਆਂ, ਢੋਲ ਵੱਜਣੇ, ਚੀਕਾਂ ਚੁੱਕਾਂ ਬੱਚਿਆਂ ਨੇ ਮਾਰਨੀਆਂ। ਫਿਰ ਸਾਨੂੰ ਮਹਿੰਦੀ ਲੱਗਦੀ ਸੀ, ਸਾਰੇ ਇਕੱਠੇ ਹੋ ਜਾਣੇ ਨੇ, 2-3 ਘਰ ਇੱਕ ਜਗ੍ਹਾ 'ਤੇ ਬੱਚੇ 2-3 ਘਰ ਹੈ ਨਾ,
ਸਾਰਿਆਂ ਨੂੰ ਮਹਿੰਦੀਆਂ ਲੱਗਣੀਆਂ, ਸੋਨਾ। ਸੁਬਹ ਫਿਰ ਅਸੀਂ ਉੱਠਣਾ, ਸਾਡੀਆਂ ਮਾਵਾਂ ਨੇ ਸਾਨੂੰ ਨਵਾਉਣਾ, ਤਿਆਰ ਹੋਣਾ, ਤਿਆਰ ਹੋ ਕੇ ਫਿਰ ਵੱਡੇ ਜਾਂਦੇ ਸਨ ਨਮਾਜ਼ ਪੜ੍ਹਨ ਵਾਸਤੇ, ਵਾਪਸ ਆ ਕੇ ਘਰ ਫਾਤਿਹਾ ਪਾਣਾ। ਫਾਤਿਹਾ ਪਾ ਕੇ ਵੱਡੇ ਕਬਰਸਤਾਨ ਜਾਂਦੇ ਹੁੰਦੇ ਸਨ, ਅਸੀਂ ਬੱਚੇ ਨਹੀਂ ਸੀ ਜਾਂਦੇ ਉਹਦੇ ਕਬਰਸਤਾਨ। ਵੱਡਿਆਂ ਨੇ ਕਬਰਸਤਾਨ ਤੋਂ ਆਉਣਾ, ਨਾਸ਼ਤਾ ਵਗੈਰਾ ਕਰਕੇ ਫਿਰ ਸਾਨੂੰ ਔਖੇ ਹੁਣ ਜਾਓ ਤੁਸੀਂ ਨੇਬਰਾਂ ਦੇ। ਫਿਰ ਅਸੀਂ ਨੇਬਰਾਂ ਦੇ ਘਰ ਜਾਣਾ, ਡੋਰ ਟੂ ਡੋਰ, ਇੰਨਾ ਮਜ਼ਾ ਆਉਂਦਾ ਸੀ ਨਾ। ਫਿਰ ਅਸੀਂ 4 ਵਜੇ ਮਾਵਾਂ ਸਾਡੇ ਜਾਂਦੇ ਸਨ ਇੱਕ ਦੂਸਰੇ ਦੇ ਘਰ ਮਿਲਣ ਵਾਸਤੇ, ਅਤੇ ਅਸੀਂ ਫਿਰ ਇੱਕ ਦੂਸਰੇ ਫਰੈਂਡਾਂ ਬੈਠੇ ਨੇ, ਤੈਨੂੰ ਕਿੰਨੇ ਪੈਸੇ ਮਿਲੇ, ਮੈਨੂੰ ਇਹਨੇ ਮਿਲੇ, ਮੈਨੂੰ ਇਹਨੇ ਮਿਲੇ, ਤੈਨੂੰ ਕੀ ਮਿਲਿਆ, ਤੈਨੂੰ ਘਰ ਵਿੱਚ ਕੀ ਮਿਲਿਆ, ਇੱਕ ਦੂਸਰੇ ਨੂੰ ਅਸੀਂ ਦੱਸਣਾ। ਸੋ ਬਹੁਤ ਨਾਈਸ ਸੀ ਈਦ ਟਾਈਮ ਹੈ ਨਾ। ਫਿਰ ਜਦੋਂ ਥੋੜ੍ਹੀ ਕੁ ਜਵਾਨ ਹੋਈ ਨਾ, 12-13 ਸਾਲ, ਉਹ ਫਿਰ ਆਦਤ ਖਤਮ ਹੋ ਗਈ, ਨੋ ਗੋਇੰਗ ਆਊਟ। ਉਹਨੇ ਫਿਰ ਕਹਿਣਾ ਨਹੀਂ ਹੁਣ ਤੂੰ ਜਵਾਨ ਹੋ ਗਈ ਹੈ ਪੁੱਤਰ, ਬਾਹਰ ਨਹੀਂ ਜਾਣਾ। ਫਿਰ ਕਾਫੀ ਖਤਮ ਹੋ ਗਿਆ ਸੀ, ਬਾਹਰ ਬੂਰ ਅਸੀਂ ਨਹੀਂ ਸੀ ਜ਼ਿਆਦਾ, ਘਰ ਹੀ, ਫਿਰ ਸਿਰਫ ਫੈਮਿਲੀ ਦੇ ਵਿੱਚ। ਅਤੇ ਉਹ ਫਿਰ ਅਸੀਂ ਬਚਪਨਾ ਸਾਡਾ ਉਹ ਗਿਆ ਹੈ ਨਾ, ਫਿਰ ਫੈਮਿਲੀ ਦੇ ਵਿੱਚ। ਫਿਰ ਜਦੋਂ ਵਿਆਹ ਹੋਇਆ ਸਹੁਰਿਆਂ ਦੇ ਆਏ, ਦੈਨ ਹੀ ਵਾਜ਼ ਅ ਬਿਟ ਡਿਫਰੈਂਟ, ਅਤੇ ਫਿਰ ਉਸ ਤੋਂ ਬਾਅਦ ਤਾਂ ਇੱਥੇ ਮੈਂ ਇਹਨਾਂ ਨੂੰ ਦੇਖਾਂ ਜਦੋਂ ਹੀ ਨਵਾਂ ਕੱਪੜਾ ਸੀ ਕੇ ਪਾਉਣਾ। ਐਂਡ ਐਂਡ ਦੀ ਅਦਰ ਥਿੰਗ ਵੀ ਵੈਂਟ ਇਨ ਨਕੁਰੂ ਦਾ ਮੌਸਮ ਹੁੰਦਾ ਸੀ। ਮੇਰੀਆਂ ਨਨਾਨਾ ਕੋਲ ਜਦੋਂ ਮੈਂ ਜਾਣਾ ਨਾ, ਉੱਥੇ ਮੌਸਮ ਹੁੰਦਾ ਸੀ ਠੰਡਾ ਆਫਟਰਨੂਨ। ਇਹਨਾਂ ਨੇ ਸਾਰਿਆਂ ਨੇ ਕੰਮ ਖਤਮ ਕਰਕੇ 2 ਵਜੇ ਇਹਨਾਂ ਨੇ ਬੈਠ ਜਾਣਾ, ਔਰਤਾਂ ਨੇ ਆ ਜਾਣਾ। ਸੇਮ ਥਿੰਗ ਫਿਊ ਵੀਮਨਸ ਉਹ ਖਾਦੀਆਂ ਹੁੰਦੀਆਂ ਸਨ ਮੀਰਾ, ਅਤੇ ਮੇਰੀਆਂ ਨਨਾਨਾ ਬੈਠ ਜਾਂਦੀਆਂ ਸਨ ਸਿਲਾਈਆਂ ਦੇ ਨਾਲ। ਇਹਨਾਂ ਨੇ ਕੁਰੇਸ਼ੀਆ ਸਵੈਟਰ ਕੀ ਉਹਨਾਂ ਨੇ, ਡਰੈਸਿਸ ਇਹਨਾਂ ਨੇ ਉਹਨੇ। ਮੈਨੂੰ ਕੁਰੇਸ਼ੀਆ ਦਾ ਕੰਮ ਨਹੀਂ ਸੀ ਪਤਾ, ਮੈਂ ਇਹਨਾਂ ਕੋਲ ਆ ਕੇ ਸਿੱਖੀ। ਇਟ ਵਾਜ਼ ਸੋ ਅਮੇਜ਼ਿੰਗ। ਫਿਰ ਉੱਥੇ ਸ਼ਾਮ ਨੂੰ ਚਾਹ ਬਣਨੀ, ਸਾਰਿਆਂ ਨੇ ਪੀਣਾ, ਫਿਰ ਦੂਸਰੀਆਂ ਔਰਤਾਂ ਆਪਣੇ ਆਪਣੇ ਘਰ ਜਾਂਦੇ ਹੁੰਦੇ ਸਨ। ਇੰਨਾ ਨਾਈਸ ਸੀ ਨਕੁਰੂ ਦੇ ਵਿੱਚ, ਵੈਰੀ ਨਾਈਸ। ਕਦੇ ਫਿਰ ਸੈਟਰਡੇ ਅਸੀਂ ਲੇਕ 'ਤੇ ਜਾਣਾ, ਉੱਥੇ ਫਲੈਮਿੰਗੋ ਲੇਕ ਹੈ ਇਨ ਨਕੁਰੂ, ਵਿਚ ਇਜ਼ ਓਨਲੀ ਇਨ ਨਕੁਰੂ, ਫਲੈਮਿੰਗੋ ਲੇਕ। ਉੱਥੇ ਫਲੈਮਿੰਗੋ ਹੁੰਦੇ, ਅਮੇਜ਼ਿੰਗ ਫਲੈਮਿੰਗੋਸ। ਬੱਚਿਆਂ ਦੇ ਨਾਲ ਅਫਰੀਕਾ ਦੇ ਵਿੱਚ ਕੋਈ ਹੌਲੀਡੇਜ਼ ਹੁੰਦੀਆਂ ਸੀ, ਲਾਈਕ ਫਲੈਮਿੰਗੋ ਲੇਕ 'ਤੇ ਬੱਚਿਆਂ ਨੂੰ ਹੌਲੀਡੇਜ਼ ਲੈ ਕੇ ਜਾਣਾ। ਫਿਰ ਮੇਰਾ ਹਸਬੈਂਡ ਕਰਦਾ ਸੀ ਕੰਮ ਵਿਦ ਐਂਬੋਸੈਲੀ, ਉਹਨਾਂ ਦੀਆਂ ਗੱਡੀਆਂ ਗੁੱਡੀਆਂ ਬਣਾਉਂਦੇ ਸਨ। ਐਂਬੋਸੈਲੀ ਸਫਾਰੀ ਪਾਰਕ, ਉੱਥੋਂ ਸਾਨੂੰ ਮਿਲਦਾ ਦਾ ਸੀ ਫ੍ਰੀ ਫॉर 1 ਵੀਕ ਰਿਜ਼ੋਲਵਡ। ਸਾਡੇ ਬੱਚੇ ਉੱਥੇ ਜਾਂਦੇ ਹੁੰਦੇ ਸਨ। ਕਈ ਬੱਚੇ ਨਹੀਂ ਸੀ ਵਿਚਾਰੇ, ਕਈਆਂ ਨੇ ਦੇਖਿਆ ਹੀ ਨਹੀਂ ਸੀ ਵਾਟਸ ਅ ਹੌਲੀਡੇ। ਸੋ ਮੇਰੇ ਬੱਚਿਆਂ ਨੂੰ ਲੈ ਕੇ ਜਾਈਦਾ ਸੀ ਉੱਥੇ, ਬੱਚਿਆਂ ਨੇ ਹੌਲੀਡੇ ਕਰਨੀ ਉੱਥੇ ਫॉर ਅ ਵੀਕ। ਉੱਥੇ ਫੁੱਲ ਬੋਰਡ ਖਾਣਾ। ਕਿਹੜੀ ਜਗ੍ਹਾ? ਅੰਬੋਸੈਲੀ, ਅਤੇ ਉੱਥੇ ਬੱਚਿਆਂ ਨੇ ਖਾਣਾ। ਫਿਰ 4 ਵਜੇ ਇਹਨਾਂ ਨੂੰ ਗੇਮ ਪਾਰਕ ਲੈ ਕੇ ਜਾਣਾ ਜਾਨਵਰ ਦੇਖਣ ਵਾਸਤੇ। ਅਸੀਂ ਗੱਡੀ 'ਚ ਹੁੰਦੇ ਹਾਂ, ਐਲੀਫੈਂਟਸ, ਲਾਇਨਸ। ਬੱਚਿਆਂ ਨੇ ਇੰਨਾ ਖੁਸ਼ ਹੋਣਾ ਜਾਨਵਰ ਦੇਖਣੇ। ਅਤੇ ਹੁਣ ਕਦੇ ਉਹਨਾਂ ਦੇ ਮੇਰੇ ਗ੍ਰੈਂਡ ਕਿਡਸ ਫੋਟੋਆਂ ਦੇਖਦੇ ਨਾ, ਉਹਨਾਂ ਦੇ ਮਾਂ ਪਿਓ ਤਰਸਦੇ ਨੇ, ਬਾਬਾ ਟੇਕ ਅਸ, ਵੀ ਵਾਂਟ ਟੂ ਗੋ ਕੀਨੀਆ, ਸੀ ਵਾਟ ਦ ਲਾਈਫ ਵਾਜ਼। ਪਰ ਮੇਰੇ ਬੱਚਿਆਂ ਨੇ ਕਾਫੀ ਐਸ਼ ਕੀਤੀ ਉੱਥੇ। ਦੈਨ ਮਾਈ ਅਦਰ ਫੈਮਿਲੀ, ਆਈ ਕੈਨ ਸੇ ਮੇਰੇ ਬੱਚਿਆਂ ਨੇ ਬਹੁਤ ਐਸ਼ ਕੀਤੀ ਹੈ। ਅਤੇ ਉੱਥੇ ਵੀਕ ਅਸੀਂ ਰਹਿਣਾ, ਫੁੱਲ ਬੋਰਡ ਹੌਲੀਡੇ। ਫਿਰ ਵਾਪਸ ਆਉਣਾ ਘਰ। ਅਤੇ ਕਾਫੀ ਜਗ੍ਹਾ 'ਤੇ, ਕਿਉਂਕਿ ਜਿਸ ਕੰਪਨੀ 'ਚ ਕੰਮ ਕਰਦੇ ਸਨ ਉਹਨਾਂ ਦੀਆਂ ਗੱਡੀਆਂ ਗੁੱਡੀਆਂ ਬਣਾਉਂਦੇ ਸਨ, ਸੋ ਵੀ ਯੂਜ਼ ਟੂ ਗੋ। ਫਿਰ ਇੱਕ ਜਗ੍ਹਾ ਮਸਾਈ ਮਾਰਾ ਦਾ ਜਿਹੜਾ ਸੀ ਵੱਡਾ, ਉਹਨੇ ਮੈਨੂੰ ਧੀ ਬਣਾਈ ਸੀ, ਕਾਲਾ ਸੀ, ਮਸਾਈ ਸੀ, ਉਹਨੇ ਮੈਨੂੰ ਧੀ ਬਣਾਇਆ ਸੀ। ਐਨੀ ਹੌਲੀਡੇ ਆਈ ਯੂਜ਼ ਟੂ ਗੋ ਦੇਰ। ਮੇਰੀ ਹਨੀਮੂਨ ਆਈ ਵੈਂਟ ਦੇਰ। ਸੋ ਹਨੀਮੂਨ ਉਹਨੇ ਆਪਣਾ ਮਕਾਨ ਸਾਨੂੰ ਦਿੱਤਾ ਰਹਿਣ ਵਾਸਤੇ। ਅਸੀਂ ਕਿਹਾ ਨਹੀਂ, ਕਹਿੰਦਾ ਤੂੰ ਕਾਟੇਜ ਵਿੱਚ ਨਹੀਂ ਰਹਿ ਸਕਦੀ। ਮੈਂ ਕਿਹਾ ਆਈ ਵਾਂਟ ਟੂ ਸਟੇ ਇਨ ਕਾਟੇਜ। ਕਹਿੰਦਾ ਨੋ, ਤੂੰ ਮੇਰੀ ਧੀ ਹੈ, ਮੇਰੇ ਘਰ ਵਿੱਚ ਤੂੰ ਰਹਿ। ਅਸੀਂ ਉਹਦੇ ਘਰ ਵਿੱਚ ਰਹਿ। ਫਿਰ ਆਸਤੇ ਆਸਤੇ ਜਦੋਂ ਬੱਚੇ ਵੀ ਹੋ ਗਏ ਨਾ, ਵੀ ਯੂਜ਼ ਟੂ ਗੋ। ਫਿਰ ਉਹ ਬਾਬਾ ਮਜ਼ੇ ਫੌਤ ਹੋ ਗਿਆ, ਫਿਰ ਉਹਦਾ ਪੁੱਤਰ ਸਾਡਾ ਭਰਾ ਬਣਿਆ ਆਇਆ ਸੀ, ਫਿਰ ਜਦੋਂ ਵੀ ਅਸੀਂ ਜਾਣਾ ਮਸਾਈ ਮਾਰਾ, ਵੀ ਯੂਜ਼ ਟੂ ਗੋ। ਸਫਾਰੀਜ਼, ਦਿਨੇ ਸਫਾਰੀ ਜਾਣਾ, ਸ਼ਾਮ ਨੂੰ ਆ ਕੇ ਚੇਂਜ ਕਰਕੇ ਉੱਥੇ ਬੈਠਣਾ ਹੋਲਵੇ, ਰੋਟੀ ਰੂਟੀ ਖਾਣੀ। ਫਿਰ ਉੱਥੇ ਮਸਾਈ ਦੇ ਡਾਂਸ ਹੁੰਦੇ ਸਨ। ਬਿਊਟੀਫੁਲ ਡਾਂਸਿਸ, ਮਸਾਈ ਦੇ ਡਾਂਸ ਦੇਖਣੇ until 10 o'clock। ਫਿਰ ਜਾ ਕੇ ਸੋ ਜਾਓ।
फिर सुबह उठो, फिर किन्नी दफ़ा उत्थे आदे होंदे सन हाथी, सुबह सुबह आके ना बारियां दे गया ऐसा विद ऊंट है ना, तो बुढ़ा कहता सी मैनू उठान आया है, मेरा हाथी मैनू उठान आया है, कई दफ़ा असी सफारी जाना देखने वास्ते, तो रस्ते दे उत्ते यू वोंट बिलीव शेर बैठा है, एडा बड़ा मसिव शेर, यू कैन डू एनीथिंग, घंटा उत्थे बैठे रहे, और अपनी मर्जी नाल ढीठ उठ के जाएगा एंड देन ही कैन डू समथिंग, दैट इज़ अमेजिंग। माशाल्लाह मेरे बच्चों ने देयर चाइल्डहुड दे हैड अ ब्रिलियंट टाइम, दे इंजॉयड इट। अप्स एंड डाउन्स होते रहे, पर जे मैं कंपेयर करा उन्होंने ग्रैंड किड्स व्हाट दे नो इज इजिप्ट ज़्यादा, मोरक्को, इजिप्ट, दिस इज़ द प्लेसेस, बट नो लाइक अफ्रीका, दैट्स अ डिफरेंट, सो ख्वाहिश है जिंदगी होए तो ग्रैंड बच्चों को दिखाना है ज़रूर सो इंशाल्लाह। तो माशाल्लाह उत्थे हुण तो काफ़ी चेंज हो गया है, पहला सी कि काफ़ी बोरे सन, अरब होंदे लोग निकल गए, काले ज़्यादा हो गए, पर नाले माशाल्लाह रिलीजियस टाइप बहुत अच्छा है, 5 वक्त की अजान तुहानू आती है, जगह जगह तो अजान आती है, रोज़ियां दे विच एक दूसरे नू खाना आता है भेजदे आ। जे हुण तुसी जा सकते वापस अफ्रीका, तुसी उत्थे जाके रवो? रहने वास्ते नहीं, मुश्किल है, एक तो मेरी जी सिचुएशन है, मैं ठीक नहीं रहती, दवाइयां दे उत्ते हाँ, तो उत्थे दवाइयां बहुत मुश्किल, तुसी पैरासीटामोल लैनी होवे तुहाडे कोल 6 शिलिंग आउन ते तुसी बाई करो। कसम लास्ट टाइम ना मेरी डॉटर कर रही सी राह फाउंडेशन, असी इत्थों गए ना, वो दवाइयां वगैरह लैके गई, तो उत्थे उन्हें बंदियां नू दित्तियां इन मरियका नहीं, मैं तैनूं कहदी बंदे इन्ने खुश होए कि दुआवां दे रहे सन कि एक पैकेट ऑफ 6 गोलियां ऑफ पैरासीटामोल, इन्नियां दुआवां दे रहे सन। सो मैं उत्थे रहन वास्ते मेरा मुश्किल है, कदे कदे मैं गुस्सा चढ़ता, मैं बच्चों को कहती मैं चली जाऊँगी इत्थों, मैं कहती जाके तो दिखाओ, इट्स ओनली मेडिकेशन, हॉस्पिटल। कपल ऑफ डेज मेरी भैन का फोन आया, ਉਹਦਾ पुत्र हॉस्पिटल से, शी डिडंट हैड द मनी टू पे, ਉਹਦੇ पुत्र ਨੂੰ हॉस्पिटल तो ਕੱਢ के रूम ਵਿੱਚ वेटिंग रूम ਵਿੱਚ ਰੱਖਿਆ, ਅੰਟਿਲ ਉਹਨੇ ਪੈਸੇ ਇਕੱਠੇ ਕੀਤੇ, ਫਿਰ ਉਹਦਾ ਬੱਚਾ ਰਿਲੀਜ਼ ਹੋਇਆ। सो ਇੱਥੇ ਅਲਹਮਦੁਲਿਲਾ दुआ ਮੰਗਦੇ ਹਾਂ, अल्लाह ਦਾ ਲੱਖ ਲੱਖ ਸ਼ੁਕਰ है कि सानू ज़रा कुछ होता है फोन उत्ते डॉक्टर, फिर असीं डॉक्टरां नूं ही गल्लां कढदे हैं, नो ज़रा कुछ होता डॉक्टर सानू दवाइयां दे जाते हैं, घर आके दे जाते हैं, हॉस्पिटल गुड ट्रीटमेंट, इस तरह की जगह किधरे भी नहीं है। ए मैं कहांगी जो कुछ ए कर रहे ना साडे वास्ते, ए मुल्क बहुत अच्छा है, कोई मुल्क इस तरह का नहीं है। बीमार हो तुहाडा ध्यान रख दें, एवरीथिंग तुहाडा ध्यान रख दें, केड़ा मुल्क इस तरह करेगा, कोई मुल्क नहीं है। सो मेरा अफ्रीका में भी फिरन टुरन वास्ते ठीक है, पर रहन वास्ते बहुत मुश्किल है जी। ਤੁਸੀਂ ਦੱਸ ਰਹੇ ਸੀ ਰਾਹ ਫਾਊਂਡੇਸ਼ਨ? ਹਾਂਜੀ, ਰਾਹ ਫਾਊਂਡੇਸ਼ਨ ਮੇਰੀ ਬੇਟੀ ਨੇ ਉੱਥੇ ਖੋਲ੍ਹਿਆ ਹੈ, ਉਹਦੇ ਵਿੱਚ ਨਾ ਯਤੀਮ ਬੱਚੇ ਹੈਗੇ ਨੇ, ਕਈ ਯਤੀਮ ਬੱਚੇ ਹੈਗੇ ਨੇ ਅਤੇ ਕਈ ਪੈਰੈਂਟਸ ਵਾਲੇ ਬੱਚੇ ਹੈਗੇ ਨੇ। ਉਸ ਤੋਂ ਪਹਿਲੇ ਉਹਨੇ ਨਾ ਸੰਬੂਰੂ ਟਾਊਨ ਹੈ, ਉੱਥੇ ਖੋਲ੍ਹਿਆ ਸੀ ਜਵਾਨ ਕੁੜੀਆਂ ਦਾ, ਜਿਹੜੀਆਂ ਕੁੜੀਆਂ ਸਨ 12 ਸਾਲ ਤੋਂ 18 ਸਾਲ ਤੱਕ। ਉਹਨਾਂ ਕੋਲ ਅਸੀਂ ਗਏ, ਅਸੀਂ ਜਾ ਰਹੇ ਸਾਂ ਮਕੀਨਾ ਰੋਡ, ਉੱਥੋਂ ਪਾਸ ਹੋਏ ਅਤੇ ਉਹਨੇ ਦੇਖਿਆ, ਉਹ ਸਟਾਪ ਹੋਈ, ਉਹ ਅੰਦਰ ਗਈ, ਉਹਦੇ ਕੋਲ ਰਿਹਾ ਨਹੀਂ ਗਿਆ, ਬੜਾ ਰੋਈ। ਉਹ ਬੱਚੇ, ਉਹ ਕੁੜੀਆਂ ਜਿਹੜੀਆਂ ਯਤੀਮ ਕੁੜੀਆਂ ਨੇ, ਉਹਨਾਂ ਕੋਲ ਮੈਟਰਸਿਸ ਨਹੀਂ ਸੀ, ਬੈੱਡ ਕਵਰਸ ਨਹੀਂ ਸੀ, ਐਵਰੀਥਿੰਗ ਵਾਜ਼ ਅਪਸਾਈਡ ਡਾਊਨ। ਸੋ ਮੇਰੀ ਕੁੜੀ ਨੇ ਮਾਸ਼ਾਅੱਲਾ ਉਹਨਾਂ ਨੂੰ ਖੜੇ ਪੈਰ ਮੈਟਰਸਿਸ ਲੈ ਕੇ ਦਿੱਤੇ, ਵੀ ਪੇਂਟਡ ਦੇਅਰ ਰੂਮਸ। ਉਸ ਟਾਈਮ ਤੇ ਜਦੋਂ ਪਹੁੰਚੇ ਜੀ, ਉਹਨੇ ਦੇਖਿਆ। ਆਫਟਰ 3 days ਅਸੀਂ ਵਾਪਸ ਗਏ, ਕਹਿੰਦੀ ਮਮਾ ਆਈ ਵਾਂਟ ਟੂ ਡੂ ਇਟ। ਮੈਂ ਕਿਹਾ ਨਹੀਂ ਪੁੱਤਰ, ਛੱਡ ਕੇ ਦੇਖ। ਕਹਿੰਦੀ ਨਹੀਂ। ਫਿਰ ਉਹਨੇ ਆਪਣੇ ਆਦਮੀ ਨਾਲ ਗੱਲ ਕੀਤੀ, ਉਹਦੇ ਆਦਮੀ ਨੇ ਉਹਨੂੰ ਕਿਹਾ ਗੋ ਅਹੈਡ। ਸੋ ਇਸ ਅਲਹਮਦੁਲਿਲਾ ਮਾਸ਼ਾਅੱਲਾ, ਅੱਲਾ ਇਹਨਾਂ ਨੂੰ ਜ਼ਿੰਦਗੀ ਦੇਵੇ ਸਾਰਾ। ਅਤੇ ਉਹ ਵਕਤ ਮੇਰੀ ਬੇਟੀ ਨੇ ਬਣਾਇਆ ਸੀ ਨਾ, ਦੇयर ਵਾਜ਼ ਨੋ ਡੋਨੇਸ਼ਨ, that was all from her pocket money। ਇਹਨਾਂ ਨੇ 16 ਬੈਡਸ ਲਿੱਤੇ, ਬੰਕ ਬੈਡਸ, ਮੈਟਰਸਿਸ, ਕਿਚਨ ਵਿੱਚ ਭਾਂਡੇ,
ਬਿਸਤਰੇ, ਖਾਣਾ, ਇਹਨਾਂ ਦੇ 2 ਬੈਡਰੂਮ ਤੇ ਕਲਾਸ ਨੂੰ ਪੇਂਟ ਕੀਤਾ, ਸੋਵਿੰਗ ਮਸ਼ੀਨਸ ਬਾਈ ਕਰਕੇ ਦਿੱਤੇ, ਲੋਟ ਆਫ ਕੱਪੜਾ ਬਾਈ ਕਰਕੇ ਦਿੱਤਾ, ਉਹਨਾਂ ਨੂੰ ਦਿੱਤਾ ਉੱਥੇ। ਚਿਲਡਰਨਸ ਹੋਮ ਸੀਗਾ ਜੀ। ਫਿਰ ਅਸੀਂ ਵਾਪਸ ਆ ਗਏ ਕਿਹੜੇ ਆਫਟਰ ਸਾਲ 'ਚ? ਜੀ, it was about 3 years ago। ਇਹਨੇ ਇਹ ਬਣਾ ਕੇ 2 ਵੀਕ ਫਿਰ ਅਸੀਂ ਰਹੇ ਸੀ, 1 ਵੀਕ ਵਾਸਤੇ ਗਏ ਸਨ, 2 ਵੀਕ ਰਹਿ ਕੇ ਸਾਰਾ ਬਣੂ ਕੇ ਮੇਰੇ ਮਾਮੇ ਦੇ ਨਾਲ ਇਹ 1 ਵੀਕ ਰਹਿ ਕੇ ਵਾਪਸ ਆ ਗਈ, ਮੈਨੂੰ ਛੱਡ ਗਈ ਉੱਥੇ। ਮੈਂ ਫਿਰ ਸਾਰਾ ਕੰਮ ਪੂਰਾ ਕੀਤਾ ਐਂਡ ਮਾਸ਼ਾਅੱਲਾ ਗੋ ਦ ਪਿਕਚਰਸ ਐਂਡ ਐਵਰੀਥਿੰਗ। ਅੱਛਾ, ਉਹ ਕੀਤਾ। ਫਿਰ ਅਸੀਂ ਵਾਪਸ ਆ ਗਏ। ਮੈਂ ਉੱਥੇ 3 ਵੀਕਾਂ ਰਹੀ, ਇਹ ਵੀਕ ਰਹਿ ਕੇ ਵਾਪਸ ਆ ਗਈ। ਫਿਰ ਮੇਰੇ ਮਾਮੂ ਨੇ ਮੈਨੂੰ ਦੱਸਿਆ, ਕਹਿੰਦਾ ਇੱਕ ਇੱਥੇ ਚਾਈਲਡ ਬੱਚਿਆਂ ਦਾ ਹੈਗਾ, ਵਾਈ ਯੂ ਡੋਂਟ ਡੂ ਦਾ, ਉੱਥੇ ਮਰੀਆ ਕਾਨੀ ਦੇ ਵਿੱਚ। ਮੈਂ ਕਿਹਾ ਮਾਮੂ ਮੈਂ ਤਾਂ ਕੁਝ ਕਰ ਨਹੀਂ ਸਕਦੀ, ਮੇਰੇ ਕੋਲ ਕੀ ਹੈ ਕਰਨ ਵਾਸਤੇ, ਮੈਂ ਆਪ ਗਵਰਨਮੈਂਟ ਕੋਲ ਲੈ ਕੇ ਖਾ ਰਹੀ ਹਾਂ, ਮੈਂ ਸੁਮਈਆ ਨਾਲ ਗੱਲ ਕਰਾਂਗੀ। ਸੋ ਮੈਂ ਜਦੋਂ ਵਾਪਸ ਆਈ ਮੈਂ ਬੇਟੀ ਨਾਲ ਗੱਲ ਕੀਤੀ। ਮੈਂ ਕਿਹਾ ਪੁੱਤਰ ਇਜ਼ ਦ ਸੇਮ ਟੀਚਰ ਜਿਹੜੀ ਤੈਨੂੰ ਪੜ੍ਹਾ ਦੀ ਉਹਦੀ ਸੀ ਨਰਸਰੀ, ਉਹਨੇ ਔਰਫਨੇਜ ਖੋਲ੍ਹਿਆ। ਕਹਿੰਦੀ ਮਮਾ ਆਈ ਵਾਂਟ ਟੂ ਡੂ ਇਟ, I want to do it। ਮੈਂ ਕਿਹਾ ਓਕੇ। 6 ਮਹੀਨਿਆਂ ਬਾਅਦ then we went again। ਅਸੀਂ ਗਏ, ਉਹਨੇ ਸਾਰਾ ਦੇਖਿਆ, ਸਾਰਾ ਕੁਝ ਕਰਾ ਕੇ ਬਿਲਡਿੰਗ ਦੇਖੀ ਵਗੈਰਾ। ਉਹਨੇ ਕਿਹਾ ਓਕੇ I'll go ahead with it। ਅੱਛਾ, ਫਿਰ ਅਸੀਂ ਵਾਪਸ ਆ ਗਏ, ਉਹਨਾਂ ਨੂੰ ਸਾਰਾ ਕਹਿ ਕੁ ਕੇ we'll go ahead with it। ਅਸੀਂ ਵਾਪਸ ਆ ਗਏ। ਇੱਥੇ ਆ ਕੇ ਉਹਨੇ ਫਿਰ ਆਈ ਥਿੰਕ ਰਜਿਸਟਰ ਕੀਤਾ। ਫਿਰ ਉਹਨੇ ਮੈਨਚੈਸਟਰ ਦੇ ਵਿੱਚ ਉਹਨੇ ਬਣਾਏ ਕਾਫੀ ਲਾਈਕ ਡਿਨਰ ਪਾਰਟੀ to raise money for orphanage। ਫਿਰ ਉਹਨੇ ਮਿਊਜ਼ਿਕ ਵਗੈਰਾ ਕੀਤਾ, ਵੱਡਿਆਂ ਨੂੰ ਇਨਵੋਲਵ ਕੀਤਾ। ਸੋ ਮਾਸ਼ਾਅੱਲਾ ਇਨ ਮੈਨਚੈਸਟਰ ਸ਼ੀ ਕਲੈਕਟ ਅ ਲੋਟ ਆਫ ਮਨੀ। ਫਿਰ ਮੈਨੂੰ ਭੇਜਿਆ ਉਹਨੇ, ਮਮ ਯੂ ਗੋ ਅਹੈਡ। ਫਿਰ ਮੈਂ ਗਈ, ਉਹਨੇ ਮੈਨੂੰ ਦੱਸਿਆ ਇਹ ਕੰਮ ਕਰਨਾ ਉੱਥੇ। ਫਿਰ ਜਾ ਕੇ ਸਾਰਾ ਪੇਂਟ ਕੀਤਾ। ਬੱਚੇ ਵਿਚਾਰੇ ਨੀਚੇ ਫਲੋ 'ਤੇ ਬੈਠ ਕੇ ਲਿਖਦੇ ਹੁੰਦੇ ਸਨ, ਦੇ ਡਿਡਨਟ ਹੈਵ ਡੈਕਸ। ਅਤੇ ਉਹਨਾਂ ਦਾ ਜਿਹੜਾ ਕਿਚਨ ਸੀ ਖਾਣ ਦਾ, ਓ ਮਾਈ ਗੋਡ, ਲੱਕੜਾਂ ਦੇ ਨਾਲ ਪਕਾਦੇ ਹੁੰਦੇ ਸਨ ਐਂਡ ਇੱਕੋ ਹੀ ਬਿਗ ਪਤੀਲਾ ਅਤੇ ਗਲਾਸ ਪਾਣੀ ਦਾ ਟੈਂਕ ਸੀ, ਉਹ ਇੱਕ ਗਲਾਸ ਸਾਰੇ ਬੱਚੇ ਯੂਜ਼ ਕਰਦੇ ਸਨ। of I think 200 kids, 250 kids, one glass, all they used to drink that. So anyone paja ja ke mom, first thing is to paint the house. They order the wo for the benches. Okay, we'll do it. ਉਹ ਸਾਰਾ ਕੀਤਾ। It took me a week, 2 weeks ਲੱਗ ਗਏ ਮੈਨੂੰ ਉੱਥੇ order ਕਰ, ਇਹ ਕਰ, ਉਹ ਕਰ। ਇਹਨੇ ਫਿਰ ਹੋਰ event ਕੀਤਾ ਇੱਥੇ, collect the money, and then I stayed 4 weeks। ਮੈਂ ਆ ਗਈ। ਫਿਰ after a couple of months ਅਸੀਂ car wash ਕੀਤਾ ਰਾਹਾ ਫਾਊਂਡੇਸ਼ਨ ਵਾਸਤੇ। ਇੱਥੇ ਹੀ car wash ਕੀਤਾ ਹੈ ਨਾ, ਉਹ ਕੀਤਾ। ਇੱਥੇ ਅਸੀਂ ਬਾਹਰ ਚੀਜ਼ਾਂ ਵੇਚੇ, ਖਾਣਾ ਵੇਚਿਆ ਐਂਡ ਕਾਫੀ ਇਵੈਂਟਸ ਕੀਤੇ ਮੈਨਚੈਸਟਰ ਦੇ ਵਿੱਚ। ਅਤੇ ਅਲਹਮਦੁਲਿਲਾ ਸਾਰਾ ਕਲੈਕਟ ਕਰ ਕੀਤਾ ਅ ਲੋਟ ਆਫ ਮਨੀ। ਅਸੀਂ ਗਏ, ਵਾਪਸ ਗਈਆਂ, ਉਹ ਸਾਡੇ ਨਾਲ ਗਈ ਅਤੇ ਫਿਰ ਸਾਰਾ ਉਹਨੇ ਬਣਾਇਆ, ਟੀਚਰ ਦਾ ਆਫਿਸ ਬਣਾਇਆ, ਕੈਟਲ ਇੱਥੋਂ ਲੈ ਕੇ ਗਈ, ਉਹਨਾਂ ਵਾਸਤੇ ਟੈਂਕ, ਫਰੈਸ਼ ਟੈਂਕ ਵਾਟਰ ਪਾਇਆ, ਨਲਕਾ ਖਿੱਚਿਆ ਪਾਣੀ ਵਾਸਤੇ, ਉਹਨਾਂ ਵਾਸਤੇ ਗਲਾਸਿਸ ਰੱਖੇ ਕਿ ਯੂ ਡੋਂਟ ਯੂਜ਼ 1 ਗਲਾਸ ਫॉर 10 ਪੀਪਲ, ਯੂ ਨੋ। ਸੋ ਸਾਰਾ ਉਹਨੇ ਉਹਨਾਂ ਵਾਸਤੇ ਬਣਾਇਆ ਮਾਸ਼ਾਅੱਲਾ, ਅਪ ਟੂ ਡੇਟ ਕਰਕੇ ਆਈ ਉਹਨਾਂ ਵਾਸਤੇ, ਰੀਅਲੀ ਨਾਈਸ। 3 ਸਾਲ ਪਹਿਲੇ? 2 ਸਾਲ ਪਹਿਲੇ। ਸੋ ਯਾ 2 ਸਾਲ ਪਹਿਲੇ। ਸੋ ਦਿਸ ਈਅਰ ਅਸੀਂ ਜਾਣਾ ਸੀ ਉੱਥੇ ਜੁਲਾਈ ਦੇ ਵਿੱਚ। ਟੀਚਰ ਨੇ ਕਿਹਾ ਸੀ ਜਿਹੜੇ ਬੱਚਿਆਂ ਨੇ ਖਤਮ ਕੀਤਾ ਹੈ ਸਕੂਲ, ਦੇ ਹੈਵ ਪਾਸਡ, ਉਹਨਾਂ ਨੂੰ ਗਿਫਟ ਦੇਣੇ ਨੇ ਐਂਡ ਆਈ ਵਾਂਟ ਸੁਮਈਆ ਟੂ ਬੀ ਹੀਅਰ ਬਿਕੋਜ਼ ਇਫ ਜੇ ਸੁਮਈਆ ਨਾ ਹੋਦੀ ਇਹ ਫਾਊਂਡੇਸ਼ਨ ਨਹੀਂ ਸੀ ਚੱਲਣਾ, ਯੂ ਨੋ। ਸੋ ਅਸੀਂ ਜਾਣਾ ਸੀ ਬਟ ਦੈਨ ਕੋਵਿਡ ਹੋ ਗਿਆ, ਫਿਰ ਮੇਰਾ ਮਾਮੂ ਵੀ ਫੋਤ ਹੋ ਗਿਆ। ਸੋ ਐਵਰੀਥਿੰਗ ਇਜ਼ ਗੋਨ ਡਾਊਨ ਅਗੈਨ। ਬਟ ਮਾਸ਼ਾਅੱਲਾ ਹੁਣ ਉਹਨੂੰ ਇੰਨਾ ਨਹੀਂ ਮਿਲ ਰਿਹਾ, ਪਰ ਸਟਿਲ ਜਿਨ੍ਹਾਂ ਨੂੰ ਪਤਾ ਹੈ ਕਿ ਸੁਮਈਆ ਚੈਰਿਟੀ ਕਰ ਰਹੀ ਹੈ ਉਹ ਮੈਨੂੰ ਦੇ ਜਾਂਦੇ ਨੇ। ਕੋਈ 10 ਦੇ ਜਾਂਦਾ, ਕੋਈ 20 ਦੇਦਾ ਹੈ, ਯੂ ਨੋ। ਸੋ ਵੀ ਪੁੱਟ ਆਲ ਟੂਗੈਦਰ। ਸੁਮਈਆ ਨੂੰ ਮੈਂ ਦੇ ਦਿਆਂ, ਸੁਮਈਆ ਫਿਰ ਉਹਨਾਂ ਨੂੰ ਭੇਜਦੀ ਹੈ। ਅਤੇ ਹੋਮ ਜਿਹੜਾ ਸੁਮਈਆ ਨੇ ਕੀਤਾ ਸੀ, ਕਸਮੇ ਕੁੜੀਆਂ ਸਨ ਇਸ ਵਿਚਾਰੇ ਜਿਹੜੀਆਂ ਔਰਤਾਂ ਨੂੰ ਜ਼ਰੂਰਤ ਚੀਜ਼ਾਂ ਹੁੰਦੀਆਂ ਉਹਨਾਂ ਕੋਲ ਉਹ ਵੀ ਨਹੀਂ ਸੀ। ਸੋ ਉਹ ਸੁਮਈਆ ਨੇ ਇਹਨਾਂ ਨੂੰ ਲਵਾ ਕੇ ਦਿੱਤਾ। ਮੇਰੇ ਮਾਮੂ ਦੀ ਕੈਂਟੀਨ ਹੈ,
ਮੰਥਲੀ ਤੁਸੀਂ ਉੱਥੋਂ ਜਾ ਕੇ ਚੁੱਕਿਆ ਕਰੋ ਪੈਟਸ। ਸ਼ੀ ਇਜ਼ ਪੇਇੰਗ ਫॉर दैट ਐਜ਼ ਵੈਲ, ਯੂ ਨੋ। ਸੋ ਜਿਹੜੇ ਕਾਫੀ ਫੈਮਿਲੀ ਹੈ ਜਿਹੜੇ ਮੈਨਚੈਸਟਰ ਵਿੱਚ ਹੈ, ਉਹਨਾਂ ਨੇ ਲਿੰਕ ਰੱਖਿਆ ਹੈ ਸੁਮਈਆ ਦੇ ਨਾਲ। ਪਰ ਇੱਥੇ ਤੇ ਤੁਹਾਨੂੰ ਪਤਾ ਹੀ ਹੈ ਨਾ ਰੋਚਡੇਲ ਹਾਊ ਇਟ ਇਜ਼। ਸੋ ਅਲਹਮਦੁਲਿਲਾ ਮਾਸ਼ਾਅੱਲਾ ਇਜ਼ ਗੋਇੰਗ ਵੈਲ। ਅੱਲਾ ਵਾਸਤੇ ਕਰ ਰਹੀ ਹੈ, ਔਰ ਜਿਹੜਾ ਵੀ ਦੇ ਰਿਹਾ ਅੱਲਾ ਦੇ ਨਾਮ ਦੇ ਰਹੇ ਨੇ, ਹੈ ਨਾ। ਸੋ ਇਹ ਹੈ ਸਾਡੀ ਸਟੋਰੀ। ਸੋ ਬਸ ਫਿਰ ਫਰਾ ਕੇ ਐਂਡ ਇਨ UK ਰੋਚਡੇਲ ਦੇ ਵਿੱਚ ਆ ਗਈ। ਸੋ ਹੁਣ ਮੇਰੀ ਜ਼ਿੰਦਗੀ ਰੋਚਡੇਲ 'ਚ ਗੁਜ਼ਰ ਰਹੀ ਹੈ ਅਲਹਮਦੁਲਿਲਾ। ਠੰਡੀਆਂ ਗਰਮੀਆਂ। ਇਟਸ ਅਮੇਜ਼ਿੰਗ, ਰੋਚਡੇਲ ਪੀਪਲ ਆਰ ਗੁੱਡ। ਮਾਸ਼ਾਅੱਲਾ ਰੋਚਡੇਲ ਇਜ਼ ਨਾਈਸ। ਇੱਥੇ ਵੀ ਕਾਫੀ ਮੇਰੀ ਮਤਲਬ ਬੰਦਿਆਂ ਨਾਲ ਹੈ ਅਲਹਮਦੁਲਿਲਾ। ਦੁਕਾਨ 'ਤੇ ਚਲੀ ਜਾਵਾਂ, ਵਰਲਡ ਵਾਈਡ ਨੋਜ਼ ਮੀ ਵੈਰੀ ਵੈਲ। ਜੰਬੋ ਕਰਕੇ ਮੈਨੂੰ ਬੁਲਾਦਾ ਹੈ। ਹਾਜੀ ਕੈਸ਼ਨ ਕਰੀ 'ਤੇ ਚਲੀ ਜਾਵਾਂ, ਦੇ ਆਰ ਗੁੱਡ, ਯੂ ਨੋ। ਮੈਨੀ ਫਰੈਂਡਸ, ਡਾਕਟਰਸ ਆਰ ਗੁੱਡ, ਨੇਬਰਹੁੱਡ ਇਜ਼ ਗੁੱਡ ਅਲਹਮਦੁਲਿਲਾ। ਫੈਮਿਲੀ ਦੇ ਆਰ ਗੁੱਡ। 2-3 ਦਿਨ ਫੈਮਿਲੀ ਨੂੰ ਫੋਨ ਨਾ ਕਰੋ, ਫੋਨ ਆ ਜਾ, then where are you? So alhamdulillah, that's the main thing, है ना। Well, got everybody, friends, everything, alhamdulillah। ਤੁਸੀਂ ਕੁਝ ਲਿਸਨਰਸ ਨੂੰ ਕਹਿਣਾ ਚਾਹੁੰਦੇ ਆ? ਹਾਂਜੀ, ਮੈਂ ਥੈਂਕ ਯੂ ਵੈਰੀ ਮਚ। ਮੇਰਾ ਚਾਈਲਡਹੁੱਡ ਮਾਸ਼ਾਅੱਲਾ, ਕੁਛ ਸੁੱਖ, ਕੁਛ ਗਮ, ਕੁਛ ਅੱਛੀਆਂ, ਕੁਛ ਬੁਰੀਆਂ। ਜੇ ਕੋਈ ਗਲਤੀ ਹੋ ਗਈ ਮੈਨੂੰ ਮਾफ़ ਕਰਿਓ। ਤੇ ਮੇਰੀ ਇਹ ਸਪੀਚ ਸੀ। ਤੇ ਪਲੀਜ਼ ਜੇ ਕਿਸੇ ਨੇ ਡੋਨੇਟ ਕਰਨਾ ਹੋਵੇ ਫॉर ਰਾਹਾ ਫਾਊਂਡੇਸ਼ਨ, ਮੈਂ ਰੋਚਡੇਲ ਵਿੱਚ ਹੈਗੀ ਹਾਂ, ਤੇ ਤੁਸੀਂ ਆ ਸਕਦੇ ਹੋ ਪਲੀਜ਼। ਤੇ ਅੱਲਾ ਤੁਹਾਨੂੰ ਵੀ ਜਜ਼ਾ ਦੇਗਾ ਇਨਸ਼ਾਅੱਲਾ। ਤੇ ਥੈਂਕ ਯੂ ਸੋ ਮਚ ਫॉर everyone, and thank you for the Rochdale, for NHS and everyone, and for the radio as well, that they gave me time to speak today. Thank you very much. Assalamu alaikum.